ਮੁਕੇਸ਼ ਗਰਗ ਦਾ ਕੋਈ ਯਾਰ ਸਟੈਂਡ ਹੀ ਹੈ ਨਹੀਂਗਾ। ਪਹਿਲਾਂ ਭਾਜਪਾ, ਫਿਰ ਅਕਾਲੀ, ਫਿਰ ਕਾਂਗਰਸੀ, ਹੁਣ ਫਿਰ ਭਾਜਪਾ। ਭਾਈ ਰਾਹੁਲ ਜੀ ਹਲਕਾ ਇੰਚਾਰਜ ਹੁੰਦੇ ਅਕਾਲੀ ਦਲ ਦੇ, ਜਾਂ ਭਾਈ ਰਾਹੁਲ ਜੀ ਨੂੰ ਟਿਕਟ ਮਿਲੀ ਹੁੰਦੀ ਤੇ ਫਿਰ ਭਾਈ ਰਾਹੁਲ ਜੀ ਨਾਲ ਚਲੇ ਜਾਣਾ 100%। ਇਹਦੇ 'ਚ ਕੋਈ ਦੋ ਰਾਏ ਨਹੀਂ ਵੀ ਕਿਸੇ ਵੀ ਬੰਦੇ ਮਾਰੇ ਮਾੜਾ ਕਮੈਂਟ ਲਿਖਣ ਤੋਂ ਪਹਿਲਾਂ ਇਹ ਸੋਚ ਵਿਚਾਰ ਲੈਣਾ ਚਾਹੀਦਾ ਵੀ ਉਹਦੀ ਰਾਜਨੀਤੀ ਕੈਰੀਅਰ ਕਿੱਥੋਂ ਸ਼ੁਰੂ ਹੋਇਆ। ਅਕਾਲੀ ਦਲ ਦੇ ਵਿੱਚ ਮੈਂ ਬਤੌਰ 4.5 ਸਾਲ ਕੰਮ ਕੀਤਾ ਸੀਗਾ। 4.5 ਸਾਲ ਕੰਮ ਕਰਨ ਦੇ ਬਾਵਜੂਦ ਵੀ ਜਿਹੜੇ ਜ਼ਿਲ੍ਹਾ ਪ੍ਰਧਾਨ ਜੀ ਨੇ ਮੇਰੀ ਬਾਤ ਤੱਕ ਨਹੀਂ ਪੁੱਛੀ। ਅਕਾਲੀ ਵਿੱਚ ਚਲੇ ਗਏ, ਅਕਾਲੀਆਂ ਵਿੱਚ ਵੀ ਤੁਹਾਨੂੰ ਉਹ ਟਿਕਟ ਦਾ ਦੂਸਰੀ ਵਾਰ ਫਿਰ ਰੌਲਾ ਪੈ ਗਿਆ। 4.5 ਸਾਲ ਕੰਮ ਕੀਤਾ, ਫਿਰ ਤੁਹਾਨੂੰ ਟਿਕਟ ਨਹੀਂ ਮਿਲੀ। ਮੇਨ ਮਕਸਦ ਤਾਂ ਇਹੀ ਆ ਗਿਆ। ਆਪਦੇ ਲਾਲਚ ਕਾਰਨ ਇਹ ਆਪਦੇ ਕਾਰੋਬਾਰ ਕਰਕੇ ਪਾਰਟੀਆਂ ਚੇਂਜ ਕਰਦਾ ਰਹਿੰਦਾ। ਮੈਨੂੰ ਕਾਂਗਰਸ ਤੋਂ ਆਫਰ ਆਉਂਦੀ ਸੀ ਵੀ ਤੁਹਾਨੂੰ 24 ਨੰਬਰ ਵਾਰਡ ਦੇ ਵਿੱਚ ਕੌਂਸਲਰ ਦੀ ਟਿਕਟ ਦਿੰਨੇ ਆ, ਅਨਪੋਜ ਜਿਤਾਨੇ ਆ, ਤੁਸੀਂ ਕਾਂਗਰਸ ਜੁਆਇਨ ਕਰ ਲਓ। ਕਾਂਗਰਸ 'ਚ ਰਹਿ ਕੇ ਕਰਾਂਗੇ ਕਿ ਜਦੋਂ ਖਿਲਰ ਗਏ, ਜਦੋਂ ਕਾਂਗਰਸ ਦੇ ਵਿੱਚ ਰਹਿ ਕੇ ਕਰਾਂਗੇ ਕਿ ਜਦੋਂ ਕੋਈ ਆਪਣੇ ਸਿਰ ਦੇ ਉੱਤੇ ਹੱਥ ਰੱਖਣ ਵਾਲੇ ਬੰਦੇ ਹੈ ਨਹੀਂ, ਉੱਪਰ ਆਪਾਂ ਨੂੰ ਕੋਈ ਜਾਣਦਾ ਨਹੀਂ ਪਾਰਟੀ ਦੇ ਵਿੱਚ। ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਅੱਜ ਹੀ ਭਾਜਪਾ ਜੁਆਇਨ ਕਰੋ, ਤੁਹਾਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਊਗਾ। ਉਦੋਂ ਹੀ ਉਹਨਾਂ ਦੇ ਕਹਿਣ ਤੇ, ਇੰਨੇ ਵੱਡੇ ਕੱਦ ਵਾਲੇ ਨੇਤਾ ਦੇ ਕਹਿਣ ਤੇ ਮੇਰੇ ਤੋਂ ਜਵਾਬ ਨਹੀਂ ਦਿੱਤਾ ਗਿਆ ਤੇ ਮੈਂ ਉਦੋਂ ਹੀ ਖੜੇ ਭਾਜਪਾ ਦੇ ਵਿੱਚ ਜਾਣ ਦਾ ਮਨ ਬਣਾ ਲਿਆ। ਫਰੀਦਕੋਟ ਜ਼ਿਲ੍ਹੇ ਦੇ ਵਿੱਚ ਭਾਜਪਾ ਦਾ ਇੱਕ ਮੈਂ ਇਕੱਲਾ ਐਸਾ ਕਾਰਿਆਕਰਤਾ ਹਾਂ ਜਿਹੜਾ ਏਡੇ ਕੱਦਕਾਰ ਵਾਲੇ ਨੇਤਾ ਤੋਂ ਸ਼ਾਮਲ ਹੋਇਆ। ਮੈਨੂੰ ਨਹੀਂ ਲੱਗਦਾ ਵੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਹੋਰ ਕੋਈ ਭਾਜਪਾ ਦਾ ਕੋਈ ਐਸਾ ਕਾਰਿਆਕਰਤਾ ਹੋਊਗਾ ਜਿਹੜਾ ਏਡੇ ਵੱਡੇ ਕੱਦ ਵਾਲੇ ਲੀਡਰ ਤੋਂ ਸ਼ਾਮਲ ਹੋਇਆ ਹੋਊਗਾ। ਇਹ ਤਾਂ ਨਹੀਂ ਹੋਊਗਾ ਜਿਵੇਂ ਅੱਗੇ ਪਾਰਟੀ ਬਾਰ-ਬਾਰ ਤੁਹਾਨੂੰ ਅਦਲ ਬਦਲ ਕਰਨੀਆਂ ਪਈਆਂ, ਕਿਤੇ ਭਾਜਪਾ ਤੋਂ ਵੀ ਇੱਥੋਂ ਵੀ ਕਿਤੇ ਹੋਰ ਪਾਰਟੀ ਨਾਲ ਚੱਲ ਜਾਓਗੇ। ਜਦੋਂ ਮੇਰੀ ਮੌਤ ਹੋਊਗੀ ਤੇ ਭਾਜਪਾ ਦੇ ਝੰਡੇ ਦੇ ਵਿੱਚ ਹੀ ਮੇਰੀ ਜਿਹੜੀ ਡੈੱਡ ਬੋਡੀ ਜਾਊਗੀ। ਮੇਰਾ ਜਿਹੜਾ ਕਫਨ ਹੋਊਗਾ ਉਹ ਭਾਜਪਾ ਦਾ ਹੋਊਗਾ। ਉਦੋਂ ਪਹਿਲਾਂ ਮੈਂ ਪਾਰਟੀ ਮਤਲਬ ਕਿ ਮੇਰੀ ਮੌਤ ਦੇ ਨਾਲ ਹੀ ਮੇਰੀ ਜਾਊਗੀ। ਹੁਣ ਨਹੀਂ ਮੈਂ ਕੋਈ ਪਾਰਟੀ ਮਤਲਬ ਭਵਿੱਖ ਦੇ ਵਿੱਚ। ਇਸ ਸੇਵਾ ਦੇ ਤੁਸੀਂ ਕੰਮ ਕੀਤੇ ਕਹਿ ਰਹੇ ਹੋ, ਕਿਹੜੇ ਕੰਮ ਕੀਤੇ? 2 ਏਕੜ ਦੇ ਵਿੱਚ ਵਿਸ਼ਾਲ ਸ਼ਨੀ ਦੇਵ ਜੀ ਦਾ ਮੰਦਿਰ 2023 ਤੱਕ ਬਣ ਕੇ ਤਿਆਰ ਹੋ ਜਾਊਗਾ ਲੋਕਾਂ ਦੇ ਦਰਸ਼ਨ ਲਈ। ਮੈਨੂੰ ਪਿਆਰ ਨਾਲ ਬੇਟਾ ਕਹਿ ਕੇ ਬੁਲਾਉਂਦੇ ਸੀ। ਬੇਟਾ ਗੱਲ ਸੁਣੀ, ਬੇਟਾ ਆਹ ਕੰਮ ਕਰਦੇ, ਬੇਟਾ ਉਹ ਕੰਮ ਕਰਦੇ। ਉੱਥੋਂ ਹੀ ਉਹ ਸਾਰੇ ਜਦੋਂ ਮੈਨੂੰ ਬੇਟਾ ਕਹਿਣ ਲੱਗੇ ਤੇ ਇਸ ਕਰਕੇ ਜਗ ਜ਼ਹਿਰ ਹੋ ਗਿਆ ਬੇਟਾ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੱਲਬਾਤ ਕਰਾਂਗੇ ਮੁਕੇਸ਼ ਗਰਗ ਉਰਫ ਮੁਕੇਸ਼ ਬੇਟਾ ਜੀ ਨਾਲ। ਮੁਕੇਸ਼ ਜੀ ਸਮਾਜ ਸੇਵਾ ਦੇ ਵਿੱਚ ਵੀ ਮੋਹਰੀ ਨੇ। ਕੋਟਪੁਰਾ ਵਿੱਚ ਇਹਨਾਂ ਦਾ ਕਾਫੀ ਨਾਮ ਹੈ। ਆਸਥਾ ਪ੍ਰਤੀ ਲਈਏ ਤਾਂ ਸ਼ਨੀਦੇਵ ਜੀ ਦੇ ਭਗਤ ਨੇ, ਮੋਹਰੀ ਭਗਤਾਂ 'ਚ ਆਉਂਦੇ ਨੇ। ਰਾਜਨੀਤੀ ਦੇ ਵਿੱਚ ਲਈਏ ਤਾਂ ਇਹਦੇ ਵਿੱਚ ਵੀ ਇਹਨਾਂ ਦਾ ਵੱਡਾ ਨਾਂ ਉੱਭਰ ਕੇ ਸਾਹਮਣੇ ਆਇਆ। ਪਿੱਛੇ ਜੇ CCP ਨਿਊਜ਼ ਨੇ ਇਹਨਾਂ ਦੀ ਇੱਕ ਪੋਸਟ ਨਿਊਜ਼ ਅਪਗ੍ਰੇਡ ਕੀਤੀ ਸੀ ਜਿਸ ਦਿਨ ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਜੀ ਆਏ ਸੀ। ਉਸ ਦਿਨ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਸੀ। ਉਹ ਆਮ ਲੋਕਾਂ ਦੇ ਵਿੱਚ ਚਰਚਾ ਚੱਲਦੀ ਕਿ ਜਿਹੜੇ ਲੀਡਰ ਨੇ ਜਾਂ ਵਰਕਰ ਨੇ ਇਹ ਪਾਰਟੀਆਂ ਬਦਲ ਲੈਂਦੇ ਨੇ। ਉਸੇ ਪ੍ਰਕਾਰ ਇਹ ਟੈਗ ਮੁਕੇਸ਼ ਬੇਟਾ ਜੀ 'ਤੇ ਵੀ ਲੱਗਿਆ ਕਿ ਇਹ ਵੀ ਪਾਰਟੀ ਮਿੰਟ ਬਦਲ ਲੈਂਦੇ ਨੇ। ਆਪਾਂ ਉਹਨਾਂ 'ਤੇ ਗੱਲਬਾਤ ਕਰਾਂਗੇ ਕਿ ਮੁਕੇਸ਼ ਜੀ ਨੇ ਕਿਉਂ ਪਾਰਟੀਆਂ ਬਦਲੀਆਂ, ਵਜ੍ਹਾ ਕੀ ਰਹੀ। ਅਸਲੀਅਤ ਤੋਂ ਅੱਜ ਆਪਾਂ ਪਰਦਾ ਚੱਕਾਂਗੇ। ਆਪਾਂ ਗੱਲਬਾਤ ਕਰਦੇ ਹਾਂ ਮੁਕੇਸ਼ ਗਰਗ ਉਰਫ ਮੁਕੇਸ਼ ਬੇਟਾ ਜੀ ਨਾਲ। ਭਾਈ ਸਾਹਿਬ ਨਮਸਕਾਰ। ਨਮਸਕਾਰ ਜੀ ਸੁਨੀਲ ਜੀ। ਪਹਿਲਾਂ ਤਾਂ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ CCP ਨਿਊਜ਼ ਦਾ, ਜਿਨ੍ਹਾਂ ਨੇ ਕਿ ਮੈਨੂੰ ਆਪਦਾ ਪੱਖ ਰੱਖਣ ਲਈ ਤੁਸੀਂ ਆਪਦੇ ਸਰੋਤੇ ਜਾਂ ਜਿਹੜੇ ਲੋਕ ਹੋਰ ਵੀ ਉਹਨਾਂ ਨੂੰ ਦੇਖਣਗੇ ਉਹਨਾਂ ਤੱਕ ਮੇਰੀ ਆਵਾਜ਼ ਨੂੰ ਪਹੁੰਚਾਓਗੇ। ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ। ਨਮਸਕਾਰ, ਜੈ ਸ਼੍ਰੀ ਰਾਮ, ਸਤਿ ਸ਼੍ਰੀ ਅਕਾਲ। ਮੁਕੇਸ਼ ਜੀ, ਸਭ ਨਾਲ ਪਹਿਲਾਂ ਆਪਾਂ ਗੱਲ ਇਸੇ ਗਲਤੀ ਕਰਾਂਗੇ ਕਿ ਇੱਕ ਨਿਊਜ਼ ਚਲਾਈ ਸੀ CCP ਨਿਊਜ਼ ਨੇ ਕਿ ਮੁਕੇਸ਼ ਜੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ, ਰਾਜਨਾਥ ਸਿੰਘ ਜੀ ਦੀ ਹਾਜ਼ਰੀ ਦੇ ਵਿੱਚ ਤੁਸੀਂ ਸ਼ਾਮਲ ਹੋਏ। ਉਸ ਤੋਂ ਪਹਿਲਾਂ ਲੱਗਦਾ ਰਿਹਾ ਕਿ ਸਭ ਨਾਲ ਪਹਿਲਾਂ ਆਪ ਜੀ ਕਰੀਬ 2011 ਦੇ ਵਿੱਚ ਵੀ ਭਾਜਪਾ ਦੇ ਵਿੱਚ ਸੀ। ਹੁਣ ਅੱਜ 2022 ਹੋ ਗਈ ਹੈ, ਹੁਣ ਵੀ ਭਾਜਪਾ ਦੇ ਵਿੱਚ ਤੁਸੀਂ ਕਾਂਗਰਸ ਔਰ ਅਕਾਲੀ ਦਲ ਦੇ ਵਿੱਚ ਵੀ ਰਹੇ ਹੋ। ਮਤਲਬ ਤੁਹਾਡੇ 'ਤੇ ਟੈਗ ਲੱਗਦਾ ਹੈ, ਲੋਕ ਕਮੈਂਟ ਕਰਦੇ ਨੇ ਵੀ ਇਹ ਪਾਰਟੀਆਂ ਬਦਲ ਲੈਂਦੇ ਨੇ ਸਟੈਂਡ। ਇਹਦੇ ਬਾਰੇ ਕੀ ਕਹੋਗੇ? ਦੇਖੋ ਜੀ, ਇਹਦੇ ਬਾਰੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਗੱਲ ਨਾਲ ਜਾਣੂ ਕਰਾਉਣਾ ਹੈ ਵੀ ਕੋਈ ਵੀ ਬੰਦਾ ਜਦੋਂ ਕਿਸੇ ਪਾਰਟੀ ਤੋਂ ਦੂਜੀ ਪਾਰਟੀ ਵਿੱਚ ਜਾਂਦਾ ਹੈ, ਕਿਸੇ ਦਾ ਜੀ ਨਹੀਂ ਕਰਦਾ ਪਾਰਟੀ ਛੱਡਣ ਦਾ।
ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਨਾਲ ਹੋਰ ਧਿਆਨ ਕਰਾਉਣਾ ਚਾਹੁੰਦਾ ਵੀ ਮੈਂ ਕੋਈ ਵੀ ਪਾਰਟੀ ਆਪ ਨਹੀਂ ਛੱਡੀ, ਨਾ ਮੈਂ ਭਾਜਪਾ ਛੱਡੀ, ਨਾ ਮੈਂ ਅਕਾਲੀ ਦਲ ਛੱਡੀ। ਇਹਨਾਂ ਲੋਕਾਂ ਨੇ ਮੇਰਾ ਰਾਜਨੀਤੀ ਕੈਰੀਅਰ ਵਧਦੇ ਹੋਏ, ਮੈਨੂੰ ਰਾਜਨੀਤੀ ਦੇ ਵਿੱਚ ਉੱਠਦੇ ਹੋਏ, ਜਿਹੜੇ ਮੇਰੇ ਰਾਜਨੀਤਿਕ ਵਿਰੋਧੀ ਸੀਗੇ, ਜਿਹੜੇ ਕਿ ਕੁਝ ਪੁਰਾਣੇ ਟਾਈਮ ਤੋਂ ਪਾਰਟੀ ਦੇ ਵਿੱਚ ਸੀ, ਚਾਹੇ ਆਪਾਂ ਭਾਜਪਾ ਦੀ ਗੱਲ ਕਰੀਏ ਚਾਹੇ ਅਕਾਲੀ ਦਲ ਦੀ ਗੱਲ ਕਰੀਏ, ਉਹਨਾਂ ਨੂੰ ਐਂ ਲੱਗਦਾ ਸੀ ਵੀ ਇਹ ਕੱਲ੍ਹ ਦਾ ਆਇਆ ਜਵਾਕ ਸਾਡੇ ਤੋਂ ਅੱਗੇ ਹੁੰਦਾ ਹੈ। ਇਹਨਾਂ ਨੇ ਮੇਰਾ ਰਾਜਨੀਤੀ ਕੈਰੀਅਰ ਖਰਾਬ ਕਰਨ ਲਈ ਮੇਰੇ ਤੋਂ ਪਾਰਟੀ ਛਡਵਾਈ ਹੈ। ਮੈਂ ਪਾਰਟੀ ਛੱਡੀ ਨਹੀਂ। ਆਪਣਾ ਜਦੋਂ ਭਾਜਪਾ ਦੇ ਵਿੱਚੋਂ ਮੈਂ ਮਤਲਬ ਕਿ ਜਿਹੜੀ ਮੇਰੇ 'ਤੇ ਅਟੈਕ ਲੱਗਦਾ ਪਾਰਟੀ ਛੱਡ ਦਿੱਤੀ ਇਹਨਾਂ ਨੇ, ਉਦੋਂ ਅੱਜ ਵੀ ਜੈਪਾਲ ਗਰਗ ਜੀ ਬੈਠੇ, ਉਦੋਂ ਮੌਜੂਦਾ ਜ਼ਿਲ੍ਹਾ ਪ੍ਰਧਾਨ ਸੀਗੇ, ਉਹਨਾਂ ਨੇ ਮੈਨੂੰ ਪਾਰਟੀ ਦੇ ਵਿੱਚੋਂ ਮਤਲਬ ਕਿ ਬਰਖਾਸਤ ਕੀਤਾ। ਤੇ ਸਰਦਾਰ ਮਨਤਾਰ ਸਿੰਘ ਬਰਾੜ ਜੀ ਵੀ ਅੱਜ ਬੈਠੇ ਨੇ, ਜ਼ਿਲ੍ਹਾ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਨੇ ਵੀ ਮੈਨੂੰ ਪਾਰਟੀ 'ਚੋਂ ਬਰਖਾਸਤ ਕੀਤਾ। ਮੈਂ ਪਾਰਟੀ ਕੋਈ ਛੱਡੀ ਨਹੀਂ, ਉਹਨਾਂ ਨੇ ਮੇਰੇ ਤੋਂ ਛਡਵਾਈ। ਤੁਹਾਡਾ ਰਾਜਨੀਤੀ ਜੀਵਨ ਸ਼ੁਰੂ ਕਿਵੇਂ ਹੋਇਆ? ਦੇਖੋ ਜੀ, ਮੇਰਾ ਜਿਹੜਾ ਰਾਜਨੀਤਿਕ ਜੀਵਨ ਹੈਗਾ 2010 ਦੇ ਵਿੱਚ ਅਸੀਂ ਇੱਕ ਸੰਸਥਾ ਬਣਾਈ ਸੀ, ਸ਼ਨੀਦੇਵ ਸਹਾਰਾ ਲੰਗਰ ਸੇਵਾ ਸਮਤੀ, ਜਿੰਦੀ ਸੰਸਥਾ ਤਹਿਤ ਅਸੀਂ ਹਰ ਸ਼ਨੀਵਾਰ ਰਾਧਾ ਕ੍ਰਿਸ਼ਨ ਮੰਦਿਰ ਦੇ ਵਿੱਚ ਲੰਗਰ ਲਾਉਂਦੇ ਸੀ। ਉਹ ਲੰਗਰ ਨੂੰ ਦੇਖਦੇ ਹੋਏ ਸਮਾਜ ਦੇ ਵਿੱਚ ਸ਼ਨੀਦੇਵ ਜੀ ਦੇ ਨਾਮ ਨਾਲ ਜਾਂ ਸ਼ਨੀਦੇਵ ਜੀ ਦੇ ਲੰਗਰ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ। ਤੇ ਰਾਜਨੀਤਿਕ ਦੇ ਵਿੱਚ ਉਦੋਂ ਜ਼ਿਲ੍ਹਾ ਪ੍ਰਧਾਨ ਸ਼੍ਰੀ ਗਾਇਤਰੀ ਪ੍ਰਕਾਸ਼ ਸ਼ਰਮਾ ਜੀ ਹੁੰਦੇ ਸੀ, ਉਹ ਮੈਨੂੰ ਰਾਜਨੀਤੀ ਖੇਤਰ ਵਿੱਚ ਲੈ ਕੇ ਆਏ। ਉਹਨਾਂ ਨੇ ਮੈਨੂੰ ਉਸ ਟਾਈਮ ਮੰਡਲ ਪ੍ਰਧਾਨ ਯੂਥ ਦਾ ਭਾਰਤੀ ਜਨਤਾ ਪਾਰਟੀ ਕੋਟਕਪੁਰੇ ਦਾ ਲਗਾਇਆ। ਮੰਡਲ ਪ੍ਰਧਾਨ ਯੂਥ ਦਾ ਲਗਾਇਆ ਕੋਟਕਪੁਰੇ ਦਾ। ਪਾਰਟੀ ਪ੍ਰਤੀ ਮੇਰੀਆਂ ਸੇਵਾਵਾਂ ਦੇਖ ਕੇ, ਮੇਰੇ ਕੰਮ ਦੇਖ ਕੇ ਪਾਰਟੀ ਨੇ ਮੈਨੂੰ ਠੀਕ 1 ਸਾਲ ਬਾਅਦ ਜ਼ਿਲ੍ਹਾ ਪ੍ਰਧਾਨ ਯੂਥ ਦਾ ਅਹੁਦਾ ਮਤਲਬ ਕਿ ਦੇ ਕੇ ਨਵਾਜਿਆ, ਜਿਹਦੇ ਵਿੱਚ ਬਤੌਰ ਮੈਂ 5 ਸਾਲ ਜ਼ਿਲ੍ਹਾ ਪ੍ਰਧਾਨ ਯੂਥ ਕੰਮ ਕੀਤਾ। 4.5 ਸਾਲ ਮੈਂ ਸ਼੍ਰੀ ਆਪਣੇ ਗਾਇਤਰੀ ਪ੍ਰਕਾਸ਼ ਜੀ ਸ਼ਰਮਾ ਜੀ ਨਾਲ ਕੰਮ ਕੀਤਾ। 5 ਮਹੀਨੇ ਮੈਂ ਜੈਪਾਲ ਗਰਗ ਜੀ ਨਾਲ ਕੰਮ ਕੀਤਾ। ਹਾਂਜੀ, ਜਿਹੜੀ ਕੈਰੀਅਰ ਦੀ ਸ਼ੁਰੂਆਤ ਹੈ ਫਿਰ 2010 ਚ ਹੋਈ ਕਿ 11 ਚ ਹੋਈ? 2010 ਦੇ ਵਿੱਚ ਅਸੀਂ ਲੰਗਰ ਲਾਣਾ ਸ਼ੁਰੂ ਕੀਤਾ। ਰਾਜਨੀਤੀ ਕੈਰੀਅਰ ਦੀ ਸ਼ੁਰੂਆਤ 2011 ਦੇ ਵਿੱਚ ਹੋਈ। ਮਤਲਬ ਸਮਾਜ ਸੇਵਾ ਤੋਂ ਬਾਅਦ ਤੁਸੀਂ ਰਾਜਨੀਤੀ ਵਿੱਚ ਆਏ? ਬਿਲਕੁਲ, ਰਾਜਨੀਤੀ ਦੇ ਵਿੱਚ ਸਮਾਜ ਸੇਵਾ ਤੋਂ ਬਾਅਦ ਆਏ। ਸਮਾਜ ਸੇਵਾ ਦੇ ਵਿੱਚ ਵਧੀਆ ਕੰਮ ਕਰਦੇ ਹੋਏ, ਵਧੀਆ ਮੇਰੇ ਨਾਲ ਯੂਥ ਜੁੜਿਆ ਹੋਇਆ ਸੀ। ਯੂਥ ਨੂੰ ਨਾਲ ਜੋੜਦੇ ਹੋਏ ਪਾਰਟੀਆਂ ਨੇ ਦੇਖਿਆ ਵੀ ਇਹ ਲੜਕਾ ਪਾਰਟੀ ਲਈ ਵਧੀਆ ਕੰਮ ਕਰ ਸਕਦਾ, ਪਾਰਟੀ ਦਾ ਵਧੀਆ ਕਾਰਿਆਕਰਤਾ ਬਣ ਸਕਦਾ, ਇਸ ਲਈ ਇਹਨਾਂ ਨੇ ਮੈਨੂੰ ਭਾਰਤੀ ਜਨਤਾ ਪਾਰਟੀ ਜੁਆਇਨ ਕਰਾਈ। ਤੁਹਾਨੂੰ ਮੰਡਲ ਦਾ ਪ੍ਰਧਾਨ ਕੋਟਕਪੂਰਾ ਦਾ ਲਗਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਤੁਸੀਂ ਇਹ ਭਾਜਪਾ ਫਿਰ ਛੱਡੀ ਕਿਉਂ? ਭਾਜਪਾ ਛੱਡਣ ਦਾ ਕਾਰਨ ਇਹ ਬਣਿਆ ਵੀ ਜਦੋਂ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਲਈ ਕੰਮ ਕੀਤਾ, ਚਾਹੇ ਉਹ 9 ਮੰਡਲ ਪ੍ਰਧਾਨ ਬਣਾਉਣਾ ਹੋਵੇ, ਜਿਵੇਂ ਕਿ 9 ਮੰਡਲਾਂ ਦੇ ਵਿੱਚ ਸਾਡਾ ਕੋਟਕਪੂਰਾ ਮੰਡਲ ਆ ਜਾਂਦਾ, ਖਾਰਾ ਮੰਡਲ ਆ ਜਾਂਦਾ, ਸੰਧਮਾ ਮੰਡਲ ਆ ਜਾਂਦਾ, ਪੰਜਗਰਾਈ ਮੰਡਲ ਆ ਜਾਂਦਾ, ਬਗਰਾੜੀ ਮੰਡਲ ਆ ਜਾਂਦਾ, ਗੋਲੇ ਵਾਲਾ ਮੰਡਲ ਆ ਜਾਂਦਾ। ਇਸ ਤਰ੍ਹਾਂ ਦੇ 9 ਮੰਡਲ ਪ੍ਰਧਾਨ ਲਾਏ ਮੈਂ। ਭਾਜਪਾ ਦੀ ਜ਼ਿਲ੍ਹੇ ਦੀ ਟੀਮ ਯੂਥ ਦੀ ਖੜੀ ਕੀਤੀ ਪੰਜਾਬ ਦੇ ਵਿੱਚ, ਪਿੰਡਾਂ ਦੇ ਵਿੱਚ ਜਾ ਕੇ ਯੂਥ ਨੂੰ ਆਪਦੇ ਨਾਲ ਜੋੜਿਆ, ਨਾਮ ਕੀਤਾ ਪਾਰਟੀ ਦਾ। ਅਨੁਰਾਗ ਠਾਕੁਰ ਜੀ ਦੀ ਅਗਵਾਈ ਵਿੱਚ 4 ਬੱਸਾਂ ਭਰ ਕੇ ਮੈਂ ਸ਼੍ਰੀਨਗਰ ਲਾਲ ਕਿਲ੍ਹੇ ਦੇ ਵਿੱਚ ਝੰਡਾ ਲਹਿਰਾਇਆ ਉਹਨਾਂ ਦੇ ਨਾਲ ਜਾ ਕੇ। ਇਹ ਸਾਰੇ ਕੰਮ ਕਰਦੇ ਹੋਏ ਪਾਰਟੀ ਦੇ ਲਈ ਮੈਂ ਮਤਲਬ ਕਿ ਦਿਨ ਰਾਤ ਇੱਕ ਕੰਮ ਕੀਤਾ। ਤੇ MC ਦੇ ਚੁਣਾਵ ਆਏ 2017 ਦੇ ਵਿੱਚ। ਕਿੰਨੇ ਸਾਲਾਂ ਬਾਅਦ ਫਿਰ ਪਾਰਟੀ ਛੱਡੀ? ਕਿੰਨੇ ਸਾਲ ਪਾਰਟੀ ਜਿਹੜੀ 2011 ਤੋਂ ਜੁਆਇਨ ਕੀਤੀ, ਕਿੰਨੇ ਸਾਲ ਫਿਰ ਪਾਰਟੀ ਰਹੇ? 2011 ਤੋਂ ਲੈ ਕੇ 2017 ਤੱਕ ਮੈਂ ਪਾਰਟੀ ਦੇ ਵਿੱਚ ਸੇਵਾਵਾਂ ਦਿੱਤੀਆਂ। 1 ਸਾਲ ਮੈਂ ਮੰਡਲ ਪ੍ਰਧਾਨ ਦੇ ਤੌਰ ਤੇ ਸੇਵਾਵਾਂ ਦਿੱਤੀਆਂ। 4.5 ਸਾਲ ਮੈਂ ਜ਼ਿਲ੍ਹਾ ਪ੍ਰਧਾਨਗੀ ਯੂਥ ਦੇ ਨਾਲ ਕੰਮ ਕੀਤਾ ਪਾਰਟੀ ਦੇ ਵਿੱਚ। ਜਦੋਂ ਫਿਰ ਤੁਸੀਂ ਪਾਰਟੀ ਛੱਡੀ, ਇਹ 17 ਦੇ ਵਿੱਚ ਛੱਡਣ ਦਾ ਕੀ ਕਾਰਨ ਬਣਿਆ? ਛੱਡਣ ਦਾ ਕਾਰਨ ਇਹੀ ਬਣਿਆ ਵੀ ਪਾਰਟੀ ਦੇ MC ਦੇ ਚੁਣਾਵ ਆ ਗਏ ਸੀ। ਪਾਰਟੀ ਨੇ MC ਟਿਕਟਾਂ ਦੇ ਨਾਮ ਮੰਗੇ। ਮੈਂ 24 ਨੰਬਰ ਵਾਰਡ ਦੇ ਵਿੱਚੋਂ ਦਾ ਨਾਮ ਭੇਜਿਆ ਸੀ ਪਾਰਟੀ ਲਈ। 24 ਨੰਬਰ ਵਾਰਡ ਦੇ ਵਿੱਚੋਂ ਸਾਰੀ ਪਾਰਟੀ ਮੇਰੇ ਹੱਕ ਦੇ ਵਿੱਚ ਸੀਗੀ, ਮੈਨੂੰ ਮਤਲਬ ਕਿ ਚੁਣਾਵ ਲੜਾਉਣ ਦੇ ਹੱਕ ਦੇ ਵਿੱਚ ਸੀ। ਉਸ ਟਾਈਮ ਕੀ ਹੋਇਆ ਵੀ ਭਾਜਪਾ ਕੋਟਕਪੂਰਾ ਦੇ ਵਿੱਚ 2 ਗਰੁੱਪਾਂ ਦੇ ਵਿੱਚ ਵੰਡੀ ਗਈ। ਇੱਕ ਜੈਪਾਲ ਗਰਗ ਗਰੁੱਪ, ਇੱਕ ਸ਼੍ਰੀ ਗਾਇਤਰੀ ਪ੍ਰਕਾਸ਼ ਸ਼ਰਮਾ ਜੀ ਦਾ ਗਰੁੱਪ। ਮੈਨੂੰ ਲੋਕ ਜ਼ਿਆਦਾਤਰ ਸ਼੍ਰੀ ਗਾਇਤਰੀ ਪ੍ਰਕਾਸ਼ ਸ਼ਰਮਾ ਜੀ ਦੇ ਗਰੁੱਪ ਨਾਲ ਦੇਖਦੇ ਸੀ, ਜਾਣਦੇ ਸੀ, ਜਿਹੜੇ ਮੇਰੇ ਜੁਆਇਨ ਮੈਨੂੰ ਉਹਨਾਂ ਨੇ ਕਰਾਇਆ। ਜਦੋਂ ਮੇਰਾ ਰਾਜਨੀਤੀ ਕੈਰੀਅਰ ਦੇਖਿਆ ਵੀ ਮੈਂ, ਇਹਨਾਂ ਨੇ ਵੇਖਿਆ ਵੀ ਇਹ ਜੇ ਗਾਇਤਰੀ ਪ੍ਰਕਾਸ਼ ਸ਼ਰਮਾ ਜੀ ਜ਼ਿਲ੍ਹਾ ਪ੍ਰਧਾਨ ਰਹੇ ਤਾਂ ਇਹ 24 ਨੰਬਰ ਵਾਰਡ ਦੇ ਵਿੱਚੋਂ ਟਿਕਟ ਗਾਇਤਰੀ ਪ੍ਰਕਾਸ਼ ਜੀ ਮੁਕੇਸ਼ ਗਰਗ ਨੂੰ ਰਿਕਮੈਂਡ ਕਰਨਗੇ, ਕਿਉਂਕਿ ਪਾਰਟੀ ਦਾ ਇੱਕ ਪ੍ਰੋਟੋਕਾਲ ਹੈ ਵੀ ਜ਼ਿਲ੍ਹਾ ਅਧਿਕਸ਼ ਦੀ ਸਹਿਮਤੀ ਬਿਨਾਂ ਜਾਂ ਜ਼ਿਲ੍ਹਾ ਅਧਿਕਸ਼ ਜਦੋਂ ਤੱਕ ਪਾਰਟੀ ਦੇ ਉੱਪਰ ਨਾਮ ਪ੍ਰਮੋਟ ਕਰਕੇ ਨਹੀਂ ਭੇਜਦਾ ਉਦੋਂ ਤੱਕ ਪਾਰਟੀ ਉਹਨੂੰ ਟਿਕਟ ਨਹੀਂ ਦਿੰਦੀ, ਸਹਿਮਤੀ ਨਹੀਂ ਦਿੰਦਾ ਜਦੋਂ ਤੱਕ। ਤੇ ਇਹਨਾਂ ਨੇ ਉਸ ਦੇ ਸ਼ਾਇਦ ਪਹਿਲਾਂ ਤਾਂ ਸ਼੍ਰੀ ਗਾਇਤਰੀ ਪ੍ਰਕਾਸ਼ ਸ਼ਰਮਾ ਜੀ ਨੂੰ ਜ਼ਿਲ੍ਹਾ ਪ੍ਰਧਾਨਗੀ ਤੋਂ ਲਵਾਇਆ, ਫਿਰ ਉਹਨਾਂ ਨੇ ਮੈਨੂੰ ਲਵਾਇਆ। ਠੀਕ ਹੈ ਜੀ, ਜਦੋਂ ਮੈਨੂੰ ਲਵਾਇਆ ਤੇ ਬਤੌਰ ਮੈਂ ਉਸ ਤੋਂ ਬਾਅਦ 5 ਮਹੀਨੇ ਜੈਪਾਲ ਗਰਗ ਜੀ ਨਾਲ ਬਤੌਰ ਯੂਥ ਦਾ ਕੰਮ ਕੀਤਾ ਪ੍ਰਧਾਨ ਦਾ। ਮਤਲਬ ਕਿ ਉਹਨਾਂ ਨੂੰ ਗਾਇਤਰੀ ਜੀ ਨੂੰ ਵੀ ਲਾ ਦਿੱਤਾ ਸੀ, ਤੁਹਾਨੂੰ ਵੀ ਲਾਤਾ, ਤੁਸੀਂ ਫਿਰ ਵੀ ਜੈਪਾਲ ਜੀ ਗਰਗ ਨੇ ਕੰਮ ਕੀਤਾ? ਉਹਦਾ ਕਾਰਨ ਇਹ ਹੈ ਵੀ ਜਦੋਂ ਜ਼ਿਲ੍ਹਾ ਪ੍ਰਧਾਨ ਪਾਰਟੀ ਤੋਂ ਮਤਲਬ ਕਿ ਅਹੁਦੇ ਤੋਂ ਲੈ ਜੇ ਤੇ ਜ਼ਿਲ੍ਹਾ ਭੰਗ ਹੋ ਜਾਂਦਾ ਹੈ। ਨਵਾਂ ਜ਼ਿਲ੍ਹਾ ਪ੍ਰਧਾਨਗੀ ਦੇ ਤੌਰ ਤੇ ਜੈਪਾਲ ਗਰਗ ਜੀ ਆਏ, ਉਹਨਾਂ ਨਾਲ ਮੈਂ ਯੂਥ ਦੇ ਵਿੱਚ 5 ਮਹੀਨੇ ਕੰਮ ਕੀਤਾ। ਜਦੋਂ ਪਾਰਟੀ ਦੀ ਟਿਕਟ ਦੇਣ ਦੀ ਵਾਰੀ ਆਈ ਤੇ ਮੇਰੇ ਰਾਜਨੀਤਿਕ ਵਿਰੋਧੀਆਂ ਤੋਂ ਦੱਬ ਕੇ ਜਿਹੜੇ ਜੈਪਾਲ ਗਰਗ ਜੀ ਆ ਉਹਨਾਂ ਨੇ ਮੇਰੀ ਟਿਕਟ ਕੱਟ ਦਿੱਤੀ। ਅੱਛਾ, ਜੈਪਾਲ ਜੀ ਨੇ ਕੱਟ ਦਿੱਤੀ।
ਜਦੋਂ ਟਿਕਟ ਕੱਟੀ ਗਈ ਤੇ ਜਿਹੜੇ ਮੇਰੇ ਦੋਸਤ ਸੀ, ਸਾਥੀ ਸੀ ਜਾਂ ਮੇਰੇ ਮਹੱਲੇ ਦੇ ਲੋਕ ਸੀ, ਉਹਨਾਂ ਦੇ ਵਿੱਚ ਇੱਕ ਨਿਰਾਸ਼ਾ ਦਾ ਮਾਹੌਲ ਪੈਦਾ ਹੋ ਗਿਆ ਵੀ ਯਾਰ ਇਲੈਕਸ਼ਨ ਤੋਂ ਕਿੰਨੇ ਕੁ ਦਿਨ ਪਹਿਲਾਂ? ਇਹ ਇਲੈਕਸ਼ਨ ਤੋਂ 15 ਕੁ ਦਿਨ ਪਹਿਲਾਂ ਦੀ ਗੱਲ ਹੈ, MC ਇਲੈਕਸ਼ਨ 2017 ਤੋਂ 15 ਦਿਨ ਪਹਿਲਾਂ ਦੀ ਗੱਲ। ਜਦੋਂ ਮੇਰੇ ਦੋਸਤ ਮਿੱਤਰਾਂ ਦੇ ਵਿੱਚ, ਮੇਰੇ ਸਾਥੀਆਂ ਦੇ ਵਿੱਚ ਇੱਕ ਨਿਰਾਸ਼ਾ ਪੈਦਾ ਹੋਈ, ਫਿਰ ਮੇਰੀ ਇੱਕ ਘਰ ਇੱਕ ਮੀਟਿੰਗ ਹੋਈ। ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਯਾਰ ਤੂੰ ਮਤਲਬ ਕਿ ਇਲੈਕਸ਼ਨ ਲੜ, ਤੂੰ ਮਤਲਬ ਕਿ ਰਿਕਮੈਂਡ ਕਰਦਾ ਇਲੈਕਸ਼ਨ ਲੜਨ ਦਾ, ਤੂੰ ਪਾਰਟੀ ਲਈ ਇੰਨਾ ਕੰਮ ਕੀਤਾ, ਕੋਈ ਨਹੀਂ ਆਪਾਂ ਜਿੱਤ ਕੇ ਪਾਰਟੀ ਦੀ ਝੋਲੀ ਦੇ ਵਿੱਚ ਇਹ ਸੀਟ ਪਾਵਾਂਗੇ। ਨਿਰਾਸ਼ਾ ਦਾ ਸਾਹਮਣਾ ਮੈਨੂੰ ਤੁਹਾਡੇ ਨੇੜਲੇ ਸਾਥੀਆਂ ਨੇ ਤੁਹਾਨੂੰ ਇਹ ਗੱਲ ਕਹੀ? ਬਿਲਕੁਲ ਬਿਲਕੁਲ, ਉਹਨਾਂ ਨੇ ਮੈਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਵੀ ਜਿਹੜੇ ਵਿਅਕਤੀ ਨੇ ਇੱਕ ਦਿਨ ਵੀ ਪਾਰਟੀ ਲਈ ਕੰਮ ਨਹੀਂ ਕੀਤਾ, ਇੱਕ ਦਿਨ ਵੀ ਪਾਰਟੀ ਲਈ ਮੀਟਿੰਗ ਨਹੀਂ ਅਟੈਂਡ ਕੀਤੀ, ਇੱਕ ਦਿਨ ਵੀ ਪਾਰਟੀ ਦੀ ਕਿਸੇ ਮੀਟਿੰਗ 'ਚ ਨਹੀਂ ਗਿਆ, ਸਿਰਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਾਲ ਨੇੜਤਾ ਹੋਣ ਦੇ ਸੰਬੰਧ ਵਿੱਚ, ਉਹਨਾਂ ਦੇ ਨਜ਼ਦੀਕੀ ਹੋਣ ਦੇ ਸੰਬੰਧ ਵਿੱਚ ਪਾਰਟੀ ਨੇ ਉਹਨਾਂ ਨੂੰ ਟਿਕਟ ਰਿਕਮੈਂਡ ਕਰਤੀ। ਤੇ ਮੈਂ 5 ਸਾਲ ਪਾਰਟੀ ਲਈ ਤਨ ਮਨ ਧਨ ਨਾਲ ਕੰਮ ਕੀਤਾ, ਆਪਦਾ ਕਾਰੋਬਾਰ ਛੱਡ ਕੇ ਪਹਿਲਾਂ ਪਾਰਟੀ ਦੇ ਕੰਮ ਨੂੰ ਅਹਿਮੀਅਤ ਦਿੱਤੀ, ਬੂਥ ਲੈਵਲ ਤੱਕ, ਗਰਾਊਂਡ ਲੈਵਲ ਤੱਕ ਮਤਲਬ ਕਮੇਟੀਆਂ ਤਿਆਰ ਕਰਕੇ ਪਾਰਟੀ ਨੂੰ ਦਿੱਤੀਆਂ। ਮੈਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਇੱਥੇ 1.5 ਲੱਖ ਮਤਲਬ ਕਿ ਯੂਥ ਹੈ ਜਿਹੜਾ ਹੈਗਾ, ਮਤਲਬ ਕਿ ਸਾਰੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਆਪਾਂ ਗੱਲ ਕਰੀਏ, ਪੂਰੇ ਕੋਟਕਪੂਰਾ ਫਰੀਦਕੋਟ ਤੇ ਜੈਤੋ ਹਲਕੇ ਦੀ ਗੱਲ ਕਰੀਏ ਤੇ 1.5 ਲੱਖ ਦੇ ਕਰੀਬ ਯੂਥ ਦੀ ਵੋਟ ਹੈ। ਉਹਨਾਂ ਦੇ ਵਿੱਚ ਮੇਰਾ ਵੱਧ ਤੋਂ ਵੱਧ ਯੋਗਦਾਨ ਸੀ ਪਾਰਟੀ ਨੂੰ, ਯੂਥ ਨੂੰ ਜੋੜਿਆ ਜਾਵੇ, ਮੁੱਢਲੀ ਮੈਂਬਰਸ਼ਿਪ ਕੀਤੀ, ਰੀੜ ਦੀ ਹੱਡੀ ਕੀਤੀ ਤੇ ਸਾਰੀਆਂ ਸੇਵਾਵਾਂ ਦੇਖਦੇ ਹੋਏ ਪਾਰਟੀ ਨੇ ਮੈਨੂੰ ਰਿਕਮੈਂਡ ਕਰਦੇ ਸੀ। ਪਾਰਟੀ ਵੀ ਮੁਕੇਸ਼ ਟਿਕਟ ਦਾ ਦਾਅਵੇਦਾਰ ਹੈ, ਲੇਕਿਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀ ਨਜ਼ਦੀਕੀਆਂ ਭਾਰ ਉਹਨਾਂ ਲੋਕਾਂ ਦੇ ਹੋਣ ਦੇ ਬਾਵਜੂਦ ਮੇਰੀ ਟਿਕਟ ਕੱਟ ਦਿੱਤੀ ਗਈ। ਉਹਨਾਂ ਲੋਕਾਂ ਨੂੰ ਟਿਕਟ ਦਿੱਤੀ, ਇਸ ਟਿਕਟ ਦਿੱਤੀ ਫਿਰ ਭੂਸ਼ਣ ਮਿੱਤਲ ਜੀ ਹੈ ਵਾਰਡ ਨੰਬਰ 24 ਦੇ ਵਿੱਚ, ਉਹਨਾਂ ਨੂੰ ਟਿਕਟ ਦਿੱਤੀ ਗਈ। ਉਹਨਾਂ ਦੇ ਦਿੱਤੀ, ਤੁਹਾਨੂੰ ਟਿਕਟ ਨਹੀਂ ਫਿਰ ਦਿੱਤੀ? ਮੈਨੂੰ ਟਿਕਟ ਨਹੀਂ ਦਿੱਤੀ, ਮੈਂ ਆਜ਼ਾਦ ਚੋਣ ਲੜਿਆ। ਫਿਰ ਤੁਸੀਂ ਆਜ਼ਾਦ ਚੋਣ ਲੜੇ ਫਿਰ ਤੇ ਨੈਚੁਰਲੀ ਹੋ ਗਿਆ ਫਿਰ ਤਾਂ ਉਹਨਾਂ ਨੇ ਪਾਰਟੀ ਬਰਖਾਸਤ ਕਰਨਾ? ਹਾਂਜੀ, ਉਹਨਾਂ ਨੇ ਮੈਨੂੰ, ਜਦੋਂ ਮੈਂ ਚੋਣ ਲੜਿਆ ਤੇ ਮੈਨੂੰ 986 ਵੋਟਾਂ MC ਚੋਣਾਂ ਦੇ ਵਿੱਚ ਪਈਆਂ, ਮਾਤਰ 24 ਵੋਟਾਂ ਤੇ ਮੈਂ ਮਤਲਬ ਕਿ ਆਜ਼ਾਦ ਖੜਾ ਹੋਣ ਦੇ ਬਾਵਜੂਦ, ਜਿਹੜਾ 3 ਵਾਰੀ ਦਾ ਵਾਈਸ ਪ੍ਰੈਜ਼ੀਡੈਂਟ ਹੈ, ਪਾਰਟੀ ਦੇ ਚੋਣ ਨਿਸ਼ਾਨ ਤੋਂ ਨਿਸ਼ਾਨ ਲੜ ਰਿਹਾ, ਮਾਤਰ 24 ਵੋਟਾਂ ਤੋਂ ਮੈਂ ਹਾਰ ਮੈਨੂੰ ਹੋਈ। ਉਹ ਹਾਰ ਦਾ ਵੀ ਸਾਹਮਣਾ ਮੈਨੂੰ ਤਾਂ ਕਰਨਾ ਪਿਆ ਵੀ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਸੀ, ਉਹਦਾ ਸਾਰਾ ਜ਼ੋਰ 24 ਨੰਬਰ ਵਾਰਡ ਤੇ ਲੱਗਿਆ ਹੋਇਆ ਸੀ। ਇਸੇ ਕਾਰਨ ਉਹਨੇ ਭਾਜਪਾ ਦੀਆਂ ਸਾਰੀਆਂ ਸੀਟਾਂ, ਮਤਲਬ ਕਿ ਜ਼ਿਲ੍ਹੇ 'ਚੋਂ ਗੱਲ ਕਰੀਏ ਤਾਂ ਸਾਰੀ ਫਰੀਦਕੋਟ ਕੋਈ ਸੀਟ ਨਹੀਂ ਜਿੱਤ ਪਾਈ, ਪਾਰਟੀ ਜੈਤੋ ਕੋਈ ਸੀਟ ਨਹੀਂ ਜਿੱਤ ਪਾਈ, ਸਿਰਫ ਇੱਕ ਸਰੀਤਾ ਕਰਕੇ ਸੀਗੀ ਜਿਹੜੀ ਉਸ ਟਾਈਮ ਤੇ ਭਾਜਪਾ ਦੀ MC ਕੈਂਡੀਡੇਟ ਬਣੀ। ਇਹਨਾਂ ਨੇ ਸਾਰੀਆਂ ਸੀਟਾਂ ਮਤਲਬ ਕਿ ਜੈਪਾਲ ਗਰਗ ਜੀ ਨੇ ਉਹਨਾਂ ਟਾਈਮਾਂ ਤੇ ਹਰਾ ਲਈਆਂ। 17 ਫਿਰ ਕਿੰਨੀਆਂ ਸੀਟਾਂ ਆਈਆਂ ਬੀਜੇਪੀ ਨੂੰ ਨਗਰ ਕੌਂਸਲ? 17 ਦੇ ਵਿੱਚ 3 ਸੀਟਾਂ ਭਾਰਤੀ ਜਨਤਾ ਪਾਰਟੀ ਨੂੰ MC ਚੁਣਾਵ ਦੀਆਂ ਆਈਆਂ, ਇੱਕ ਸੁਨੀਤਾ ਗਰਗ ਨੂੰ, ਇੱਕ ਸ਼ੰਕਰ ਲੜਕਾ ਹੈਗਾ MC, ਇੱਕ ਉਹਨੂੰ ਤੇ ਇੱਕ ਭੂਸ਼ਣ ਮਿੱਤਲ ਨੂੰ। ਵਾਰਡ ਨੰਬਰ ਵਿੱਚ 24 ਤੇ 24 ਵੋਟਾਂ ਤੇ ਹਾਰ ਗਏ ਤੁਸੀਂ? ਹਾਂਜੀ, ਵਾਰਡ ਨੰਬਰ 24 ਦੇ ਵਿੱਚ 24 ਵੋਟਾਂ ਤੇ ਹਾਰਿਆ ਮੈਂ। ਜੇ ਪਾਰਟੀ ਦੀ ਮੈਨੂੰ ਟਿਕਟ ਹੁੰਦੀ ਤੇ ਘੱਟੋ ਘੱਟ ਮੈਂ 200 ਵੋਟ ਤੇ ਜਿੱਤ ਪ੍ਰਾਪਤ ਕਰਦਾ ਸੀ। ਨਿਕਲਦੀ ਸੀ ਤੁਹਾਡੀ? ਨਿਕਲਦੀ ਸੀ, ਬਿਲਕੁਲ ਨਿਕਲਦੀ ਸੀ। ਫਿਰ ਤੁਸੀਂ ਜਿਹੜੀ ਜਦੋਂ ਤੁਹਾਨੂੰ ਪਾਰਟੀ ਚੋਂ ਬਰਖਾਸਤ ਕਰ ਦਿੱਤਾ ਗਿਆ, ਫਿਰ ਕਿਹੜੀ ਪਾਰਟੀ ਜੁਆਇਨ ਕੀਤੀ? ਜਦੋਂ ਦੇਖੋ ਜੀ, ਮੈਂ ਪਾਰਟੀ ਦੇ ਵਿੱਚ ਮੈਨੂੰ ਬਰਖਾਸਤ ਕੀਤਾ ਤੇ ਸਰਦਾਰ ਮਨਤਾਰ ਸਿੰਘ ਜੀ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੀ। ਉਦੋਂ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਬਰਾੜ ਸਾਹਿਬ ਨੇ ਮੇਰਾ ਕੰਮ ਭਾਜਪਾ ਦੇ ਵਿੱਚ ਦੇਖਿਆ ਸੀਗਾ, ਉਹਨਾਂ ਨੂੰ ਪਤਾ ਸੀ ਵੀ ਮੁੰਡਾ ਬਹੁਤ ਜ਼ਿਆਦਾ ਮਿਹਨਤੀ ਹੈ। ਬਰਾੜ ਸਾਹਿਬ ਦੇ ਨਜ਼ਦੀਕੀਆਂ ਨੇ ਮੇਰੇ ਨਾਲ ਸੰਪਰਕ ਕੀਤਾ, ਉਹਨਾਂ ਨੇ ਕਿਹਾ ਵੀ ਤੁਸੀਂ ਅਕਾਲੀ ਦਲ ਜੁਆਇਨ ਕਰੋ, ਅਕਾਲੀ ਦਲ ਵਿੱਚ ਤੁਹਾਨੂੰ ਵਧੀਆ ਮਾਨ ਸਨਮਾਨ ਦਿੱਤਾ ਜਾਊਗਾ। ਨਾਲੇ ਅਕਾਲੀ ਦਲ ਤੇ ਭਾਜਪਾ ਦਾ ਕਿਹੜਾ ਕੋਈ ਮਤਲਬ ਕਿ ਉਹ ਹੈ, ਅਕਾਲੀ ਦਲ ਤੇ ਭਾਜਪਾ ਦਾ ਇੱਕੋ ਹੀ ਹੈ ਵੀ ਭਾਜਪਾ 'ਚ ਤੁਸੀਂ ਅਕਾਲੀ ਦਲ 'ਚ ਇੱਕੋ ਹੀ ਗੱਲ ਹੈ ਵੀ ਕੋਈ ਮਤਲਬ ਕਿ ਹੋਣੀ ਵੀ ਤੁਸੀਂ ਭਾਜਪਾ ਤੋਂ ਅਕਾਲੀ ਦਲ 'ਚ ਆਏ। ਨਾ ਹੀ ਮੈਂ ਭਾਜਪਾ ਛੱਡੀ, ਭਾਜਪਾ ਤੋਂ ਉਹਨਾਂ ਨੇ ਮੈਨੂੰ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰਤਾ। ਮੈਨੂੰ ਇਹ ਅਨੁਸ਼ਾਸਨ ਦਿੱਤਾ ਗਿਆ ਵੀ ਭਾਜਪਾ ਅਕਾਲੀ ਦਲ ਇੱਕ ਹੈ, ਤੁਸੀਂ ਅਕਾਲੀ ਦਲ ਦੇ ਵਿੱਚ ਕੰਮ ਕਰੋ, ਵਧੀਆ ਵਰਕ ਕਰੋ। ਤੇ ਮੈਨੂੰ ਬਤੌਰ ਮਾਲਵਾ ਜ਼ੋਨ ਦਾ ਸੀਨੀਅਰ ਮੀਤ ਪ੍ਰਧਾਨ ਬਣਾ ਕੇ ਤੇ ਮੈਨੂੰ ਪਾਰਟੀ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਉਹਦਾ ਤੁਸੀਂ ਡਿਮਾਂਡ ਕੀਤਾ ਤੁਹਾਨੂੰ, ਮਤਲਬ ਕਿ ਉਹਨਾਂ ਨੇ? ਨਹੀਂ, ਬਿਲਕੁਲ ਡਿਮਾਂਡ ਨਹੀਂ ਕੀਤਾ। ਉਹ ਮੈਨੂੰ ਜ਼ਿਲ੍ਹਾ ਪ੍ਰਧਾਨ ਯੂਥ ਸ਼ਹਿਰੀ ਲਾਉਂਦੇ ਸੀਗੇ। ਯੂਥ ਹੀ ਤੁਹਾਡੀ ਜ਼ਿਆਦਾ ਪਹੁੰਚ ਹੋਣ ਕਰਕੇ ਤੁਹਾਨੂੰ ਯੂਥ ਦਾ ਅਹੁਦਾ ਦਿੱਤਾ ਗਿਆ। ਯੂਥ ਦੇ ਮੈਨੂੰ ਡਿਸਟ੍ਰਿਕਟ ਪ੍ਰੈਜ਼ੀਡੈਂਟ ਲਾਉਂਦੇ ਸੀ ਸ਼ਹਿਰ ਦਾ ਵਿੱਚ, ਸ਼ਹਿਰੀ ਵਿੱਚ। ਤੇ ਫਿਰ ਉੱਥੇ ਪਾਰਟੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਨਹੀਂ, ਇਹ ਮੁੰਡਾ ਬਹੁਤ ਮਿਹਨਤੀ ਹੈ, ਇਹਨਾਂ ਨੂੰ ਪੰਜਾਬ ਲੈਵਲ ਦਾ ਅਹੁਦਾ ਦਿੱਤਾ ਜਾਵੇ। ਤੇ ਉਹਨਾਂ ਨੇ ਪੰਜਾਬ ਲੈਵਲ ਦਾ ਅਹੁਦਾ ਦੇ ਕੇ ਮੈਨੂੰ ਨਵਾਜਿਆ। ਪੰਜਾਬ ਲੈਵਲ 'ਚ ਕੀ ਲਾਇਆ ਤੁਹਾਨੂੰ? ਮੈਨੂੰ ਮਾਲਵਾ ਦਾ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਲਾਇਆ ਜੀ। ਮਾਲਵਾ ਜ਼ੋਨ ਦਾ ਸੀਨੀਅਰ ਯੂਥ ਪ੍ਰਧਾਨ ਲਗਾਇਆ ਗਿਆ। ਤੁਸੀਂ ਉਹਦੀ ਫਿਰ ਮੈਂਬਰਸ਼ਿਪ ਵਧਾਈ? ਹਾਂਜੀ, ਮੈਂ ਪਾਰਟੀ ਲਈ 4.5 ਸਾਲ ਬਤੌਰ ਕੰਮ ਕੀਤਾ ਅਕਾਲੀ ਦਲ ਦੇ ਵਿੱਚ ਆ ਕੇ। ਇਸ ਗੱਲ ਦੇ ਸਰਕਾਰ ਬਦਲ ਗਈ, ਫਿਰ ਕਾਂਗਰਸ ਦੀ ਆ ਗਈ ਸੀ? ਨਹੀਂ, ਉਹਦਾ ਕਾਰਨ ਇਹ ਹੈ ਜੀ, ਜਦੋਂ 4.5 ਸਾਲ ਮੈਂ ਅਕਾਲੀ ਦਲ ਦੇ ਵਿੱਚ ਕੰਮ ਕੀਤਾ ਤੇ ਜਦੋਂ ਉਸ ਟਾਈਮ ਭਾਜਪਾ ਤੇ ਅਕਾਲੀ ਦਲ ਦਾ ਗੱਠਜੋੜ ਟੁੱਟ ਗਿਆ ਸੀਗਾ। ਜਦੋਂ ਗੱਠਜੋੜ ਟੁੱਟਿਆ ਤੇ ਸਾਰੀਆਂ ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਨੇ MC ਦੇ ਚੁਣਾਵ ਲਈ ਆਪਦੇ ਬੰਦੇ ਖੜੇ ਕਰਨੇ ਸੀ ਤੇ 24 ਨੰਬਰ ਵਾਰਡ ਲਈ ਮੈਂ ਰਿਕਮੈਂਡ ਕਰਦਾ ਸੀ। ਮੈਂ ਆਪਦੀ ਐਪਲੀਕੇਸ਼ਨ ਵੀ ਦਿੱਤੀ ਸੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜੀ ਨੂੰ ਵੀ ਮੈਂ 24 ਨੰਬਰ ਵਾਰਡ ਦੇ ਵਿੱਚੋਂ ਇਲੈਕਸ਼ਨ ਲੜਨਾ ਹੈ। ਤਕਰੀਬਨ ਸਾਰੀਆਂ ਸੀਟਾਂ ਦਾ ਉਹਨਾਂ ਨੇ ਐਲਾਨ ਕਰਤਾ ਸੀ, ਸਿਰਫ 24 ਨੰਬਰ ਵਾਰਡ ਹੀ ਰਹਿ ਗਿਆ ਸੀਗਾ ਵੀ ਜਿੰਦਾ ਉਹਨਾਂ ਨੇ ਐਲਾਨ ਨਹੀਂ ਕੀਤਾ ਸੀਗਾ। ਇੱਕ ਹੀ ਸੀਟ ਛੱਡਤੀ ਸੀਗੀ ਤੇ ਮੈਨੂੰ ਉਹਨਾਂ ਨੇ ਕਿਹਾ ਸੀਗਾ ਵੀ ਤੂੰ ਤਿਆਰੀ ਕਰ ਕਾਕਾ, ਵੀ ਅਸੀਂ ਤੈਨੂੰ ਟਿਕਟ ਦੇਵਾਂਗੇ। ਤੇ ਮੈਂ ਆਪਣੀ ਤਿਆਰੀ ਕਰਦਾ ਰਿਹਾ ਪੁਰਜੋਰ, ਪਰ
ਮਨਤਾਰ ਸਿੰਘ ਬਰਾੜ ਜੀ ਨੇ ਗੱਲ ਕੀਤੀ। ਇਹ ਮਨਤਾਰ ਸਿੰਘ ਬਰਾੜ ਜੀ ਨੇ ਗੱਲ ਕਹੀ, ਅੱਛਾ। ਪਰ ਉੱਥੇ ਕਾਰਨ ਇਹ ਜਿਹੇ ਬਣੇ ਵੀ ਇੱਕ ਧੜਾ ਭੂਸ਼ਣ ਮਿੱਤਲ ਦੇ ਹੱਕ ਦੇ ਵਿੱਚ ਖੜਾ ਸੀਗਾ ਵਾਰਡ ਨੰਬਰ 24 ਦੇ ਵਿੱਚ। ਹਾਲਾਂਕਿ ਭੂਸ਼ਣ ਮਿੱਤਲ ਜੀ ਅਕਾਲੀ ਦਲ ਦੇ ਨਾਲ ਉਦੋਂ ਸੰਬੰਧ ਨਹੀਂ ਰੱਖਦੇ ਸੀਗੇ, ਭਾਜਪਾ ਦੇ ਸੀਗੇ। ਤੇ ਮੈਨੂੰ ਉੱਥੇ ਬਰਾੜ ਸਾਹਿਬ ਨੇ ਇਹ ਗੱਲ ਕਹੀ ਗਈ ਵੀ ਮੁਕੇਸ਼ ਗਰਗ ਵੀ ਯਾਰ 2 ਬੰਦੇ ਆਜ਼ਾਦ ਜਿਹੜੇ ਆ ਤੁਹਾਡੇ ਵਾਰਡ ਦੇ ਵਿੱਚ ਹੋਰ ਅਕਾਲੀ ਦਲ ਦੇ ਆ ਜਿਹੜੇ ਵੀ ਚੁਣਾਵ ਲੜਨਾ ਚਾਹੁੰਦੇ ਆ ਅਕਾਲੀ ਦਲ ਦੀ ਟਿਕਟ ਤੋਂ। ਮੈਂ ਕਿਹਾ ਜੀ ਬਰਾੜ ਸਾਹਿਬ ਕੋਈ ਗੱਲ ਨਹੀਂ, ਵੀ ਜਿਹੜੇ ਬੰਦੇ ਵੀ ਜਿਨ੍ਹਾਂ ਨੇ ਵੀ ਤੁਹਾਨੂੰ ਐਪਲੀਕੇਸ਼ਨ ਦਿੱਤੀ ਹੈ ਤੁਸੀਂ ਉਹਨਾਂ ਦੇ ਤਿੰਨਾਂ ਦੇ ਵਿੱਚੋਂ ਦੇਖੋ ਵੀ ਕਿਹੜਾ ਬੰਦਾ ਤੁਹਾਨੂੰ ਸਹੀ ਲੱਗਦਾ ਉਹਨੂੰ ਟਿਕਟ ਦੇ ਦਿਓ। ਠੀਕ ਹੈ ਜੀ। ਜਦੋਂ ਆਪ ਹੀ ਕਹਿਤੀ ਗੱਲ ਹੈ, ਜਦੋਂ ਮੈਂ ਆਪ ਕਹੀ, ਮਾਤਰ 1 ਹਫ਼ਤਾ ਰਹਿ ਗਿਆ, ਪਾਰਟੀ ਨੇ ਕੋਈ ਵੀ ਨਾਮ ਮਤਲਬ ਕਿ ਡਿਕਲੇਅਰ ਨਹੀਂ ਕੀਤਾ ਵੀ ਅਕਾਲੀ ਦਲ ਦਾ ਕਿਹੜਾ ਨੁਮਾਇੰਦਾ 24 ਨੰਬਰ ਵਾਰਡ ਦੇ ਵਿੱਚੋਂ ਇਲੈਕਸ਼ਨ ਲੜੂਗਾ। ਤੇ ਅਕਾਲੀ ਦਲ ਦੇ ਵਿੱਚ ਜਿਹੜੇ ਬਰਾੜ ਸਾਹਿਬ ਦੇ ਬਹੁਤ ਨਜ਼ਦੀਕੀ ਸੀ, ਮੇਰੇ ਵੀ ਨਜ਼ਦੀਕੀ ਸੀ, ਉਹਨਾਂ ਨੇ ਮੈਨੂੰ ਇਹ ਗੱਲ ਕਹੀ, ਕਹਿੰਦੇ ਮੁਕੇਸ਼ ਵੀ ਤੂੰ, ਮੈਂ ਉਹਨਾਂ ਨੂੰ ਪੁੱਛਿਆ ਵੀ ਮੈਂ ਕਿਹਾ ਜੀ ਦੱਸੋ ਜੇ ਚੁਣਾਵ ਲੜਨਾ ਤਾਂ ਮੈਨੂੰ ਦੱਸੋ, ਨਹੀਂ ਤਾਂ ਮੇਰੀ ਭਾਂਜੀ ਦੀ ਮੈਰਿਜ ਹੈ ਦਿੱਲੀ, ਮੈਂ ਉੱਥੇ ਜਾਵਾਂ, 1 ਹਫ਼ਤਾ ਰਹਿ ਗਿਆ, ਮੈਂ ਤਿਆਰੀ ਵੀ ਕਰਨੀ ਹੈ। ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਬਰਾੜ ਸਾਹਿਬ ਨੂੰ ਕਹੋ ਵੀ ਬਰਾੜ ਸਾਹਿਬ ਜਾਂ ਤਾਂ ਮੈਨੂੰ ਤੁਸੀਂ ਮੇਰਾ ਨਾਮ ਡਿਕਲੇਅਰ ਕਰੋ ਤੇ ਜਾਂ ਜਿੱਤਨੂੰ ਤੁਸੀਂ ਚੋਣ ਲੜਾਉਣਾ ਚਾਹੁੰਦੇ ਹੋ ਉਹਨੂੰ ਚੋਣ ਲਹਿਰਾ ਦਿਓ। ਮੈਂ ਆਪਦਾ ਨਜ਼ਦੀਕੀ ਹੋਣ ਦੇ ਕਾਰਨ ਉਹਨਾਂ ਦੀ ਭਾਵਨਾਵਾਂ ਦੇ ਵਿੱਚ ਆ ਕੇ ਮੈਂ ਬਰਾੜ ਸਾਹਿਬ ਕੋਲ ਗਿਆ, ਬਰਾੜ ਸਾਹਿਬ ਦੀ ਕੋਠੀ ਗਿਆ, ਬਰਾੜ ਸਾਹਿਬ ਬੈਠੇ ਸੀ। ਮੈਂ ਉਹਨਾਂ ਨੂੰ ਕਿਹਾ ਬਰਾੜ ਸਾਹਿਬ ਦੇਖੋ ਵੀ ਮੇਰੀ ਐਂ ਕਰਕੇ ਜੀ ਭਾਂਜੀ ਦੀ ਮੈਰਿਜ ਹੈਗੀ ਹੈ, ਜੇ ਤਾਂ ਤੁਸੀਂ ਮੈਨੂੰ ਚੁਣਾਵ ਲੜਾਉਣਾ ਚਾਹੁੰਦੇ ਹੋ ਤਾਂ ਮੈਨੂੰ ਡਿਕਲੇਅਰ ਕਰੋ, ਨਹੀਂ ਤਾਂ ਮੈਂ ਆਪਦੀ ਉੱਥੇ ਮੈਰਿਜ 'ਤੇ ਜਾਵਾਂ ਤੇ ਆਪਦਾ ਮੈਂ ਉੱਥੇ ਵਿਆਹ ਦਾ ਕੰਮ ਦੇਖਾਂ। ਤੇ ਬਰਾੜ ਸਾਹਿਬ ਨੇ ਕਿਹਾ ਠੀਕ ਹੈ ਜੀ ਓਕੇ। ਜਦੋਂ ਮੈਂ ਰਾਤ ਘਰੇ ਆਇਆ ਤੇ ਰਾਤ ਮੈਂ ਮਤਲਬ 10 ਕੁ ਵਜੇ ਦਾ ਟਾਈਮ ਸੀ, ਮੈਂ ਸੋਚਿਆ ਯਾਰ ਮੈਂ ਕਿਹਾ ਜਦੋਂ ਮੁਕੇਸ਼ ਤੂੰ ਜਵਾਬ ਦੇ ਕੇ ਆਇਆ ਵੀ ਮੈਂ ਨਹੀਂ ਇਲੈਕਸ਼ਨ ਲੜਨਾ, ਵੀ ਬਰਾੜ ਸਾਹਿਬ ਜਾਂ ਤਾਂ ਮੈਨੂੰ ਡਿਕਲੇਅਰ ਕਰ ਦਿਓ। ਉਹਨਾਂ ਨੇ ਕੁਛ ਕੋਈ ਜਵਾਬ ਨਹੀਂ ਦਿੱਤਾ। ਉਹੀ ਮੈਂ ਤੁਹਾਡੇ ਉਸੇ ਗੱਲ ਤੇ ਆ ਰਿਹਾ ਵੀ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਜਾਂ ਤਾਂ ਮੈਨੂੰ ਡਿਕਲੇਅਰ ਕਰ ਦਿਓ ਵੀ ਤੂੰ ਇਲੈਕਸ਼ਨ ਲੜਨਾ ਕਾਕਾ, ਜੇ ਤੁਸੀਂ ਨਹੀਂ ਡਿਕਲੇਅਰ ਕਰਨਾ ਤਾਂ ਮੈਨੂੰ ਜਵਾਬ ਦੇ ਦਿਓ, ਮੈਂ ਆਪਦੇ ਵਿਆਹ ਵਾਲੀ ਤਿਆਰੀ ਤੇ ਲੱਗਾ। ਤੇ ਜਦੋਂ ਮੈਂ ਉਹਨਾਂ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ ਤੇ ਮੈਂ ਰਾਤ ਨੂੰ ਆ ਕੇ ਸੋਚਿਆ ਵੀ ਇਹ ਗੱਲ ਮੁਕੇਸ਼ ਤੇਰੇ ਤੋਂ ਘਵਾਈ ਗਈ ਹੈ, ਵੀ ਤੂੰ ਕਹੀ ਨਹੀਂ ਜਾ ਕੇ ਵੀ ਬਰਾੜ ਸਾਹਿਬ ਨੂੰ ਤੁਸੀਂ ਜਾ ਕੇ ਕਹੋ ਵੀ ਜਾਂ ਤਾਂ ਮੈਨੂੰ ਡਿਕਲੇਅਰ ਕਰ ਦਿਓ ਤੇ ਜਾਂ ਮਤਲਬ ਕਿ ਤੁਸੀਂ ਜਿਹਨੂੰ ਮਰਜ਼ੀ ਚੁਣਾਵ ਲੜਾ ਦਿਓ। ਕਹਿੰਦੇ ਉਹ ਪ੍ਰੀ ਪਲਾਨਡ ਸੀ ਸਿਸਟਮ, ਪ੍ਰੀ ਪਲਾਨਡ, ਬਿਲਕੁਲ ਪ੍ਰੀ ਪਲਾਨਡ ਸਿਸਟਮ ਸੀਗਾ ਜੀ। ਅਸਲ 'ਚ ਬਰਾੜ ਸਾਹਿਬ ਚਾਹੁੰਦੇ ਹੀ ਨਹੀਂ ਸੀਗੇ ਕਿ ਵਾਰਡ ਨੰਬਰ 24 ਦੇ ਵਿੱਚ ਅਕਾਲੀ ਦਲ ਦਾ ਕੋਈ ਕੈਂਡੀਡੇਟ ਖੜੇ, ਵਰਨਾ ਵਾਰਡ ਨੰਬਰ 24 ਦੇ ਵਿੱਚ 10-12 ਪਰਿਵਾਰ ਐਸੇ ਹੈ ਜਿਹੜੇ ਮੁੜ ਤੋਂ ਅਕਾਲੀ ਦਲ ਨਾਲ ਜੁੜੇ ਆ। ਬਰਾੜ ਸਾਹਿਬ ਜਿਹਨੂੰ ਮਰਜ਼ੀ ਇਸ਼ਾਰਾ ਕਰ ਦੇਣ ਉਹੀ ਅਕਾਲੀ ਦਲ ਦੇ ਲਈ ਮਤਲਬ ਕਿ ਉੱਥੇ ਖੜ ਸਕਦਾ ਚੁਣਾਵ ਲੜਨ ਲਈ। ਤੇ ਜਦੋਂ ਉਹਨਾਂ ਨੇ ਨਹੀਂ ਕਿਸੇ ਅਕਾਲੀ ਦਲ ਦਾ ਬੰਦਾ ਨਹੀਂ ਖੜਾ ਕੀਤਾ ਤੇ ਉਹ ਸਿੱਧੇ ਤੌਰ ਤੇ ਸਮਰਥਨ ਭੂਸ਼ਣ ਮਿੱਤਲ ਜਿਹੜੇ ਕਿ ਵਾਰਡ ਨੰਬਰ 24 ਤੋਂ ਐਮਸੀ ਹਾਰ ਚੁੱਕੇ ਨੇ ਉਹਨਾਂ ਦਾ ਸਮਰਥਨ ਕੀਤਾ। ਤੇ ਇੱਥੇ ਇਹ ਵੀ ਗੱਲ ਕਹਿਣੀ ਪਊਗੀ ਵੀ ਉਦੋਂ ਉਹਨਾਂ ਟਾਈਮਾਂ ਤੇ ਅਕਾਲੀ ਦਲ ਕਹਿੰਦੀ ਸੀ ਵੀ ਅਸੀਂ ਭਾਜਪਾ ਦੇ ਉਲਟ ਆਈ, ਇਹ ਕਿਸਾਨ ਵਿਰੋਧੀ ਪਾਰਟੀ ਹੈ। ਜੇ ਕਿਸਾਨ ਵਿਰੋਧੀ ਪਾਰਟੀ ਸੀ ਤੇ ਆਪਣੇ ਬਰਾੜ ਸਾਹਿਬ ਨੇ, ਮੈਂ ਪੁੱਛਣਾ ਚਾਹੁੰਦਾ ਬਰਾੜ ਸਾਹਿਬ ਨੂੰ, ਤੁਸੀਂ ਭੂਸ਼ਣ ਦੀ ਮਦਦ ਕਿਉਂ ਕੀਤੀ ਜਾਂ ਵਾਰਡ ਨੰਬਰ 14 ਦੇ ਵਿੱਚ ਜਿਹੜੇ ਹੈਗੇ ਆ ਕੌਂਸਲਰ ਉਹਨਾਂ ਦੀ ਮਦਦ ਕਿਉਂ ਕੀਤੀ? ਉਹ ਤਾਂ ਭਾਜਪਾ ਨਾਲ ਸੰਬੰਧ ਰੱਖਦੇ ਆ ਨਾ। ਤੇ ਸਿੱਧੇ ਤੌਰ ਤੇ ਇਹਨਾਂ ਨੇ ਮਤਲਬ ਕਿ ਭਾਜਪਾ ਦੇ ਕੈਂਡੀਡੇਟਾਂ ਦੀ ਮਤਲਬ ਕਿ ਜਿਹੜੇ ਭਾਜਪਾ ਦੇ ਵਰਕਰ ਆ ਉਹਨਾਂ ਦੀ ਮਦਦ ਕੀਤੀ ਤੇ ਅਕਾਲੀ ਦਲ ਦੇ ਹੋਣ ਦੇ ਬਾਵਜੂਦ ਉਧਰ ਕਿਸਾਨ ਅੰਦੋਲਨ ਚੱਲ ਰਿਹਾ ਸੀ, ਉਧਰ ਕਿਸਾਨ ਅੰਦੋਲਨ ਚੱਲ ਰਿਹਾ ਸੀ ਤੇ ਇੱਥੇ ਇਹ ਭਾਜਪਾ ਦੇ ਕੈਂਡੀਡੇਟਾਂ ਦੀ ਮਦਦ ਕਰ ਰਹੇ ਸੀ। ਫਿਰ ਤੁਸੀਂ ਉਸ ਤੋਂ ਬਾਅਦ ਕੀ ਕੀਤਾ ਕਿ ਅਕਾਲੀ ਦਲ ਨੂੰ ਅਲਵਿਦਾ ਕਰਤਾ? ਨਹੀਂ ਜੀ, ਮੈਂ ਅਕਾਲੀ ਦਲ ਨੂੰ ਅਲਵਿਦਾ ਨਹੀਂ ਕੀਤਾਗਾ। ਉਸ ਦੌਰਾਨ ਕੀ ਹੋਇਆ ਵੀ ਜਦੋਂ ਮੈਂ ਚੰਚਲ ਕੁਮਾਰ ਜੀ ਮੇਰੇ ਕੋਲੇ ਆਏ, ਉਹਨਾਂ ਨੇ ਮੈਨੂੰ ਇਹ ਹਵਾਲਾ ਦਿੱਤਾ ਵੀ 2017 ਦੇ ਵਿੱਚ ਮੁਕੇਸ਼ ਜਦੋਂ ਤੂੰ ਇਲੈਕਸ਼ਨ ਲੜਿਆ ਸੀ ਐਮਸੀ ਦਾ, ਅਸੀਂ ਤੇਰੀ ਮਦਦ ਕੀਤੀ ਸੀ, ਐਤਕੀ ਤੂੰ ਮਤਲਬ ਕਿ ਆਪ ਇਲੈਕਸ਼ਨ ਨਹੀਂ ਲੜ ਰਿਹਾ, ਜਦੋਂ ਤੱਕ ਤੂੰ ਕੋਟਕਪੁਰੇ ਵਿੱਚ ਹਾਜ਼ਰ ਹੈਗਾ, ਜਦੋਂ ਤੱਕ ਤੂੰ ਮੈਰਿਜ 'ਚ ਨਹੀਂ ਜਾਣਾ, ਤੂੰ ਸਾਡਾ ਸਾਥ ਦੇ। ਐਮਸੀ ਦਾ ਜਿਹੜਾ ਇਲੈਕਸ਼ਨ ਹੁੰਦਾ ਹੈ, ਦੇਖੋ ਉਹ ਭਰੱਪੇਦਾਰੀ ਦਾ ਇਲੈਕਸ਼ਨ ਹੁੰਦਾ, ਬੰਦਾ ਇਹਦੇ ਦੇ ਭਰੱਪੇਦਾਰੀ ਕਰਕੇ ਇੱਕ ਦੂਜੇ ਦੀ ਮਦਦ ਕਰਦਾ। ਮੈਂ ਆਪਦੀ ਸਮਰਥਨ ਚੰਚਲ ਨੂੰ ਦਿੱਤਾ, ਮੈਂ ਫਲੈਕਸ ਵੀ ਲਾਏ। ਫਲੈਕਸ ਦੇ ਵਿੱਚ ਮੈਂ ਕਿਤੇ ਨਹੀਂ ਲਿਖਿਆ ਵੀ ਕਾਂਗਰਸ ਨੂੰ ਵੋਟ ਪਾਓ ਜਾਂ ਪੰਜੇ ਨੂੰ ਵੋਟ ਪਾਓ, ਮੈਂ ਸਿਰਫ ਲਿਖਿਆ ਵੀ ਚੰਚਲ ਕੁਮਾਰ ਮਹਿੰਦੀ ਰੱਤੇ ਨੂੰ ਵੋਟ ਪਾਓ, ਇਹ ਆਪਣੇ ਵਾਰਡ ਦਾ ਵਿਕਾਸ ਸਹੀ ਕਰ ਸਕਦਾ ਬੰਦਾ। ਜਦੋਂ ਚੰਚਲ ਕੁਮਾਰ ਦੀ ਮਦਦ ਮੈਂ ਇਸ਼ਾਰਾ ਤਾਂ ਕਾਂਗਰਸ ਵਾਲੀ ਹੋ ਗਿਆ ਨਾ, ਚਲੋ ਜੋ ਵੀ ਤੁਸੀਂ ਜੋ ਵੀ ਤੁਹਾਨੂੰ ਠੀਕ ਲੱਗੇ। ਜਦੋਂ ਮੈਂ ਉਹਨਾਂ ਦੀ ਮਦਦ ਕੀਤੀ ਤੇ ਉਹਨਾਂ ਦਾ ਇਲੈਕਸ਼ਨ, ਚੰਚਲ ਜੀ ਦਾ ਇਲੈਕਸ਼ਨ ਮੈਂ ਲੜਿਆ ਜੀ ਜਿਵੇਂ ਮੈਂ ਖੁਦ ਆਪਦਾ ਇਲੈਕਸ਼ਨ ਲੜ ਰਿਹਾ। ਸ਼੍ਰੀ ਕਾਲਾ ਰਾਮ ਜੀ ਦੇ ਬੇਟਾ ਜੀ ਨੇ ਨਗਰ ਕੌਂਸਲ ਪ੍ਰਧਾਨ ਰਹੇ ਨੇ। ਬਿਲਕੁਲ ਕਾਲਾ ਰਾਮ ਜੀ ਦੇ ਪਿਤਾ ਨੇ, ਉਹਨਾਂ ਦੀ ਮਦਦ ਕੀਤੀ। ਉਹ ਇਲੈਕਸ਼ਨ ਜਿੱਤੇ। ਇਲੈਕਸ਼ਨ ਜਿੱਤ ਕੇ ਜਿਹੜੇ ਮੇਰੇ ਵਿਰੋਧੀ ਸੀ ਉਹਨਾਂ ਨੂੰ ਇਹ ਹਾਰ ਬਰਦਾਸ਼ਤ ਨਹੀਂ ਹੋਈ। ਜਦੋਂ ਉਹਨਾਂ ਨੂੰ ਇਹ ਹਾਰ ਬਰਦਾਸ਼ਤ ਨਹੀਂ ਹੋਈ, ਜਿੱਦਣ ਰਿਜ਼ਲਟ ਆਉਂਦਾ, ਮੈਂ ਦਿੱਲੀ ਆਪਦੀ ਮੈਰਿਜ 'ਚ ਸੀ ਭਾਂਜੀ ਦੇ, ਇਹ ਰਾਤ ਨੂੰ 17-18 ਦੀ ਦਰਮਿਆਨੀ ਰਾਤ ਨੂੰ ਮੇਰੇ ਗੋਦਾਮ ਦੇ ਵਿੱਚ ਆਉਂਦੇ ਹਨ ਤੇ ਮੇਰੀ ਕਾਰ ਨੂੰ ਅੱਗ ਲਾ ਦਿੰਦੇ ਹਨ। ਉਹਨਾਂ ਨੂੰ ਜਦੋਂ ਹਾਰ ਦਾ ਨਹੀਂ ਸਾਹਮਣਾ ਉਹਨਾਂ ਤੋਂ ਹੋਇਆ ਤੇ ਜਦੋਂ ਉਹਨਾਂ ਦਾ ਸਾਹਮਣਾ ਨਹੀਂ ਹੋਇਆ ਹਾਰ ਦਾ ਤੇ ਉਹਨਾਂ 'ਤੇ ਪਰਚਾ ਦਰਜ ਹੋ ਜਾਂਦਾ ਹੈ। ਜਦੋਂ ਉਹਨਾਂ ਦੇ ਦੋਸ਼ੀਆਂ ਦੇ ਮੇਰਿਆਂ ਦੇ ਪਰਚਾ ਦਰਜ ਹੋ ਜਾਂਦਾ, ਉਹ ਬਰਾੜ ਸਾਹਿਬ ਕੋਲ 20-25 ਬੰਦੇ ਵਾਰਡ ਦੇ ਲੈ ਕੇ ਜਾਂਦੇ ਹਨ ਤੇ ਉੱਥੇ ਇਹ ਗੱਲ ਕਹਿੰਦੇ ਹਨ, ਬਰਾੜ ਸਾਹਿਬ ਜਾਂ ਤਾਂ ਮੁਕੇਸ਼ ਗਰਗ ਨੂੰ ਰੱਖ ਲਓ ਤੇ ਜਾਂ ਮੈਨੂੰ ਰੱਖ ਲਓ। ਪਰਚਾ ਹੋਣ ਤੋਂ ਬਰਾੜ ਸਾਹਿਬ ਨੇ ਮੇਰਾ ਬਿਨਾਂ ਪੱਖ ਸੁਣਿਆ, ਬਿਨਾਂ ਮੈਨੂੰ ਕਾਰਨ ਦੱਸੋ ਨੋਟਿਸ ਤੋਂ ਬਿਨਾਂ ਮੈਨੂੰ ਮੁੱਢਲੀ ਮੈਂਬਰਸ਼ਿਪ ਤੋਂ
ਬਰਖਾਸਤ ਕਰਤਾ, ਇਹ ਗੱਲ ਕਹਿ ਕੇ ਵੀ ਅਕਾਲੀ ਦਲ ਤੋਂ ਤੁਹਾਨੂੰ ਬਰਖਾਸਤ ਕਰਦੇ ਆ। ਇਹ ਗੱਲ ਮੈਨੂੰ ਕਿਸੇ ਮੀਡੀਆ ਭਾਈਚਾਰੇ ਪੱਤਰਕਾਰ ਤੋਂ ਮਿਲੀ ਵੀ ਤੁਹਾਨੂੰ ਅਕਾਲੀ ਦਲ ਦੀ ਮੰਡਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਗਿਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ। ਮੈਂ ਉਹਨਾਂ ਨੂੰ ਇਹ ਸਵਾਲ ਕੀਤਾ ਵੀ ਮੈਨੂੰ ਕਿਉਂ ਬਰਖਾਸਤ ਕੀਤਾ ਗਿਆ। ਉੱਥੇ ਉਹਨਾਂ ਨੇ ਕਿਹਾ ਵੀ ਬਰਾੜ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਮੈਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ, ਵੀ ਪਾਰਟੀ ਦੇ ਪ੍ਰਤੀ ਵਿਰੋਧੀ ਗਤੀਵਿਧੀਆਂ ਕਰਕੇ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਗੇਂਸਟ ਗਤੀਵਿਧੀਆਂ ਕਾਰਨ ਤੁਹਾਨੂੰ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ ਜਾਂਦਾ। ਹਾਂਜੀ ਬਿਲਕੁਲ। ਮੈਂ ਫਿਰ ਸਰਦਾਰ ਮਨਤਾਰ ਸਿੰਘ ਬਰਾੜ ਜੀ ਨੇ ਕਿਹਾ, ਫਿਰ ਮੈਂ ਉਸ ਪੱਤਰਕਾਰ ਭਾਈ ਨੂੰ ਸਵਾਲ ਦਾ ਜਵਾਬ ਦਿੱਤਾ ਕਿ ਭਾਜਪਾ ਦੀ ਵਿਰੋਧ ਕਰਨਾ ਉਸ ਟਾਈਮ ਤੇ ਜਿਹੜੇ ਭਾਜਪਾ ਦਾ ਮਤਲਬ ਕਿ ਆਜ਼ਾਦ ਉਮੀਦਵਾਰ ਭਾਜਪਾ ਦਾ ਲੜਿਆ ਵੀ ਜੀ ਉਹਦੀ ਵਿਰੋਧਤਾ ਕਰਨਾ ਪਾਰਟੀ ਦੀ ਗਤੀਵਿਧੀਆਂ ਦੇ ਉਲਟ ਹੈ। ਕਿ ਅਕਾਲੀ ਦਲ ਦਾ ਕੋਈ ਬੰਦਾ 24 ਨੰਬਰ ਵਾਰਡ ਦੇ ਵਿੱਚ ਖੜਿਆ ਸੀਗਾ ਅਕਾਲੀ ਦਲ ਦੇ ਨਿਸ਼ਾਨ ਤੋਂ ਜਿੰਦੀ ਮੈਂ ਵਿਰੋਧਤਾ ਕੀਤੀ ਹੋਵੇ, ਠੀਕ ਹੈ। ਜੇ ਮੇਰੀ ਇਹ ਭਾਜਪਾ ਦੇ ਕੈਂਡੀਡੇਟ ਜਿਹੜਾ ਬੰਦਾ ਉੱਥੇ ਭਾਜਪਾ ਦਾ ਉਹਨਾਂ ਟਾਈਮਾਂ 'ਤੇ ਜਦੋਂ ਮੈਂ ਭਾਜਪਾ ਜੁਆਇਨ ਨਹੀਂ ਕੀਤੀ ਸੀ ਉਹਦਾ ਮੈਂ ਵਿਰੋਧ ਕੀਤਾ ਉਸ ਬੰਦੇ ਦਾ, ਤੇ ਉਹ ਅਕਾਲੀ ਦਲ ਦਾ ਵਿਰੋਧ ਕਿਵੇਂ ਹੋ ਗਿਆ। ਅਸਲ ਕੀ ਜਿੱਥੇ ਤੱਕ ਮੈਂ ਭਾਂਪਦਾ ਇਸ ਗੱਲ ਨੂੰ, ਜਦੋਂ ਤੁਸੀਂ ਕਾਂਗਰਸ ਦੇ ਉਮੀਦਵਾਰ ਦੀ ਮਦਦ ਕਰਤੀ, ਭਾਵੇਂ ਕਿ ਤੁਸੀਂ ਇਕੱਲਾ ਕਿਹਾ ਕਿ ਇਹ ਚੰਚਲ ਕੁਮਾਰ ਨੂੰ ਵੋਟਾਂ ਪਾਓ, ਲੇਕਿਨ ਹੋ ਗਈ ਕਾਂਗਰਸ ਦੀ ਮਦਦ ਨਾ। ਦੇਖੋ ਜੇ ਇਸ ਤਰ੍ਹਾਂ ਦੀ ਮਦਦ ਦੀ ਗੱਲ ਕਰੀਏ ਤਾਂ ਬਰਾੜ ਸਾਹਿਬ ਨੇ 3 ਕੌਂਸਲਰ ਆਪਦੇ ਅਜੇਪਾਲ ਦੇ ਖੁੱਲੇ ਸਮਰਥਨ 'ਚ ਧਾਰਤੇ। ਜਦੋਂ ਨਗਰ ਕੌਂਸਲ ਦਾ ਪ੍ਰਧਾਨਗੀ ਦਾ ਇਲੈਕਸ਼ਨ ਹੋਇਆ ਸੀ 3 ਕੌਂਸਲਰ ਅਕਾਲੀ ਦਲ ਦੇ ਖੁੱਲੇ ਸਮਰਥਨ ਤੇ ਅਜੇਪਾਲ ਜੀ ਨੂੰ ਵੋਟਾਂ ਪਾ ਕੇ ਆਏ ਆ ਕਿ ਉਹਨਾਂ ਨੇ ਫਿਰ ਕਾਂਗਰਸ ਦੀ ਮਦਦ ਨਹੀਂ ਕੀਤੀ ਕਿ ਮਤਲਬ ਕਿ ਬਰਾੜ ਸਾਹਿਬ ਜਿਹਨੂੰ ਮੇਰੇ ਪਾਰਟੀ ਵਿਰੋਧੀ ਦੱਸਦੇ ਆ ਉਹਨਾਂ ਨੇ ਪਾਰਟੀ ਪ੍ਰਤੀ ਵਫਾਦਾਰੀ ਕੀਤੀ ਵੀ ਜਿਹੜਾ ਉਹਨਾਂ ਦੇ ਕਾਂਗਰਸ ਦੇ ਜਿਹੜੇ ਅਜੇਪਾਲ ਜੀ ਸੰਧੂ ਹੈ ਉਹਨਾਂ ਦੇ ਨਾਲ ਆਪਦੇ 3 MC ਤਾਰ ਤੇ। ਇਸ ਗੱਲ ਨੂੰ ਵੀ ਦੱਸੋ ਤੁਸੀਂ ਕਿਵੇਂ ਦੇਖੋਗੇ। ਨਹੀਂ ਇਹਨਾਂ ਜੋ ਇਨਸੀਡੈਂਟ ਵਾਪਰ ਗਿਆ ਤੁਸੀਂ ਇਹਦੇ 'ਚ ਕੀ ਤੱਤ ਕੀ ਕੱਢਿਆ ਦੇ ਤੱਤ ਮੈਂ ਇਹਦੇ 'ਚ ਇਹ ਕੱਢਿਆ ਵੀ ਜਿਹੜੇ ਦੇਖੋ 4.5 ਸਾਲ ਮੈਂ ਅਕਾਲੀ ਦਲ ਵਿੱਚ ਤਨ ਮਨ ਧਨ ਨਾਲ ਕੰਮ ਕੀਤਾ, ਬਰਾੜ ਸਾਹਿਬ ਨਾਲ ਕੰਮ ਕੀਤਾ। ਬਰਾੜ ਸਾਹਿਬ ਦੇ ਵਿੱਚ ਅਸਲ ਦੇ ਵਿੱਚ ਜੋ ਮੈਂ ਦੇਖਣਾ ਚਾਹੁੰਦਾ ਯੂਥ ਦੇ ਵਿੱਚ ਜਾਨ ਭਰੀ। ਮੇਰੇ ਜਿਹੜੇ ਵਿਰੋਧੀ ਆ 20-25 ਬੰਦੇ ਇਕੱਠੇ ਹੋ ਕੇ ਬਰਾੜ ਸਾਹਿਬ ਕੋਲ ਚਲੇ ਗਏ ਵੀ ਜਾਂ ਤਾਂ ਅਸੀਂ ਪਾਰਟੀ ਛੱਡਦੇ ਹਾਂ ਜਾਂ ਉਹਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢੋ। ਦੁੱਖ ਮੈਨੂੰ ਇਸ ਗੱਲ ਦਾ ਹੋਇਆ, ਮੈਂ ਬਰਾੜ ਸਾਹਿਬ ਤੋਂ ਮਤਲਬ ਕਿ ਦੁੱਖ ਮੈਨੂੰ ਕਿਹੜੀ ਗੱਲ ਦਾ ਹੋਇਆ ਵੀ ਜਿਹੜੇ ਬੰਦੇ ਨਾਲ ਮੈਂ 4.5 ਸਾਲ ਕੰਮ ਕੀਤਾ, ਜਦੋਂ ਮੇਰੀ ਕਾਰ ਸੜੀ, ਬੰਦਾ 7 ਬਗਾਨਿਆਂ ਦਾ ਵੀ ਹਾਲ ਚਾਲ ਪੁੱਛਣ ਆ ਜਾਂਦਾ ਵੀ ਕਾਕਾ ਯਾਰ ਤੇਰੀ ਕਾਰ ਸੜੀ ਮਤਲਬ ਕੱਲੀ ਕਾਰ ਕੇ ਗਡਾਊਨ 'ਚ ਜੋ ਅੱਗ ਲੱਗੀ, ਗਡਾਊਨ ਦੇ ਵਿੱਚ ਮਾਲ ਸੜਿਆ, ਮੇਰਾ ਮੋਟਰਸਾਈਕਲ ਸੜਿਆ, ਮੇਰੀ ਕਾਰ ਸੜੀ। ਵੀ ਉਹ ਬੰਦੇ ਮੇਰੇ ਨਾਲ, ਉਹਨਾਂ ਨੇ ਮੇਰੇ ਨਾਲ ਦੁੱਖ ਤਾਂ ਕੀ ਬਣਾਉਣਾ ਸੀਗਾ, ਮੇਰਾ ਹਾਲ ਚਾਲ ਤਾਂ ਕੀ ਪੁੱਛਣਾ ਸੀ, ਮੇਰੀ ਦੁੱਖ ਦੀ ਘੜੀ ਵਿੱਚ ਸ਼ਾਮਲ ਤਾਂ ਕੀ ਹੋਣਾ ਸੀ। ਵੀ ਉਹਨਾਂ ਨੇ ਮੈਨੂੰ ਇੱਕ ਫੋਨ ਲਾ ਕੇ ਵੀ ਇਹ ਸਹੀ ਨਹੀਂ ਸਮਝਿਆ ਵੀ ਕਾਕਾ ਤੇਰੀ ਕਾਰ ਸੜੀ ਯਾਰ, ਸਾਨੂੰ ਬਹੁਤ ਦੁੱਖ ਹੈ, ਜੇ ਸਾਡੀ ਕਿਸੇ ਤਰ੍ਹਾਂ ਦੀ ਲੋੜ ਹੈ ਜਾਂ ਮਦਦ ਹੈ ਅਸੀਂ ਤੇਰੇ ਨਾਲ ਖੜੇ ਹਾਂ। ਉਲਟਾ ਦੁੱਖ ਦੇਣ ਦੀ ਬਜਾਏ ਉਹਨਾਂ ਨੇ ਮੈਨੂੰ ਇੱਕ ਹੋਰ ਬਹੁਤ ਵੱਡਾ ਦੁੱਖ ਦਿੱਤਾ। ਜਿੱਦਣ ਮੇਰੀ ਕਾਰ ਸੜੀ ਉਦੋਂ ਹੀ ਮੈਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਅੱਛਾ ਮਤਲਬ ਕਿ ਇਹ ਮਤਲਬ ਕਿ ਹਰਟ ਹੋਏ ਤੁਸੀਂ ਇਸ ਗੱਲੋਂ ਕਿ ਇੱਕ ਤਾਂ ਮੇਰੇ ਨੁਕਸਾਨ ਹੋ ਗਿਆ, ਪਤਾ ਵੀ ਨਹੀਂ ਲਿਆ, ਪਾਰਟੀ ਬਾਹਰ ਕੱਢਤਾ, ਪਾਰਟੀ ਤੋਂ ਬਾਹਰ ਕੱਢਤਾ। ਤੇ ਦੇਖੋ ਵੀ ਜਿਹੜੇ ਸਭ ਇਨਸਾਨ ਨਾਲ ਮੈਂ 4.5 ਸਾਲ ਲਾਏ ਹੋਣ, ਜ਼ਰੂਰੀ ਤਾਂ ਨਹੀਂ ਵੀ ਪਾਰਟੀ ਦੇ ਵਿੱਚ ਹੋਣ ਨਾਲ ਹੀ ਆਪਾਂ ਇੱਕ ਦੂਜੇ ਨਾਲ ਜੁੜਦੇ ਹਾਂ, ਪਾਰਟੀ ਤੋਂ ਬਿਨਾਂ ਵੀ ਇਮੋਸ਼ਨ ਹੁੰਦੇ, ਸ਼ਹਿਰ ਦੀ ਗੱਲ ਹੈ। ਬਿਲਕੁਲ ਇਸੇ ਗੱਲ ਤੇ ਮੈਂ ਆਉਣਾ ਚਾਹੁੰਦਾ ਵੀ ਦੇਖੋ ਜਿਹੜੇ ਇਸ ਬੰਦੇ ਨਾਲ ਤਾਂ ਮੈਂ 4.5 ਸਾਲ ਕੰਮ ਕੀਤਾ, ਬਤੌਰ ਕਾਰੋਬਾਰ ਛੱਡ ਕੇ ਪਾਰਟੀਆਂ ਦੀ ਸੇਵਾਵਾਂ ਕੀਤੀਆਂ, ਉਸ ਬੰਦੇ ਨੇ ਤਾਂ ਮੇਰਾ ਹਾਲ ਵੀ ਨਹੀਂ ਪੁੱਛਿਆ ਆ ਕੇ ਵੀ ਤੇਰੇ ਨਾਲ ਬਹੁਤ ਮਾੜਾ ਹੋਇਆ। ਬਹੁਤ ਚਲੋ ਮੈਂ ਕਹਿੰਦਾ ਵੀ ਕਿਤੇ ਬੀਜੀ ਹੁਣ ਬੰਦਾ ਫੋਨ ਹੀ ਲਾ ਲੇ, ਫੋਨ ਤਾਂ ਉਲਟਾ ਕੀ ਕਰਨਾ, ਇਹ ਉਲਟਾ ਮੇਰੇ ਦੋਸ਼ੀਆਂ ਦੀ ਮਦਦ ਕੀਤੀ, ਉਹਨਾਂ ਨੂੰ FIR ਦੇ ਵਿੱਚੋਂ ਆਪਣਾ ਜਿਹੜੇ ਉਹਨਾਂ ਨੇ ਇਨਕੁਆਇਰੀ ਲਵਾਈ ਸੀ ਉਹਨਾਂ ਨੂੰ ਕੱਢਣ ਦਾ ਕੰਮ ਕੀਤਾ। ਉਹਨਾਂ ਬਾਈ ਨੇਮ FIR ਹੋਈ ਹੈ, ਬਾਈ ਨੇਮ FIR ਹੋਈ ਹੈ। ਅੱਛਾ ਬਾਈ ਨੇਮ ਹੋਈ ਹੈ, ਬਿਲਕੁਲ। ਹੁਣ ਮਾਮਲਾ ਖਤਮ ਹੋ ਗਿਆ, ਦੋਸ਼ੀ ਗ੍ਰਿਫਤਾਰ ਹੋ ਗਏ ਕਿ ਇਨਕੁਆਇਰੀ ਚੱਲਦੀ ਕੋਈ? ਦੇਖੋ ਜੀ ਉਹਨਾਂ ਨੇ ਜਦੋਂ FIR ਹੋਈ, ਮਾਨਯੋਗ DSP ਸਾਹਿਬ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ, ਇਨਵੈਸਟੀਗੇਸ਼ਨ 'ਚੋਂ DSP ਸਾਹਿਬ ਨੇ ਉਹਨਾਂ ਨੂੰ ਬੇਗੁਨਾਹ ਸਾਬਤ ਕਰਤਾ। ਫਿਰ ਮੈਂ ਆਪਣਾ DIG ਆਪਣਾ ਫਰੀਦਕੋਟ ਹੈੱਡਕੁਆਟਰ ਪੇਸ਼ ਹੋਇਆ, ਮੈਂ ਕਿਹਾ ਜੇ ਡਿਪਟੀ ਸਾਹਿਬ ਇਹਨਾਂ ਨੂੰ 4 ਮਹੀਨਿਆਂ 'ਚ ਬੇਗੁਨਾਹ ਸਾਬਤ ਕਰਦੇ ਆ, 4 ਮਹੀਨਿਆਂ 'ਚ ਮੈਨੂੰ ਦੋਸ਼ੀ ਦੱਸਣ ਕੌਣ ਹੈ। ਜਦੋਂ ਆਪਣੇ ਤੋਂ ਦੋਸ਼ੀ ਨਹੀਂ ਲੱਭਿਆ ਗਿਆ ਬੰਦਾ ਕੌਣ ਹੈ, ਤੇ ਇਹ ਬੇਗੁਨਾਹ ਕਿਵੇਂ ਹੋ ਗਏ? ਤੁਸੀਂ ਫਿਰ ਕਿਵੇਂ ਚਿੰਤਾ ਵੀ ਦੋਸ਼ੀ ਮੇਰੇ ਇਹ? ਦੇਖੋ ਜੀ 17 ਤਰੀਕ ਨੂੰ ਇਲੈਕਸ਼ਨ ਹੁੰਦੇ ਆ, 19 ਤਰੀਕ ਨੂੰ ਰਿਜ਼ਲਟ ਆਉਂਦਾ, ਰਿਜ਼ਲਟ ਵਾਲੇ ਦਿਨ ਰਾਤ ਨੂੰ ਇਹ ਕੰਮ ਹੋ ਜਾਂਦਾ, ਠੀਕ ਹੈ ਜੀ। ਸਭ ਤੋਂ ਵੱਡਾ ਜਿੰਦਾ ਮੈਂ ਵਿਰੋਧ ਕੀਤਾ ਜਿਹੜੇ ਬੰਦੇ ਦਾ, ਤੇ ਉਸ ਜਿੱਦਾਂ ਰਿਜ਼ਲਟ ਆਉਂਦਾ ਉਹਦੀ ਹਾਰ ਹੁੰਦੀ ਹੈ, ਤੇ ਉਸ ਦਿਨ ਮੇਰਾ ਨੁਕਸਾਨ ਹੋ ਜਾਂਦਾ, ਤੇ ਦੋਸ਼ੀ ਤਾਂ ਉਹੀ ਹੈ ਨਾ ਜੀ। ਇਹ ਤੁਹਾਡੇ ਜਿਵੇਂ ਬ੍ਰੇਨ ਨੂੰ ਤੁਹਾਨੂੰ ਜਚੀ ਵੀ ਦੋਸ਼ੀ ਮੇਰੇ ਇਹੀ, ਉਸ ਮੁਤਾਬਕ ਤੁਸੀਂ? ਬਿਲਕੁਲ ਦੋਸ਼ੀ ਇਹ ਹੈ ਜੀ। SSP ਮੋਗਾ ਇਹਨਾਂ ਦੀ ਇਨਕੁਆਇਰੀ ਕਰ ਰਹੇ ਹੈ, ਦੂਸਰੇ ਜ਼ਿਲ੍ਹੇ 'ਚ ਹੋ ਰਹੀ ਹੈ, ਦੂਜੇ ਜ਼ਿਲ੍ਹੇ 'ਚ ਹੋ ਰਹੀ ਹੈ। ਮੈਂ DIG ਸਾਹਿਬ ਤੋਂ ਮੰਗ ਕੀਤੀ ਸੀ ਵੀ ਜ਼ਿਲ੍ਹੇ ਦੇ ਵਿੱਚ ਪ੍ਰਸ਼ਾਸਨ ਦੇ ਕੁਝ ਆਲਾ ਅਧਿਕਾਰੀ ਇਹਨਾਂ ਨਾਲ ਰਲੇ ਹੋਏ ਹੈ, ਇਹਨਾਂ ਦਾ ਪੋਲੀਟੀਕਲੀ ਮਤਲਬ ਕਿ ਜਿਹੜਾ ਕੈਰੀਅਰ ਮਤਲਬ ਕਿ ਇਹਨਾਂ ਦੇ ਪੋਲੀਟੀਕਲ ਲੋਕਾਂ ਨਾਲ ਸੰਬੰਧ ਹੈ, ਉਹ ਇਸ ਜ਼ਿਲ੍ਹੇ ਦੇ ਵਿੱਚ ਪ੍ਰਭਾਵਿਤ ਕਰ ਰਹੇ ਇਨਕੁਆਇਰੀ ਨੂੰ, ਇਸ ਲਈ ਇਹ ਇਨਕੁਆਇਰੀ ਜ਼ਿਲ੍ਹੇ ਤੋਂ ਬਾਹਰ ਕੀਤੀ ਜਾਵੇ। ਜ਼ਿਲ੍ਹੇ ਤੋਂ ਬਾਹਰ ਕੀਤੀ। ਆਪਾਂ ਦੂਸਰੇ ਪਾਸੇ ਆਈਏ, ਜੋ ਤੁਸੀਂ ਫਿਰ ਅਕਾਲੀ ਪਾਰਟੀ ਨੇ ਤੁਹਾਨੂੰ ਬਰਖਾਸਤ ਕਰਤਾ, ਫਿਰ ਤੁਸੀਂ ਕਾਂਗਰਸ ਪਾਰਟੀ ਜੁਆਇਨ ਕੀਤੀ, ਉਹ ਕਿਵੇਂ ਕੀਤੀ?
ਦੇਖੋ ਜੀ, ਜਦੋਂ ਮੈਂ ਕਿਹਦੇ ਕਹਿਣ ਤੇ ਕੀਤੀ? ਜਦੋਂ ਅਕਾਲੀ ਦਲ ਤੋਂ ਮੈਨੂੰ ਬਰਖਾਸਤ ਕਰ ਦਿੱਤਾ ਗਿਆ, ਜਦੋਂ ਮੇਰੇ ਨਾਲ ਕਾਰ ਵਾਲਾ ਇਹ ਕੰਮ ਹੋਇਆ ਤੇ ਭਾਈ ਰਾਹੁਲ ਸਿੱਧੂ ਜੀ, ਉਦੋਂ ਮੈਂ ਮਤਲਬ ਕਿ ਅਕਾਲੀ ਦਲ ਦੇ ਵਿੱਚੋਂ ਸਮਝ ਲਓ ਇਲੈਕਸ਼ਨ ਐਮਸੀਆਂ ਦਾ ਰਿਜ਼ਲਟ ਆ ਕੇ ਹਟਿਆ ਸੀਗਾ। ਜਦੋਂ ਭਾਈ ਰਾਹੁਲ ਸਿੱਧੂ ਜੀ ਨੂੰ ਪਤਾ ਲੱਗਿਆ ਵੀ ਇਹ ਮੁਕੇਸ਼ ਕਰਕੇ ਬਹੁਤ ਵਧੀਆ ਵਰਕਰ ਹੈ, ਸਾਡੇ ਉਹਦੀ ਕੈਂਡੀਡੇਟ ਦੀ ਚੰਚਲ ਕੁਮਾਰ ਮਹਿੰਦੀ ਰਤੇ ਦੀ ਉਸਨੇ ਮਦਦ ਕੀਤੀ ਹੈ, ਲੋਕ ਜੁੜੇ ਹੋਏ ਹੈ, ਤੇ ਉਹ ਮੇਰਾ ਦੁੱਖ ਦਾ ਪ੍ਰਗਟ ਕਰਨ ਮੇਰੇ ਇੱਥੇ ਦਫ਼ਤਰ ਦੇ ਵਿੱਚ ਆਏ। ਉਹਨਾਂ ਨੇ ਮੇਰਾ ਹਾਲ ਚਾਲ ਜਾਣਿਆ, ਉਹਨਾਂ ਨੇ ਮੇਰੇ ਨਾਲ ਗੱਡੀ ਦਾ ਦੇਖਿਆ, ਉਹਨਾਂ ਨੇ ਕਿਹਾ ਬਹੁਤ ਮਾੜਾ ਕੰਮ ਹੋਇਆ ਵੀ ਰਾਜਨੀਤੀ ਇਸ ਲੈਵਲ ਦੀ ਨਹੀਂ ਹੋਣੀ ਚਾਹੀਦੀ, ਹਾਰ ਜਿੱਤ ਦਾ ਬਹੁਤ ਵੱਖਰੀ ਗੱਲ ਹੈ। ਉਹਨਾਂ ਦੀਆਂ ਗੱਲਾਂ ਤੋਂ ਮੈਂ ਪ੍ਰਭਾਵਿਤ ਹੋ ਕੇ ਮੈਨੂੰ ਐਂ ਲੱਗਿਆ ਵੀ ਯਾਰ ਰਾਜਨੀਤੀ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਵੀ ਹੈ, ਨਹੀਂ ਤਾਂ ਮੇਰਾ ਰਾਜਨੀਤੀ ਤੋਂ ਮਨ ਹੀ ਟੁੱਟ ਗਿਆ ਸੀ। ਮੈਂ ਤਾਂ ਸੰਨਿਆਸ ਲੈਣ ਲੱਗਿਆ ਸੀ ਰਾਜਨੀਤੀ ਤੋਂ, ਵੀ ਜਦੋਂ ਮੈਂ ਦੇਖਿਆ ਵੀ ਜਿਹੜੇ ਬੰਦੇ ਨਾਲ ਮੈਂ 4.5 ਸਾਲ ਲਾਏ ਹੈ, ਉਸ ਬੰਦੇ ਨੇ ਮੇਰੇ ਨਾਲ ਦੁੱਖ ਦਾ ਪ੍ਰਗਟਾਵਾ ਵੀ ਨਹੀਂ ਕੀਤਾ ਵੀ ਤੇਰੇ ਨਾਲ ਬਹੁਤ ਮਾੜਾ ਕੰਮ ਹੋਇਆ, ਤੇ ਮੈਂ ਉਦੋਂ ਮਨ ਬਣਾ ਲਿਆ ਸੀ ਮੈਂ ਰਾਜਨੀਤੀ ਤੋਂ ਸੰਨਿਆਸ ਲੈ ਲੈਣਾ। ਕੀ ਕਾਰਨ ਬਣੇ ਵੀ ਭਾਈ ਰਾਹੁਲ ਸਿੱਧੂ ਜੀ ਮੇਰੇ ਕੋਲ ਆਏ, ਉਹਨਾਂ ਨੇ ਮੈਨੂੰ ਹੌਸਲਾ ਦਿੱਤਾ, ਉਹਨਾਂ ਦੀਆਂ ਮੈਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਸੋਚਿਆ ਵੀ ਇੰਨੇ ਨੇਕ ਇਨਸਾਨ ਵੀ ਯਾਰ ਮਤਲਬ ਕਿ ਪਾਰਟੀਆਂ ਦੇ ਵਿੱਚ ਪਏ ਆ, ਤੇ ਉਦੋਂ ਮੈਂ ਮਨ ਬਣਾਇਆ ਵੀ ਮੈਂ ਭਾਈ ਰਾਹੁਲ ਸਿੱਧੂ ਜੀ ਨਾਲ ਕੰਮ ਕਰੂੰਗਾ। ਕਾਂਗਰਸ ਪਾਰਟੀ ਦੇ ਵਿੱਚ ਉਹ ਨੁਮਾਇੰਦੇ ਸੀ, ਹਲਕਾ ਇੰਚਾਰਜ ਸੀਗੇ, ਇਸ ਕਰਕੇ ਮੈਂ ਉਹਨਾਂ ਨਾਲ ਜੁੜਨਾ ਵਧੀਆ ਸਮਝਿਆ। ਉਹਨਾਂ ਨੇ ਤੁਹਾਨੂੰ ਪ੍ਰਪੋਜ਼ ਕੀਤਾ ਤੁਸੀਂ ਕਾਂਗਰਸ ਪਾਰਟੀ ਆ ਜਾਓ, ਕਿ ਤੁਸੀਂ ਆਪਣੇ ਉਹਨਾਂ ਦੀ ਛਵੀ ਨੂੰ ਦੇਖ ਕੇ ਸ਼ਾਮਲ ਹੋਏ? ਉਹਨਾਂ ਦੀ ਛਵੀ ਨੂੰ ਦੇਖ ਕੇ ਮੈਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਇਆ ਵੀ ਯਾਰ ਇੰਨੇ ਨੇਕ ਇਨਸਾਨ ਬੰਦੇ ਆ। ਮੈਂ ਤਾਂ ਬਹੁਤ 4.5 ਸਾਲ ਐਸੇ ਬੰਦੇ ਨਾਲ ਲਾਏ ਵੀ ਜਿਨਨੇ ਮੇਰੇ ਦੁੱਖ ਦੀ ਘੜੀ ਵਿੱਚ ਮੇਰਾ ਸਾਥ ਤਾਂ ਕੀ ਦੇਣਾ ਸੀਗਾ, ਉਲਟਾ ਮੇਰਾ ਵਿਰੋਧ ਕੀਤਾ, ਮੇਰੇ ਮਤਲਬ ਕਿ ਮੇਰੇ ਦੋਸ਼ੀਆਂ ਦੇ ਖਿਲਾਫ ਜਾ ਕੇ ਨਾਲ ਉਹਨਾਂ ਦੇ ਨਾਲ ਖੜੇ ਹੋ ਗਏ, ਜਿਹੜੇ ਕਿ ਆਪਦੇ ਆਪ ਨੂੰ ਮਤਲਬ ਕਿ ਸ਼ਹਿਰ ਦੇ ਵਾਈਸ ਪ੍ਰਧਾਨ ਘੁੰਮਾਉਂਦੇ ਸੀਗੇ। ਤੇ ਭਾਈ ਰਾਹੁਲ ਜੀ ਨੇ ਮੇਰੀ ਮਦਦ ਕੀਤੀ ਦਿਲੋਂ, ਤੇ ਉਹਨਾਂ ਦੀਆਂ ਗੱਲਾਂ ਤੋਂ ਮੈਂ ਪ੍ਰਭਾਵਿਤ ਹੋ ਕੇ ਉਹਨਾਂ ਨਾਲ ਜੁੜਿਆ ਜੀ। ਪ੍ਰਭਾਵਿਤ ਹੋਣ ਕਾਰਨ ਤੁਸੀਂ ਉਹਨਾਂ ਨਾਲ ਜੁੜ ਗਏ। ਇਹਦੇ ਵਿੱਚ ਕਾਂਗਰਸ ਪਾਰਟੀ ਨਾਲ ਜੁੜੇ ਤਾਂ ਤੁਹਾਡਾ ਫਿਰ ਪਵਨ ਗੋਇਲ ਜੀ ਨੇ, ਉਹਨਾਂ ਨਾਲ ਵੀ ਤੁਹਾਡਾ ਪਵਨ ਗੋਇਲ ਜੀ ਦੇ ਨਾਲ ਵੀ ਤੁਹਾਡਾ ਬੜੀ ਨਜ਼ਦੀਕੀ ਰਹੀ ਹੈ। ਪਵਨ ਗੋਇਲ ਜੀ ਬਾਬਤ ਤੁਹਾਡਾ ਕੀ ਐਕਸਪੀਰੀਅੰਸ ਹੈ? ਦੇਖੋ ਜੀ, ਪਵਨ ਗੋਇਲ ਜੀ ਇੱਕ ਬਹੁਤ ਹੀ ਮਤਲਬ ਕਿ ਇਮਾਨਦਾਰ ਤੇ ਸ਼ਰੀਫ ਤੇ ਸ਼ਾਂਤੀਪੂਰਵਕ ਬੰਦੇ ਹਨ। ਉਹਨਾਂ ਵਰਗਾ ਬੰਦਾ ਮੈਂ ਆਪਦੀ ਮਤਲਬ ਕਿ ਭਾਈ ਰਾਹੁਲ ਜੀ ਹੋ ਜਾਣ, ਪਵਨ ਗੋਇਲ ਜੀ ਹੋ ਜਾਣ, ਭਾਈ ਰਾਹੁਲ ਜੀ ਨੂੰ ਦੇਖ ਲਓ, ਪਵਨ ਗੋਇਲ ਜੀ ਨੂੰ ਦੇਖ ਲਓ, ਸੇਮ ਕੈਟਾਗਰੀ ਦੇ ਇੰਨੇ ਵਧੀਆ ਬੰਦੇ ਵੀ ਮੈਂ ਦੇਖੇ ਵੀ ਪਾਰਟੀ ਦੇ ਵਿੱਚ ਹੈਗੇ ਆ। ਇਹ ਦੋ ਬੰਦੇ ਹੀ ਐਸੇ ਰਹੇ ਵੀ ਜਿਹੜੇ ਮੈਂ ਕਾਂਗਰਸ ਦੇ ਵਿੱਚ ਮਤਲਬ ਕਿ ਕਾਂਗਰਸ ਦੇ ਵਿੱਚ ਰਿਹਾ। ਪਾਰਟੀ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ, ਬਿਲਕੁਲ ਪੰਜਾਬ ਦੇ ਕਾਂਗਰਸ ਕਾਰਜਕਾਰੀ ਪ੍ਰਧਾਨ ਨੇ ਪਵਨ ਗੋਇਲ। ਕਾਫੀ ਚੀਜ਼ਾਂ ਤੁਸੀਂ ਉਹਨਾਂ ਦੇ ਕੋਟੇ ਵਿੱਚੋਂ ਲਈਆਂ, ਉਹ ਕੀ ਲਿਆ ਤੁਸੀਂ? ਦੇਖੋ ਜੀ, ਉਹਨਾਂ ਨੇ ਮੈਨੂੰ ਬਹੁਤ ਮਾਣ ਸਤਿਕਾਰ ਦਿੱਤਾ, ਉਹਨਾਂ ਨੇ ਮੈਨੂੰ ਬੈਂਚ ਭੇਜੇ, ਜਿਮ ਭੇਜੇ, ਝੂਲੇ ਭੇਜੇ, ਉਹ ਮੈਂ ਆਪਦੇ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਲੋੜ ਸੀ ਉੱਥੇ ਲਵਾਏ, ਤੇ ਉਹਨਾਂ ਦੇ ਅਗਵਾਈ ਦੇ ਵਿੱਚ ਮੈਂ ਪਾਰਟੀ ਦੇ ਵਿੱਚ 5 ਤੋਂ 6 ਮਹੀਨੇ ਕੰਮ ਕੀਤਾ। ਕਾਂਗਰਸ 5 ਤੋਂ 6 ਮਹੀਨੇ ਕਾਂਗਰਸ ਪਾਰਟੀ ਵਿੱਚ ਕੰਮ ਕੀਤਾ। ਫਿਰ ਅਜਿਹਾ ਕੀ ਕਾਰਨ ਬਣਿਆ ਤੁਸੀਂ ਫਿਰ ਉਹ ਕਾਂਗਰਸ ਪਾਰਟੀ ਛੱਡਦੀ? ਲੋਕ ਕਮੈਂਟਸ ਕਰਦੇ ਆ ਤੁਹਾਡੇ ਤੇ ਕਿ ਮੁਕੇਸ਼ ਗਰਗ ਦਾ ਕੋਈ ਯਾਰ ਸਟੈਂਡ ਹੀ ਹੈ ਨਹੀਂਗਾ, ਪਹਿਲਾਂ ਭਾਜਪਾ, ਫਿਰ ਅਕਾਲੀ, ਫਿਰ ਕਾਂਗਰਸੀ, ਹੁਣ ਫਿਰ ਭਾਜਪਾ। ਅਜਿਹਾ ਕੀ ਕਾਰਨ ਹੈ ਲੋਕ ਜੋ ਕਮੈਂਟਰੀ ਕਰਦੇ ਆ? ਦੇਖੋ ਜੀ, ਜਿਹੜੀ ਮੈਂ ਕਾਂਗਰਸ ਪਾਰਟੀ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਵੀ ਜੁਆਇਨ ਕੀਤੀ ਸੀ ਭਾਈ ਰਾਹੁਲ ਸਿੰਘ ਸਿੱਧੂ ਜੀ ਕਰਕੇ। ਜਦੋਂ ਭਾਈ ਰਾਹੁਲ ਸਿੱਧੂ ਜੀ ਕਾਂਗਰਸ ਦੇ ਵਿੱਚ ਨਹੀਂ ਹੈਗੇ ਤੇ ਸਾਡੇ ਬੋਸ ਹੀ ਮਤਲਬ ਕਿ ਪਾਰਟੀ ਨੂੰ ਅਲਵਿਦਾ ਕਹਿ ਕੇ ਜਾਂ ਪਾਰਟੀ ਨੂੰ ਛੱਡ ਕੇ ਚਲੇ ਗਏ, ਤੇ ਰਾਹੁਲ ਜੀ ਚਲੇ ਗਏ, ਠੀਕ ਹੈ। ਤੇ ਮੇਰੇ ਕੋਲ ਕੋਈ ਵਿਕਲਪ ਨਹੀਂ ਬਣਿਆ ਵੀ ਮੈਂ ਦੁਬਾਰਾ ਅਕਾਲੀ ਦਲ ਦੇ ਵਿੱਚ ਜਾਵਾਂ, ਕਿਉਂਕਿ ਅਕਾਲੀ ਦਲ ਦੇ ਵਿੱਚ ਮੈਂ ਬਤੌਰ 4.5 ਸਾਲ ਕੰਮ ਕੀਤਾ ਸੀਗਾ। 4.5 ਸਾਲ ਕੰਮ ਕਰਨ ਦੇ ਬਾਵਜੂਦ ਵੀ ਜਿਹੜੇ ਜ਼ਿਲ੍ਹਾ ਪ੍ਰਧਾਨ ਜੀ ਨੇ ਮੇਰੀ ਬਾਤ ਤੱਕ ਨਹੀਂ ਪੁੱਛੀ, ਜਿਨ੍ਹਾਂ ਨੇ ਮੇਰੇ ਇੰਨਾ ਨੁਕਸਾਨ ਹੋਣ ਦੇ ਬਾਵਜੂਦ ਮੇਰਾ ਹਾਲ ਚਾਲ ਨਹੀਂ ਪੁੱਛਿਆ, ਮੇਰੀ ਮਦਦ ਨਹੀਂ ਕੀਤੀ, ਉੱਥੇ ਦਾ ਦੁਬਾਰਾ ਜਾਣਾ ਬਣਦਾ ਹੀ ਨਹੀਂ ਸੀਗਾ। ਮਤਲਬ ਭਾਈ ਰਾਹੁਲ ਜੀ ਤੁਸੀਂ ਕਹਿ ਰਹੇ ਹੋ ਬਹੁਤ ਅੱਛੇ ਇਨਸਾਨ ਹੈ, ਮੈਂ ਉਹਨਾਂ ਦਾ ਪ੍ਰਭਾਵਿਤ ਹੋਇਆ, ਫਿਰ ਉਹ ਅਕਾਲੀ ਦਲ ਵਿੱਚ ਚਲੇ ਗਏ, ਉਧਰ ਤੁਸੀਂ ਚੱਲ ਜਾਣਾ ਸੀ। ਦੇਖੋ ਜੀ, ਜੇ ਤਾਂ ਭਾਈ ਰਾਹੁਲ ਜੀ ਹਲਕਾ ਇੰਚਾਰਜ ਹੁੰਦੇ ਅਕਾਲੀ ਦਲ ਦੇ, ਜਾਂ ਭਾਈ ਰਾਹੁਲ ਜੀ ਨੂੰ ਟਿਕਟ ਮਿਲੀ ਹੁੰਦੀ ਤੇ ਫਿਰ ਭਾਈ ਰਾਹੁਲ ਜੀ ਨਾਲ ਚਲੇ ਜਾਣਾ ਸੀ 100%, ਇਹਦੇ 'ਚ ਕੋਈ ਦੋ ਰਾਏ ਨਹੀਂ ਕੀ। ਪਰ ਜਦੋਂ ਭਾਈ ਰਾਹੁਲ ਜੀ ਨੂੰ ਨਹੀਂ ਮਤਲਬ ਕਿ ਟਿਕਟ ਮਿਲੀ, ਜਾਂ ਭਾਈ ਰਾਹੁਲ ਜੀ ਸਿੱਧਾ ਅਕਾਲੀ ਦਲ 'ਚ ਚਲੇ ਗਏ, ਅਕਾਲੀ ਦਲ 'ਚ ਜਾਣ ਦਾ ਮਤਲਬ ਤਾਂ ਮਨਤਾਰ ਬਰਾੜ ਜੀ ਦੇ ਨਾਲ ਕੰਮ ਕਰਨਾ ਹੀ ਹੋਇਆ ਨਾ। ਮਤਲਬ ਤੁਹਾਡੀ ਪਹਿਲਾਂ ਹੀ ਖਟਾਸ ਉਹਨਾਂ ਨਾਲ ਪੈਦਾ ਹੋਈ, ਇਸ ਕਾਰਨ ਤੁਸੀਂ ਪਹਿਲਾਂ 4.5 ਸਾਲ ਉਹਨਾਂ ਨਾਲ ਰਹਿ ਕੇ ਦੇਖ ਲਿਆ। ਜਦੋਂ ਮੇਰੇ 4.5 ਸਾਲ ਕੰਮ ਕਰਨ ਦੇ ਬਾਵਜੂਦ ਵੀ ਜਦੋਂ ਮੈਨੂੰ ਮੇਰੀ ਮਦਦ ਦੀ ਲੋੜ ਆਈ, ਮੈਨੂੰ ਹੈਲਪ ਦੀ ਲੋੜ ਆਈ, ਮੇਰੀ ਹੈਲਪ ਕੀ ਕਰਨੀ ਸੀ, ਉਲਟਾ ਮੇਰੇ ਵਿਰੋਧ ਦੇ ਵਿੱਚ ਖੜੇ ਹੋਏ, ਉਹਨਾਂ ਨਾਲ ਤਾਂ ਜਾਣਾ ਬਣਦਾ ਹੀ ਨਹੀਂ ਸੀ ਨਾ ਕਿਸੇ ਦਾ। ਫਿਰ ਲੋਕ ਇੱਥੇ ਇਹ ਗੱਲ ਕਹਿੰਦੇ ਨੇ, ਕਮੈਂਟ ਕਰਦੇ ਨੇ, ਜਿਵੇਂ ਮੈਂ ਦੱਸ ਚੁੱਕਾ ਪਹਿਲਾਂ ਤੁਹਾਨੂੰ, ਵੀ CCP ਨਿਊਜ਼ ਨੇ ਤੁਹਾਡੀ ਖਬਰ ਚਲਾਈ ਸੀ, ਭਾਜਪਾ 'ਚ ਜੁਆਇਨ ਕੀਤੀ, ਵੀ ਮੁਕੇਸ਼ ਦਾ ਕੋਈ ਸਟੈਂਡ ਹੀ ਨਹੀਂ ਹੈਗਾ, ਵੀ ਪਾਰਟੀਆਂ ਇੱਧਰ ਉੱਧਰ ਅਦਲ ਬਦਲ ਕਰੀ ਜਾਂਦੇ ਨੇ, ਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੋ ਕਮੈਂਟ ਕਰ ਰਹੇ? ਦੇਖੋ ਜੀ, ਜੋ ਵੀ ਲੋਕ ਕਮੈਂਟ ਕਰਦੇ ਹਨ, ਮੈਂ ਦੇਖੋ ਮੇਰੇ ਵੱਡੇ ਵੀਰ ਵੀ ਹੋ ਸਕਦੇ ਹਨ, ਛੋਟੇ ਵੀਰ ਵੀ ਹੋ ਸਕਦੇ ਨੇ, ਬਜ਼ੁਰਗ ਵੀ ਹੋ ਸਕਦੀਆਂ ਹਨ, ਮਾਤਾ ਵੀ ਹੋ ਸਕਦੀ ਹੈ, ਭੈਣਾਂ ਵੀ ਹੋ ਸਕਦੀਆਂ ਹਨ। ਉਹਨਾਂ ਸਾਰੇ ਲੋਕਾਂ ਨੂੰ ਮੈਂ ਇਹੀ ਗੱਲ ਕਰੂੰਗਾ ਵੀ ਕਿਸੇ ਵੀ ਬੰਦੇ ਮਾੜਾ ਕਮੈਂਟ ਲਿਖਣ ਤੋਂ ਪਹਿਲਾਂ ਇਹ ਸੋਚ ਵਿਚਾਰ ਲੈਣਾ ਚਾਹੀਦਾ ਵੀ ਉਹਦੀ ਰਾਜਨੀਤੀ ਕੈਰੀਅਰ ਕਿੱਥੋਂ ਸ਼ੁਰੂ ਹੋਇਆ, ਕੀ
ਉਹਨੇ ਭਾਜਪਾ ਛੱਡੀ ਕਿ ਛਡਵਾਈ ਗਈ ਕਿ ਉਹਨੂੰ ਭਾਜਪਾ ਤੋਂ ਬਾਹਰ ਕੱਢਿਆ ਗਿਆ? ਕਿ ਅਕਾਲੀ ਦਲ ਉਹਨੇ ਆਪ ਛੱਡੀ ਕਿ ਛਡਾਈ ਗਈ ਕਿ ਉਹਨੂੰ ਅਕਾਲੀ ਦਲ ਦੇ ਕਿਸੇ ਨੇ ਬਾਹਰ ਕੱਢਿਆ? ਕੀ ਕਾਰਨ ਐਸੇ ਰਹੇ ਵੀ ਉਹਨੂੰ ਪਾਰਟੀਆਂ ਚੇਂਜ ਕਰਨੀਆਂ ਪਈਆਂ? ਪੂਰੀ ਤਰ੍ਹਾਂ ਉਹਨਾਂ ਲੋਕਾਂ ਬਾਰੇ ਜਾਣ ਲਿੱਤਾ ਜਾਵੇ। ਜੇ ਹੁਣ ਆਪਾਂ ਗੱਲ ਕਰੀਏ, ਦੇਖੋ ਭਾਈ ਰਾਹੁਲ ਸਿੱਧੂ ਜੀ ਦੀ, ਉਹਨਾਂ ਨੇ ਬਤੌਰ 5 ਸਾਲ ਕਾਂਗਰਸ ਲਈ ਕੰਮ ਕੀਤਾ, ਤਹਿ ਦਿਲੋਂ ਕੰਮ ਕੀਤਾ। ਲੋਕਾਂ ਦੇ ਕੰਮ ਲਈ ਜਾਂ ਕੋਟਕਪੁਰੇ ਦੇ ਹਲਕੇ ਦੇ ਕੰਮ ਲਈ ਉਹ ਚੰਡੀਗੜ੍ਹ ਕੰਮ ਕਰਨ ਗਏ, ਉਹਨਾਂ ਦਾ ਐਕਸੀਡੈਂਟ ਹੋ ਗਿਆ। ਐਕਸੀਡੈਂਟ ਦੇ ਦੌਰਾਨ ਲੋਕਾਂ ਨੇ ਸਾਰਿਆਂ ਨੇ ਦੁਆਵਾਂ ਦਿੱਤੀਆਂ, ਪ੍ਰਮਾਤਮਾ ਨੇ ਉਹਨਾਂ ਨੂੰ ਦੂਜਾ ਜੀਵਨ ਦਿੱਤਾ। ਇੰਨਾ ਕੁਛ ਕਰਨ ਦੇ ਬਾਵਜੂਦ, ਇੰਨਾ ਉਹਨਾਂ ਨੇ ਪਾਰਟੀ ਲਈ ਕੰਮ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਅਤੇ ਉਹਨਾਂ ਦੀ ਇੱਕ ਮਜਬੂਰੀ ਬਣ ਗਈ ਵੀ ਦੂਜੀ ਪਾਰਟੀ 'ਤੇ ਜਾਣਾ। ਹੁਣ ਲੋਕ ਉਹਨੂੰ ਚੰਗਾ ਸਮਝਣ ਜਾਂ ਮਾੜਾ ਸਮਝਣ, ਉਹ ਲੋਕਾਂ ਦੀ ਸੋਚ 'ਤੇ ਡਿਪੈਂਡ ਕਰਦਾ। ਜਦੋਂ ਤੁਸੀਂ ਪਹਿਲੀ ਵਾਰੀ ਭਾਜਪਾ ਛੱਡੀ, ਉਸੇ ਪ੍ਰਕਾਰ ਭਾਜਪਾ ਪਹਿਲੀ ਵਾਰ ਛੱਡੀ, ਉਹ ਵੀ ਤੁਹਾਡਾ ਅਸੀਂ ਟਿਕਟ ਨਹੀਂ ਦਿੱਤੀ, ਮਤਲਬ ਕਿ ਕੰਮ ਕਰਨ ਦੇ ਬਾਵਜੂਦ। ਭਾਈ ਰਾਹੁਲ ਦਾ ਵੀ ਇਹੀ ਬੇਸ ਹੈ, 5 ਸਾਲ ਕੰਮ ਕੀਤਾ ਲੇਕਿਨ ਉਹਨਾਂ ਨੂੰ ਟਿਕਟ ਨਹੀਂ ਦਿੱਤੀ। ਇਹੀ ਕਾਰਨ ਹੈ ਜੀ। ਦੇਖੋ 5 ਸਾਲ ਮੈਂ ਜਦੋਂ ਭਾਜਪਾ 'ਚ ਕੰਮ ਕੀਤਾ, ਭਾਜਪਾ ਮੈਂ ਛੱਡੀ ਨਹੀਂ। ਦੇਖੋ ਮੈਂ ਆਜ਼ਾਦ ਚੁਣਾਵ ਲੜਿਆ। ਉਹਨਾਂ ਨੇ ਜਿਹੜੇ ਮੇਰੇ ਰਾਜਨੀਤਿਕ ਦੁਸ਼ਮਣ ਸੀ, ਉਹਨਾਂ ਨੂੰ ਦੇਖਦਾ ਸੀ ਵੀ ਮੁਕੇਸ਼ ਦਾ ਰਾਜਨੀਤੀ ਦੇ ਵਿੱਚ ਕੱਦ ਵੱਧਦਾ ਜਾ ਰਿਹਾ ਹੈ। ਉਹਨਾਂ ਨੇ ਮੈਨੂੰ, ਜਦੋਂ ਮੈਂ ਲਾਸਟ ਪੌੜੀ 'ਤੇ ਚੜ੍ਹ ਗਿਆ, ਥੱਲੋਂ ਮੇਰੀ ਪੌੜੀ ਖਿੱਚਤੀ ਵੀ ਇਹ ਉੱਪਰ ਨਾ ਜਾਵੇ, ਸਾਨੂੰ ਕੱਟੇ ਨਾ। ਅਤੇ ਕੋਈ ਵੀ ਪਾਰਟੀ ਮੈਂ ਆਪ ਨਹੀਂ ਛੱਡੀ। ਪਾਰਟੀ ਦੇ ਵਿੱਚ ਮੇਰੇ ਜਿਹੜੇ ਵਿਰੋਧੀ ਹੈ, ਉਹੀ ਵਿਰੋਧੀ ਮੇਰੇ ਭਾਜਪਾ ਦੇ ਵਿੱਚ ਸੀ, ਉਹੀ ਵਿਰੋਧੀ ਮੇਰੇ ਅਕਾਲੀ ਦਲ ਦੇ ਵਿੱਚ ਆ ਗਏ। ਜਿਹੜੇ ਵਿਰੋਧੀ ਮੇਰੇ ਭਾਜਪਾ ਦੇ ਵਿੱਚ ਸੀ, ਉਹੀ ਵਿਰੋਧੀ ਪਾਰਟੀ ਦਾ, ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋਣ ਦੇ ਕਾਰਨ ਉਹ ਬਰਾੜ ਸਾਹਿਬ ਦੇ ਨਜ਼ਦੀਕ ਸੀ, ਉਹੀ ਵਿਰੋਧੀ ਮੇਰੇ ਅਕਾਲੀ ਦਲ ਦੇ ਵਿੱਚ ਸੀ। ਉਹਨਾਂ ਨੇ ਮੇਰਾ ਉੱਥੇ ਵੀ ਵਿਰੋਧ ਕੀਤਾ, ਉਹਨਾਂ ਨੇ ਮੇਰਾ ਭਾਜਪਾ ਦੇ ਵਿੱਚ ਵੀ ਵਿਰੋਧ ਕੀਤਾ। ਅਤੇ ਜਦੋਂ ਦੇਖੋ ਬੰਦਾ 5 ਸਾਲ 7 ਸਾਲ ਕਿਸੇ ਪਾਰਟੀ ਲਈ ਕੰਮ ਕਰਦਾ ਹੈ, ਦਿਲੋਂ ਕੰਮ ਕਰਦਾ, ਮਿਹਨਤ ਕਰਦਾ, ਤਨ ਮਨ ਧਨ ਖਰਚ ਕਰਦਾ, ਜਦੋਂ ਉਹਨੂੰ ਉੱਥੇ ਬਣਦਾ ਮਾਨ ਸਨਮਾਨ ਨਾ ਮਿਲੇ, ਉਹ ਇੱਕ ਨਿਰਾਸ਼ਾ ਉਹਦੇ ਅੰਦਰ ਪੈਦਾ ਹੋ ਜਾਂਦੀ ਹੈ। ਠੀਕ ਹੈ, ਪਾਰਟੀ ਦੇ ਵਿੱਚ ਹੁਣ ਕਾਂਗਰਸ ਪਾਰਟੀ ਛੱਡਣ ਦਾ ਕੋਈ ਸਬਬ ਨਹੀਂ ਸੀਗਾ। ਉਹ ਤਾਂ ਛੱਡਣੀ ਪਈ ਵੀ ਜਿਹੜੇ ਲੀਡਰ ਕਰਕੇ ਅਸੀਂ ਪਾਰਟੀ ਜੁਆਇਨ ਕੀਤੀ ਸੀ, ਜਿਹੜੇ ਉਹਦੇ ਬੰਦੇ ਸੀ, ਕੁਛ ਆਪ 'ਚ ਚਲੇ ਗਏ, ਕੁਛ ਅਕਾਲੀ ਦਲ ਦੇ ਵਿੱਚ ਚਲੇ ਗਏ, ਕੁਛ ਕਾਂਗਰਸ ਦੇ ਵਿੱਚ ਹੈਗੇ ਆ, ਪਰ ਬਹੁਤ ਜੇ ਲੋਕ ਹੈ ਜਿਹੜੇ ਮਤਲਬ ਕਿ ਨਵੀਆਂ ਪਾਰਟੀਆਂ 'ਚ ਚਲੇ ਗਏ। ਜੇ ਆਪਣੇ ਕੀ ਨਾਮ ਭਾਈ ਰਾਹੁਲ ਜੀ ਕਾਂਗਰਸ ਦੇ ਵਿੱਚ ਰਹਿੰਦੇ ਤਾਂ ਮੈਂ ਵੀ ਕਾਂਗਰਸ ਦੇ ਵਿੱਚ ਜਾਂਦਾ ਸੀ, ਰਹਿਣਾ ਸੀ। ਮੈਂ ਕਦੇ ਵੀ ਮਤਲਬ ਦੂਜੀ ਪਾਰਟੀ ਦੇ ਵਿੱਚ ਨਹੀਂ ਜਾਣਾ ਸੀਗਾ। ਕੁੱਲ ਮਿਲਾ ਕੇ ਇਹ ਵੇਖਿਆ ਜਾਵੇ ਕਿ ਤੁਸੀਂ ਪਾਰਟੀਆਂ ਕਿਉਂ ਬਦਲੀਆਂ। ਫਸਟ ਸਟੈਪ ਹੈ ਵੀ ਕੰਮ ਕਰਨ ਦੇ, ਯੂਥ ਨੂੰ ਇੰਨਾ ਅਪਗ੍ਰੇਡ ਕਰਨ ਦੇ ਬਾਵਜੂਦ ਟਿਕਟ ਨਾ ਮਿਲਣਾ, ਔਰ ਜਿਹੜੇ ਤੁਹਾਡੇ ਰਾਜਨੀਤਿਕ ਵਿਰੋਧੀਆਂ ਨੇ ਤੁਹਾਨੂੰ ਅੱਗੇ ਟੱਪਣ ਦਿੱਤਾ, ਉਹ ਲੱਤ ਖਿੱਚਦੇ ਕਾਰਨ ਤੁਹਾਨੂੰ ਪਾਰਟੀ ਚੇਂਜ ਕਰਨੀ ਪੈ ਗਈ। ਫਿਰ ਤੁਸੀਂ ਅਕਾਲੀਆਂ ਵਿੱਚ ਚਲੇ ਗਏ, ਅਕਾਲੀਆਂ ਵਿੱਚ ਵੀ ਤੁਹਾਨੂੰ ਉਹ ਟਿਕਟ ਦਾ ਦੂਸਰੀ ਵਾਰ ਫਿਰ ਰੌਲਾ ਪੈ ਗਿਆ। 4.5 ਸਾਲ ਕੰਮ ਕੀਤਾ, ਫਿਰ ਤੁਹਾਨੂੰ ਟਿਕਟ ਨਹੀਂ ਮਿਲੀ। ਮੇਨ ਮਕਸਦ ਤਾਂ ਇਹੀ ਆ ਗਿਆ। ਜਦੋਂ ਹੁਣ ਤੀਜੇ ਸਟੈਪ ਆ ਗਿਆ ਵੀ ਪਾਰਟੀ ਭਾਈ ਰਾਹੁਲ ਜੀ ਦੇ ਨਾਲ, ਤੁਸੀਂ ਕਾਂਗਰਸ ਪਾਰਟੀ ਦੇ ਭਾਈ ਰਾਹੁਲ ਕਰਕੇ ਆਏ ਸੀ, ਰਾਹੁਲ ਜੀ ਅਕਾਲੀਆਂ ਵਿੱਚ ਚਲੇ ਗਏ। ਅਕਾਲੀਆਂ ਵਿੱਚ ਤੁਹਾਡੀ ਪੈਰ ਪਹਿਲਾਂ ਹੀ ਮਤਲਬ ਕਿ ਸਹੀ ਨਹੀਂ ਸੀ, ਇਸ ਕਰਕੇ ਤੁਹਾਡੇ ਜਿਹੜੇ ਪੈਰ ਹੈ ਰਾਜਨੀਤਿਕ ਤੁਹਾਡੇ ਵਿਰੋਧੀਆਂ ਨੇ ਡਗਮਗਾ ਦਿੱਤੇ। ਬਿਲਕੁਲ ਜੀ, ਬਿਲਕੁਲ ਡਗਮਗਾ ਦਿੱਤੇ। ਇੱਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ, ਕੁਛ ਲੋਕਾਂ ਦੇ ਵਿੱਚ, ਮਨਾਂ ਦੇ ਵਿੱਚ ਇਹ ਵੀ ਧਾਰਨਾ ਆਉਂਦੀ ਹੈ। ਮੈਂ ਤੁਹਾਡੇ ਕਮੈਂਟ ਪੜ੍ਹੇ ਸੀ, ਜਿਹੜੀ ਤੁਸੀਂ ਮੈਨੂੰ ਪੋਸਟ ਪਾਈ ਸੀ, ਵੀ ਇਹ ਆਪਦੇ ਲਾਲਚ ਕਾਰਨ ਇਹ ਪਾਰਟੀਆਂ ਬਦਲਦਾ। ਲੋਕਾਂ ਨੇ ਕਮੈਂਟ ਕੀਤੇ ਨੇ ਆਪਦੇ ਕਾਰੋਬਾਰ ਕਰਕੇ ਪਾਰਟੀਆਂ ਚੇਂਜ ਕਰਦਾ ਰਹਿੰਦਾ। ਇੱਥੇ ਮੈਂ CCP ਨਿਊਜ਼ ਦੇ ਦਰਸ਼ਕਾਂ ਨੂੰ ਜਾਂ ਆਮ ਜਨਤਾ ਨੂੰ, ਜਿਹੜੀ ਮੇਰੀ ਇਹ ਵੀਡੀਓ ਦੇਖ ਰਹੇ ਆ, ਉਹਨਾਂ ਨੂੰ ਇਹ ਵੀ ਦੱਸਣਾ ਚਾਹੂੰਗਾ, ਜਦੋਂ ਮੈਂ ਅਕਾਲੀ ਦਲ ਭਾਜਪਾ ਦੇ ਵਿੱਚ ਕੰਮ ਕੀਤਾ, ਠੀਕ ਹੈ ਜੀ, ਉਦੋਂ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ। ਉਦੋਂ ਬਾਅਦ 4.5 ਸਾਲ ਮੈਂ ਅਕਾਲੀ ਦਲ ਦੇ ਵਿੱਚ ਕੰਮ ਕੀਤਾ, ਜਦ ਕਿ ਸਰਕਾਰ ਕਾਂਗਰਸ ਦੀ ਸੀ। ਜੇ ਮੈਂ ਕਾਂਗਰਸ ਜੁਆਇਨ ਕਰਨੀ ਹੁੰਦੀ, ਜਿੱਦਣ ਕਾਂਗਰਸ ਦੀ ਸਰਕਾਰ ਬਣੀ ਸੀ, ਮੈਂ ਪਹਿਲੇ ਦਿਨ ਹੀ ਕਾਂਗਰਸ ਜੁਆਇਨ ਕਰ ਦਿੰਦਾ। ਮੈਂ 4.5 ਸਾਲ ਅਕਾਲੀ ਦਲ ਵਿੱਚ ਕੰਮ ਨਾ ਕਰਦਾ। ਮੈਨੂੰ ਕਾਂਗਰਸ ਤੋਂ ਆਫਰ ਆਉਂਦੀ ਸੀ ਵੀ ਤੁਹਾਨੂੰ 24 ਨੰਬਰ ਵਾਰਡ ਦੇ ਵਿੱਚ ਕੌਂਸਲਰ ਦੀ ਟਿਕਟ ਦਿੰਦੇ ਆ, ਅਨਪੋਜ ਜਿਤਾਉਂਦੇ ਆ, ਤੁਸੀਂ ਕਾਂਗਰਸ ਜੁਆਇਨ ਕਰ ਲਓ। ਫਿਰ ਵੀ ਮੈਂ ਬਰਾੜ ਸਾਹਿਬ ਨੂੰ ਲਾਲਚ ਦੇ ਵਿੱਚ ਨਹੀਂ ਆਇਆ, ਬਿਲਕੁਲ ਲਾਲਚ ਦੇ ਵਿੱਚ ਨਹੀਂ ਆਇਆ। ਮੈਂ ਬਰਾੜ ਸਾਹਿਬ ਨਾਲ ਡਟ ਕੇ ਖੜਾ ਰਿਹਾ। ਜਦੋਂ ਉਹਨਾਂ ਨੂੰ ਪਤਾ ਲੱਗ ਰਿਹਾ ਸੀ ਕਿ ਵੀ 20 ਦਿਨ ਹੋ ਗਏ 24 ਨੰਬਰ ਵਾਰਡ ਦੇ ਵਿੱਚ ਅਕਾਲੀ ਦਲ ਨੇ ਟਿਕਟ ਅਨਾਉਂਸਮੈਂਟ ਨਹੀਂ ਕੀਤੀ, ਮੈਨੂੰ ਉਦੋਂ ਵੀ ਆਫਰਾਂ ਆਈਆਂ ਵੀ ਤੁਸੀਂ ਕਾਂਗਰਸ ਪਾਰਟੀ ਜੁਆਇਨ ਕਰ ਲਓ, ਤੁਹਾਨੂੰ ਅਸੀਂ ਟਿਕਟ ਦਿੰਦੇ ਹਾਂ ਵਾਰਡ ਦੇ ਵਿੱਚ। ਮੈਂ ਫਿਰ ਵੀ ਨਹੀਂ ਗਿਆ, ਫਿਰ ਵੀ ਮੈਂ ਬਰਾੜ ਸਾਹਿਬ ਨਾਲ ਖੜਾ ਰਿਹਾ। ਅਕਾਲੀ ਦਲ ਦੇ ਵਿੱਚ ਜਦੋਂ ਸਾਰਾ ਇਲੈਕਸ਼ਨ ਹੋ ਗਿਆ, ਅਕਾਲੀ ਦਲ ਨੇ ਮੈਨੂੰ ਛੱਡਿਆ, ਨਾ ਕਿ ਮੈਂ ਅਕਾਲੀ ਦਲ ਨੂੰ ਛੱਡਿਆ। ਮੈਂ ਅਗਰ ਇਹਨੂੰ ਐਨਾਲਿਸਿਸ ਕਰਾਂ ਤਾਂ ਇੱਕ ਨੰਬਰ 'ਤੇ ਪਾਰਟੀ ਜੈਪਾਲ ਜੀ ਕਰਕੇ ਹੋ ਗਏ ਵਨ ਮੈਨ ਆਰਮੀ ਸ਼ੋਅ ਹੀ ਮੈਂ ਗਿਣ ਰਿਹਾ ਵਾਂ। ਦੂਸਰਾ ਸਟੈਪ ਖੇਡਿਆ ਗਿਆ ਤਾਂ ਮਨਤਾਜ ਸਿੰਘ ਬਰਾੜ ਜੀ ਕਰਕੇ ਹੋ ਗਿਆ। ਤੀਸਰਾ ਸਟੈਪ ਆ ਗਿਆ ਤਾਂ ਭਾਈ ਰਾਹੁਲ ਕਰਕੇ। ਉੱਤੇ ਤਾਂ ਤੁਸੀਂ ਪਾਰਟੀ ਦੇ ਹਾਈਐਸਟ ਤਾਂ ਪਹੁੰਚੇ ਹੀ। ਬਿਲਕੁਲ ਜੀ, ਇਹ ਤਾਂ ਦੇਖੋ ਰਾਜਨੀਤੀ ਖੇਤਰ ਦੇ ਵਿੱਚ ਮੈਨੂੰ ਕੋਈ ਐਸਾ ਬੰਦਾ ਮਤਲਬ ਕਿ ਦੱਸ ਦੇ ਵੀ ਜਿਨ੍ਹਾਂ ਨੇ, ਜਿਹੜੇ ਜ਼ਿਲ੍ਹਾ ਲੈਵਲ ਦੇ ਪ੍ਰਧਾਨ ਹਨ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਹਨ, ਚਾਹੇ ਉਹ ਕਿਸੇ ਵੀ ਪਾਰਟੀਆਂ ਦੇ ਹਨ, ਉਹ ਕਿਤੇ ਵੀ ਆਪਦੇ ਉੱਪਰ ਸਰਪ੍ਰਸਤ ਨੂੰ ਨਹੀਂ ਮਿਲਣ ਦਿੰਦੇ। ਪਰ ਹੁਣ ਜਿਹੜਾ ਸਟੈਪ ਖੇਡਿਆ ਗਿਆ ਤੁਹਾਡਾ ਲਾਸਟ ਸਟੈਪ 'ਤੇ ਆ ਕੇ ਵੀ ਜੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤਾ, ਹੁਣ ਤਾਂ ਤੁਹਾਨੂੰ ਬੜੇ ਵੱਧ ਕੱਦਾਵਰ ਜਿਹੜੇ ਰੱਖਿਆ ਮੰਤਰੀ ਨੇ ਉਹਨਾਂ ਨੇ ਜੁਆਇਨ ਕੀਤਾ, ਹੁਣ ਕੀ ਕਹੋਗੇ? ਬਿਲਕੁਲ ਤੁਹਾਡੀ ਗੱਲ ਬਿਲਕੁਲ ਵਾਜਬ ਹੈ। ਦੇਖੋ ਜੀ, ਥੱਲੇ ਲੈਵਲ ਤੇ ਰਹਿ ਗਏ, ਹੁਣ ਤਾਂ ਥੱਲੇ, ਮੈਂ ਉਹੀ ਦੱਸਦਾ ਨਹੀਂ, ਥੱਲੇ ਲੈਵਲ ਤੇ ਰਹਿਣ ਦਾ ਕਾਰਨ ਇਹੀ ਰਿਹਾ
ਵੀ ਜਿਹੜਾ ਜੈਪਾਲ ਜੀ ਮਗਰ ਵੀ ਉਹੀ ਲੋਕ ਸੀਗੇ ਪਾਰਟੀ ਚੋਂ ਬਾਹਰ ਕੱਢਣ ਵਾਸਤੇ, ਅਕਾਲੀ ਦਲ ਦੇ ਵਿੱਚ ਵੀ ਉਹੀ ਲੋਕ ਸੀਗੇ। ਜਿਹੜੇ ਸਾਡੇ ਲੀਡਰ ਹੈ ਉਹ ਮੈਂ ਪੰਜਾਬੀ 'ਚ ਕਹਿਣਾ ਚਾਹੂੰਗਾ, ਚਾਹੇ ਲੀਡਰਾਂ ਨੂੰ ਗੁੱਸਾ ਲੱਗੇ ਇਸ ਗੱਲ ਦਾ, ਉਹ ਹੈ ਕੰਨਾਂ ਦੇ ਕੱਚੇ। ਜਿਹੜਾ ਬੰਦਾ ਕੋਈ ਉਹਨਾਂ ਨੂੰ ਗੱਲ ਕਹਿ ਦਿੰਦਾ ਉਸ ਗੱਲ ਤੇ ਕਈ ਕੰਨਾਂ ਦੇ ਕੱਚੇ ਆ। ਜਿਹੜੀ ਗੱਲ ਉਹਨਾਂ ਨੂੰ ਕੋਈ ਕਹਿ ਦਿੰਦਾ ਉਵੇਂ ਉਹ ਮਤਲਬ ਕਿ ਉਸ ਗੱਲ ਤੇ ਅਮਲ ਕਰ ਲੈਂਦੇ ਹਨ। ਉਹਨਾਂ ਨੂੰ ਇਹ ਦੇਖਣਾ ਚਾਹੀਦਾ, ਗਹਿਰਾਈ ਦੇ ਵਿੱਚ ਜਾਣਾ ਚਾਹੀਦਾ ਵੀ ਯਾਰ ਕੀ ਸੱਚਾਈ ਕੀ ਹੈ। ਮੈਂ ਇੱਥੇ ਇਸ ਗੱਲ ਨੂੰ ਵਾਰ-ਵਾਰ ਕਹਿਣਾ ਚਾਹੂੰਗਾ ਵੀ ਜਿਹੜੇ ਬੰਦਿਆਂ ਨੇ ਮੇਰਾ ਭਾਰਤੀ ਜਨਤਾ ਪਾਰਟੀ 'ਚ ਨੁਕਸਾਨ ਕੀਤਾ, ਉਹੀ ਬੰਦਿਆਂ ਨੇ ਮੇਰਾ ਅਕਾਲੀ ਦਲ ਦੇ ਵਿੱਚ ਨੁਕਸਾਨ ਕੀਤਾ। ਇਹ ਦੋਵੇਂ ਲੀਡਰ ਧਿਆਨ ਨਾਲ ਸੁਣ ਲੈਣ, ਜਿਹੜੇ ਭਾਜਪਾ ਦੇ ਉਸ ਟਾਈਮ ਤੇ ਜ਼ਿਲ੍ਹਾ ਪ੍ਰਧਾਨ ਸੀ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਗੇ, ਵੀ ਕੀ ਉਹਨਾਂ ਲੋਕਾਂ ਨੇ ਹੀ ਮੇਰਾ ਨੁਕਸਾਨ ਕੀਤਾ। ਲੀਡਰਾਂ ਨੂੰ ਤਾਂ ਪਤਾ ਹੈ ਨਾ ਇਸ ਗੱਲ ਦਾ ਵੀ ਕਿਹੜਾ ਬੰਦਾ ਮੁਕੇਸ਼ ਦੇ ਬਰਖਲਾਫ ਆ ਕੇ ਬੋਲਦਾ ਰਿਹਾ, ਠੀਕ ਹੈ। ਜਿਹੜੇ ਬੰਦੇ 15-15 ਸਾਲ ਤੋਂ 10 ਸਾਲ ਤੋਂ ਪਾਰਟੀ ਦੇ ਵਿੱਚ ਸੀ, ਉਹਨਾਂ ਦਾ ਕੱਦ ਨਹੀਂ ਵਧਿਆ। ਮੈਂ ਪਾਰਟੀ ਪ੍ਰਤੀ ਕੰਮ ਕੀਤਾ, ਪਾਰਟੀ ਪ੍ਰਤੀ ਸੇਵਾਵਾਂ ਕੀਤੀਆਂ, ਪਾਰਟੀ ਤੇ ਖਰਚਾ ਕੀਤਾ, ਜਿਸ ਕਰਕੇ ਮੇਰਾ ਕੱਦ ਵਧਿਆ। ਉਹਨਾਂ ਲੋਕਾਂ ਨੂੰ ਇਹ ਗੱਲ ਨਹੀਂ ਸਮਝ ਆਈ। ਹੁਣ ਹੋਇਆ ਕੀ, ਅਕਸਰ ਜਦੋਂ ਗੌਰਵ ਕੱਕੜ ਨੂੰ ਟਿਕਟ ਮਿਲਦੀ ਹੈ ਭਾਜਪਾ ਦੀ, ਤੁਹਾਨੂੰ ਮੈਂ ਇੱਥੇ ਇਹ ਦੱਸਣਾ ਚਾਹੁੰਦਾ ਵੀ ਗੌਰਵ ਕੱਕੜ ਜੀ ਜਦੋਂ ਮੈਂ ਜ਼ਿਲ੍ਹਾ ਅਧਿਆਪਕ ਸੀ ਯੁਵਾ ਮੋਰਚਾ ਦਾ, ਉਦੋਂ ਮੇਰੇ ਨਾਲ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ ਉਹਨਾਂ ਨੇ ਕੰਮ ਕੀਤਾ। ਅਸੀਂ ਇਕੱਠਿਆਂ ਨੇ ਪਾਰਟੀ ਜੁਆਇਨ ਕੀਤੀ। ਗੌਰਵ ਕੱਕੜ ਨੂੰ ਮੈਂ ਜ਼ਿਲ੍ਹਾ ਅਧਿਆਪਕ ਬਣਿਆ, ਉਹਨੂੰ ਮੈਂ ਵਾਈਸ ਪ੍ਰਧਾਨ ਆਪਦੇ ਨਾਲ ਯੂਥ ਦਾ ਲਾਇਆ। ਜ਼ਿਲ੍ਹਾ ਪ੍ਰਧਾਨ ਤੁਸੀਂ ਬਣੇ, ਯੂਥ ਦਾ ਉਹਨਾਂ ਨੂੰ ਲਾਇਆ, ਵਾਈਸ ਪ੍ਰਧਾਨ ਉਹਨਾਂ ਨੂੰ ਲਾਇਆ। ਅੱਜ ਉਹਨਾਂ ਨੂੰ ਜਦੋਂ ਟਿਕਟ ਮਿਲੀ, ਉਹਨਾਂ ਦੇ ਬ੍ਰਦਰ ਦਾ ਮੈਨੂੰ ਫੋਨ ਆਇਆ ਵੀ ਮੁਕੇਸ਼ ਹੁਣ ਤੇਰੇ ਭਰਾ ਨੂੰ ਟਿਕਟ ਮਿਲੀ ਹੈ ਤੇ ਡਟ ਕੇ ਤੂੰ ਭਰਾ ਦਾ ਸਾਥ ਦੇਣਾ ਹੈ। ਮੈਂ ਉਹਨਾਂ ਨੂੰ ਇਹ ਗੱਲ ਕਹੀ, ਯਾਰ ਮੈਂ ਕਿਹਾ ਯਾਰ ਮੈਂ ਤਾਂ ਕਾਂਗਰਸ ਪਾਰਟੀ ਨਾਲ ਟੱਚ ਆ, ਵੀ ਮਤਲਬ ਕਿ ਮੈਂ ਤੁਹਾਡਾ ਸਾਥ ਕਿਵੇਂ ਦੇਵਾਂ। ਉਹ ਕਹਿੰਦੇ ਯਾਰ ਸਾਨੂੰ ਨਹੀਂ ਇਸ ਗੱਲ ਦਾ ਪਤਾ ਵੀ ਤੂੰ ਇਹਦਾ ਸਾਥ ਦੇਣਾ ਹੈ। ਜਦੋਂ ਮੈਂ ਦੇਖਿਆ ਵੀ ਯਾਰ ਭਾਈ ਰਾਹੁਲ ਜੀ ਦੀ ਟੀਮ ਦੇ ਸਾਰੇ ਬੰਦੇ ਕੁਛ ਆਪ 'ਚ ਚਲੇ ਗਏ, ਕੁਛ ਅਕਾਲੀ ਦਲ ਦੇ ਵਿੱਚ ਚਲੇ ਗਏ, ਵੀ ਕਾਂਗਰਸ 'ਚ ਰਹਿ ਕੇ ਕਰਾਂਗੇ ਕਿ ਜਦੋਂ ਖਿਲਰ ਗਏ, ਜਦੋਂ ਕਾਂਗਰਸ ਦੇ ਵਿੱਚ ਰਹਿ ਕੇ ਕਰਾਂਗੇ ਕਿ ਜਦੋਂ ਕੋਈ ਆਪਣੇ ਸਿਰ ਤੇ ਉੱਤੇ ਹੱਥ ਰੱਖਣ ਵਾਲੇ ਬੰਦੇ ਹੈ ਨਹੀਂ, ਉੱਪਰ ਆਪਾਂ ਨੂੰ ਕੋਈ ਜਾਣਦਾ ਨਹੀਂ ਪਾਰਟੀ ਦੇ ਵਿੱਚ। ਤੇ ਮੈਂ ਇਹ ਫੈਸਲਾ ਮਤਲਬ ਕਿ ਮੈਂ ਸੋਚਿਆ ਵੀ ਯਾਰ ਚਲੋ ਯਾਰ ਇਹਨਾਂ ਦੀ ਮਦਦ ਕਰ ਦੇਣੀ ਚਾਹੀਦੀ ਹੈ। ਉਦੋਂ ਭਾਜਪਾ ਤੱਕ ਜਾਣ ਦਾ ਕੋਈ ਵੀ ਮਨ ਨਹੀਂ ਬਣਿਆ ਸੀਗਾ। ਭਾਜਪਾ 'ਚ ਮਦਦ ਕਰਨ ਗਏ। ਜਦੋਂ ਉਹਨਾਂ ਦੀ ਮੈਂ ਮਦਦ ਕੀਤੀ ਤੇ ਉਹਨਾਂ ਨੇ ਇਲੈਕਸ਼ਨ ਦੀ ਜ਼ਿੰਮੇਵਾਰੀ ਸਾਰੀ ਮੇਰੇ ਸਿਰ ਤੇ ਸਿੱਟਤੀ। ਕੱਕੜ ਸਾਹਿਬ ਨੇ ਵੀ ਯਾਰ ਤੂੰ ਇਲੈਕਸ਼ਨ ਲੜੇ ਵੀ ਹੈ, ਤੂੰ ਬਰਾੜ ਸਾਹਿਬ ਦੇ ਨਾਲ ਇਲੈਕਸ਼ਨਾਂ ਦੇ ਵਿੱਚ ਕੰਮ ਵੀ ਕੀਤਾ, MP ਇਲੈਕਸ਼ਨ ਦਾ ਵੀ ਤੈਨੂੰ ਤਜਰਬਾ, MLA ਇਲੈਕਸ਼ਨ ਦਾ ਵੀ ਤਜਰਬਾ, ਲੈਵਲ ਤੇ ਤੁਹਾਡਾ ਕਦਾਵਾਰ ਰਹੇ ਆ। ਉਹਨਾਂ ਨੇ ਮੈਨੂੰ ਇਲੈਕਸ਼ਨ ਦੀ ਜ਼ਿੰਮੇਵਾਰੀ ਸੌਂਪਤੀ। ਇਲੈਕਸ਼ਨ ਦੀ ਜ਼ਿੰਮੇਵਾਰੀ ਸੌਂਪਣ ਦੇ ਕਾਰਨ ਰਾਜਨਾਥ ਸਿੰਘ ਜੀ ਦੀ ਸੈਂਟਰ ਦੇ ਵੱਲੋਂ ਰੈਲੀ ਆ ਗਈ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਵੀ ਤੁਸੀਂ ਰਾਜਨਾਥ ਦੀ ਫਲਾਣੇ ਦਿਨ ਰੈਲੀ ਹੈ ਤੇ ਤੁਸੀਂ ਕਰਾਉਣੀ ਹੈ। ਉਸ ਰੈਲੀ ਦੀ ਸਾਰੀ ਜ਼ਿੰਮੇਵਾਰੀ ਉਹਨਾਂ ਨੇ ਮੇਰੇ ਤੇ ਕਰਤੀ ਵੀ ਮੁਕੇਸ਼ ਜੀ ਅਸੀਂ ਤਾਂ ਇਲੈਕਸ਼ਨਾਂ 'ਚ ਡੋਰ ਟੂ ਡੋਰ ਕੰਪੇਨ ਹੈ ਕਰ ਰਹੇ ਹਾਂ ਤੇ ਇਲੈਕਸ਼ਨ ਸਾਰਾ ਤੁਸੀਂ ਰੈਲੀ ਦਾ ਸਾਰਾ ਪ੍ਰਬੰਧ ਤੁਸੀਂ ਦੇਖਣਾ ਰਾਜਨਾਥ ਜੀ ਦਾ। ਜਦੋਂ ਮੈਂ ਰਾਜਨਾਥ ਜੀ ਦੀ ਰੈਲੀ ਦਾ ਸਾਰਾ ਪ੍ਰਬੰਧ ਦੇਖਿਆ ਤੇ ਰਾਜਨਾਥ ਜੀ ਦੇ ਜਿਹੜੀ ਟੀਮ ਹੈ ਉਹ 3 ਦਿਨ ਪਹਿਲਾਂ ਆ ਜਾਂਦੀ ਹੈ। ਉਹਨਾਂ ਦੀ ਸਿਕਿਉਰਿਟੀ ਟੀਮ, ਉਹਨਾਂ ਦੇ PSO, ਉਹਨਾਂ ਦੇ PA ਸਾਰੇ ਜਿਹੜੇ ਵੀ ਹੈ ਵੀ ਰੈਲੀ ਕਿੱਥੇ ਹੋਣੀ ਹੈ, ਸਿਕਿਉਰਿਟੀ ਦੇ ਕਾਰਨ ਜਾਂ ਕੁਛ ਵੀ, ਉਹਨਾਂ ਦੇ ਨਾਲ ਮੇਰੇ ਸੰਬੰਧ ਵੱਧ ਗਏ, ਨੇੜਤੀਆਂ ਵਧੀਆਂ। ਉਹਨਾਂ ਨੇ ਮੈਨੂੰ ਪੁੱਛਿਆ ਵੀ ਮੁਕੇਸ਼ ਜੀ ਵੀ ਤੁਸੀਂ ਮਤਲਬ ਕਿ ਆਪਣਾ ਕਿਵੇਂ ਪਾਰਟੀ ਦੇ ਵਿੱਚ ਕੀ ਅਹੁਦਾ ਤੁਹਾਡੇ ਕੋਲੇ। ਕਿਹਨਾਂ ਨੇ ਪੁੱਛਿਆ ਤੁਹਾਨੂੰ? ਜਿਹੜੇ ਰਾਜਨਾਥ ਦੇ PA ਆ, PSO ਜੀ, ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਹਾਡੇ ਕੋਲ ਕੀ ਅਹੁਦਾ ਹੈ ਪਾਰਟੀ ਦੇ ਵਿੱਚ। ਤੇ ਮੈਂ ਉਹਨਾਂ ਨੂੰ ਦੱਸਿਆ ਜੀ ਮੈਂ ਤਾਂ ਜੀ ਕਾਂਗਰਸ ਪਾਰਟੀ ਦੇ ਵਿੱਚ ਹਾਂ, ਮੈਂ ਤਾਂ ਇੱਥੇ ਭਰੱਪੇ ਤੌਰ ਤੇ ਗੌਰਵ ਕੱਕੜ ਜੀ ਦੀ ਮਦਦ ਕਰਨ ਆਇਆ। ਕਹਿੰਦੇ ਕੀ ਗੱਲ ਹੋ ਗਈ, ਮਤਲਬ ਕਿ ਤੁਸੀਂ ਪਾਰਟੀ ਕਿਉਂ ਛੱਡਤੀ। ਫਿਰ ਉਹਨਾਂ ਨੂੰ ਮੈਂ ਸਾਰੀਆਂ ਜਿਹੜੀਆਂ ਵੀ ਮੇਰੇ ਨਾਲ ਗੱਲਾਂ ਹੋਈਆਂ, ਪ੍ਰਸਥਿਤੀਆਂ ਹੋਈਆਂ, ਉਹਦੇ ਬਾਰੇ ਜਾਣੂ ਕਰਵਾਇਆ। ਉਹਨਾਂ ਨੇ ਸਾਰੀ ਗੱਲ ਰਾਜਨਾਥ ਜੀ ਨਾਲ ਗੱਲ ਕੀਤੀ। ਜਦੋਂ ਰਾਜਨਾਥ ਜੀ ਨੂੰ ਅਸੀਂ ਮਤਲਬ ਕਿ ਹੈਲੀਪੈਡ ਤੋਂ ਲੈਣ ਗਏ ਤੇ ਉਦੋਂ ਗੌਰਵ ਕੱਕੜ ਜੀ ਤੇ ਲਲਿਤ ਜੀ ਦੇ ਅਸੀਂ ਸਾਰੇ ਬੰਦੇ ਜਦੋਂ ਉਹਨਾਂ ਨੂੰ ਲੈ ਰਹੇ ਸੀਗੇ ਹੈਲੀਪੈਡ ਤੋਂ, ਤੇ ਉਦੋਂ ਰਾਜਨਾਥ ਜੀ ਨੇ ਗੌਰਵ ਕੱਕੜ ਜੀ ਨੂੰ ਪੁੱਛਿਆ ਵੀ ਤੁਸੀਂ ਪਾਰਟੀ ਦੇ ਵਿੱਚ ਕਿਵੇਂ ਆਏ। ਤੇ ਉਦੋਂ ਮੇਰੇ ਵੱਡੇ ਵੀਰ ਗੌਰਵ ਕੱਕੜ ਨੂੰ ਵੱਡਾ ਵੀਰ ਕਹਿ ਲਓ, ਛੋਟਾ ਵੀਰ ਕਹਿ ਲਓ, ਵੀ ਹੋ ਸਕਦਾ ਉਮਰ 'ਚ ਮੇਰੇ ਤੋਂ ਛੋਟਾ ਹੋਵੇ, ਛੋਟੇ ਵੀਰ ਨੂੰ ਪੁੱਛਿਆ ਵੀ ਤੁਸੀਂ ਪਾਰਟੀ ਕਿਵੇਂ ਜੁਆਇਨ ਕੀਤੀ। ਤੇ ਉਸ ਵੀਰ ਨੇ ਮੇਰਾ ਨਾਮ ਰਿਕਮੈਂਡ ਕੀਤਾ ਵੀ ਇਹ ਸਾਡੇ ਜ਼ਿਲ੍ਹਾ ਅਧਿਆਪਕ ਸੀ ਯੁਵਾ ਮੋਰਚਾ ਦੇ, ਇਹ ਮੈਨੂੰ ਪਾਰਟੀ ਦੇ ਵਿੱਚ ਲੈ ਕੇ ਆਏ। ਫਿਰ ਮੈਨੂੰ ਬਹੁਤ ਜਾਣਕਾਰ ਬੰਦੇ ਜਲਦੀ ਕਿਤੇ ਨਾਂ ਨਹੀਂ ਲੈਂਦੇ। ਬਿਲਕੁਲ ਉਹਨਾਂ ਨੇ ਮੇਰਾ ਨਾਮ ਲਿੱਤਾ। ਕੱਕੜ ਸਾਹਿਬ ਨੇ ਉਹਨਾਂ ਦੇ ਅੱਗੇ ਨਹੀਂ ਘੱਟੋ ਘੱਟ 50 ਬੰਦੇ ਅੱਗੇ ਨਾਮ ਲਿੱਤਾ ਹੋਊਗਾ ਇਸ ਗੱਲ ਦਾ ਵੀ ਯਾਰ ਪਾਰਟੀ ਦੇ ਵਿੱਚ ਲਿਆਉਣ ਵਾਲਾ ਮੁਕੇਸ਼ ਗਰਗ ਗਿਆ, ਜ਼ਿਲ੍ਹਾ ਪ੍ਰਧਾਨ ਮੈਨੂੰ ਯੂਥ ਦਾ ਵਾਈਸ ਪ੍ਰਧਾਨ ਲਾਉਣ ਵਾਲਾ ਇਹ ਬੰਦਾ ਹੈ। ਉਸ ਤੋਂ ਬਾਅਦ ਰਾਜਨਾਥ ਜੀ ਨੇ ਮੈਨੂੰ ਪੁੱਛਿਆ ਵੀ ਤੂੰ ਆਪਕੇ ਪਾਸ ਕਿਆ दायित्व ਹੈ, ਸਿੱਧੇ ਤੌਰ ਤੇ ਉੱਥੇ ਹੀ ਹੈਲੀਪੈਡ ਤੇ। ਮੈਂ ਕਿਹਾ ਸਰ ਵੀ ਮੇਰੇ ਨਾਲ ਰਾਜਨੀਤੀ ਜੇ ਪੰਜਾਬੀ 'ਚ ਕਹੀਏ ਤਾਂ ਸ਼ੋਸ਼ਣ, ਰਾਜਨੀਤੀ ਸ਼ੋਸ਼ਣ ਕਰਤਾ ਮੇਰੇ ਸ਼ੋਸ਼ਣ ਹੋਇਆ। ਵਿਰੋਧੀ ਲੋਕਾਂ ਨੇ ਵੀ ਮੈਨੂੰ ਜਦੋਂ ਮੈਂ ਉੱਚੇ ਵੱਧਦਾ ਸੀ ਤੇ ਮੇਰੇ ਪਾਰ ਕੱਢ ਦਿੰਦੇ ਸੀ ਵੀ ਇੱਥੇ ਭਾਜਪਾ 2-3 ਧੜਿਆਂ 'ਚ ਵੰਡੀ ਹੋਈ ਸੀ। ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਅੱਜ ਹੀ ਭਾਜਪਾ ਜੁਆਇਨ ਕਰੋ, ਤੁਹਾਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਊਗਾ। ਉਦੋਂ ਹੀ ਉਹਨਾਂ ਦੇ ਕਹਿਣ ਤੇ, ਇੰਨੇ ਵੱਡੇ ਕੱਦ ਵਾਲੇ ਨੇਤਾ ਦੇ ਕਹਿਣ ਤੇ ਮੇਰੇ ਤੋਂ ਜਵਾਬ ਨਹੀਂ ਦਿੱਤਾ ਗਿਆ ਤੇ ਮੈਂ ਉਦੋਂ ਹੀ ਖੜੇ ਭਾਜਪਾ ਦੇ ਵਿੱਚ ਜਾਣ ਦਾ ਮਨ ਬਣਾ ਲਿਆ। ਮਤਲਬ ਕਿ ਤੁਸੀਂ ਭਾਜਪਾ ਵਿੱਚ ਰਾਜਨਾਥ ਸਿੰਘ ਜੀ ਦੇ ਕਹਿਣ ਤੇ ਗਏ? ਬਿਲਕੁਲ ਰਾਜਨਾਥ ਜੀ ਦੇ ਰੱਖਿਆ ਮੰਤਰੀ, ਬਿਲਕੁਲ ਮੌਜੂਦਾ ਰੱਖਿਆ ਮੰਤਰੀ ਜੀ ਦੇ ਕਹਿਣ ਤੇ ਗਿਆ। ਮੋਦੀ ਦੇਸ਼ ਦੀ ਦੂਜੀ ਤੀਜੀ ਪਾਵਰ ਹੈ,
ਦੂਜੀ ਤੀਜੀ ਪਾਵਰ ਹੈ ਜੀ ਰਾਜਨਾਥ ਜੀ ਦੇ ਜਦੋਂ ਮੈਂ ਪਹਿਲਾਂ ਭਾਜਪਾ ਦੇ ਵਿੱਚ ਸੀਗਾ ਉਦੋਂ ਰਾਜਨਾਥ ਜੀ ਆਲ ਇੰਡੀਆ ਦੇ ਅਧਿਆਕਸ਼ ਸੀਗੇ ਭਾਜਪਾ ਦੇ। ਪੰਜਾਬ ਪ੍ਰਧਾਨ ਕਮਲ ਸ਼ਰਮਾ ਜੀ ਸੀ ਤੇ ਆਪਣੇ ਜ਼ਿਲ੍ਹੇ ਦੇ ਪ੍ਰਭਾਰੀ ਡੀਪੀ ਚੰਦਨ ਜੀ ਸੀਗੇ। ਤੇ ਹੁਣ ਜਦੋਂ ਮੈਂ ਮਤਲਬ ਕਿ ਭਾਜਪਾ ਉਹਨਾਂ ਦੇ ਕਹਿਣ ਤੇ ਜੁਆਇਨ ਕੀਤੀ, ਮੋਦੀ ਜੀ ਦੇ ਕੰਮ ਮੈਨੂੰ ਬਹੁਤ ਵਧੀਆ ਲੱਗੇ। ਜਿਵੇਂ ਮੋਦੀ ਜੀ ਨੇ ਅਯੋਧਿਆ ਦੇ ਵਿੱਚ ਰਾਮ ਮੰਦਿਰ ਦਾ ਫੈਸਲਾ ਲੈ ਲਓ, ਜਾਂ ਆਪਣੇ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਕਰਤਾਰਪੁਰ ਲਾਂਘਾ ਉਹਨਾਂ ਨੇ ਖੋਲ੍ਹਿਆ, ਕਰਤਾਰਪੁਰ ਲਾਂਘੇ ਦੀ ਗੱਲ ਕਰੀਏ, ਹੋਰ ਵੀ ਪੰਜਾਬ ਦੇ ਲੱਖਾਂ ਲੋਕਾਂ ਨੂੰ ਮਿਲੇ ਉਜਾਵਲ ਯੋਜਨਾ ਦਾ ਉਹਨਾਂ ਨੇ ਲਾਭ ਦਿੱਤਾ। ਜਾਂ ਕਿਸਾਨਾਂ ਦੇ ਵਿੱਚ ਹੁਣ ਪੰਜਾਬ ਦੇ ਵਿੱਚ 42,750 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਕੰਮ ਕਰਾਏ। ਜੇ ਆਪਾਂ ਗੱਲ ਕਰੀਏ ਕਿਸਾਨਾਂ ਦੀ ਤੇ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੀ ਪੇਮੈਂਟ ਆਨਲਾਈਨ ਕਰਾਈ। ਤੇ ਮਤਲਬ ਕਿ ਬਹੁਤ ਜਿਹੜੇ ਕੰਮ ਹੈ ਮੋਦੀ ਸਰਕਾਰ ਨੇ ਬਹੁਤ ਵਧੀਆ ਕੰਮ ਪੰਜਾਬ ਲਈ ਲੋਕਾਂ ਦੇ ਲਈ ਕੀਤੇ। ਉਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ, ਰਾਜਨਾਥ ਜੀ ਦੇ ਕਹਿਣ ਤੋਂ ਪ੍ਰਭਾਵਿਤ ਹੋ ਕੇ, ਤੇ ਜਿੰਨੇ ਵੀ ਮੇਰੇ ਨੇੜੇ ਦੇ ਲੋਕ ਹੈ ਸਾਰੇ ਹੀ ਭਾਜਪਾ ਦੇ ਵਿੱਚ ਸ਼ਾਮਲ ਹਨ। ਉਹਨਾਂ ਲੋਕਾਂ ਨਾਲ ਮੈਂ ਨਜ਼ਦੀਕਿਆ ਹੋਣ ਕਰਕੇ ਮੈਂ ਭਾਜਪਾ ਦੇ ਵਿੱਚ ਆਉਣ ਦਾ ਫੈਸਲਾ ਕੀਤਾ। ਕਿਤੇ ਇਹ ਤਾਂ ਨਹੀਂ ਹੋਊਗਾ ਜਿਵੇਂ ਅੱਗੇ ਪਾਰਟੀ ਬਾਰ-ਬਾਰ ਤੁਹਾਨੂੰ ਅਦਲ ਬਦਲ ਕਰਨੀਆਂ ਪਈਆਂ, ਕਿਤੇ ਭਾਜਪਾ ਤੋਂ ਵੀ ਇੱਥੋਂ ਵੀ ਕਿਤੇ ਹੋਰ ਪਾਰਟੀ ਨਾਲ ਚੱਲ ਜਾਓ ਕਿਤੇ? ਨਹੀਂ ਸਰ, ਇੱਥੇ ਮੈਂ ਤੁਹਾਡੇ CCP ਨਿਊਜ਼ ਦੇ ਚੈਨਲ ਦੇ ਰਾਹੀਂ ਤੁਹਾਡੇ ਸਰੋਤਿਆਂ ਨੂੰ ਜਾਂ ਆਮ ਲੋਕਾਂ ਨੂੰ ਜਾਂ ਜਿਹੜੇ ਵੀ ਲੋਕ ਮੈਨੂੰ ਸੁਣਦੇ ਜਾਂ ਦੇਖਦੇ ਆ ਉਹਨਾਂ ਲੋਕਾਂ ਅੱਗੇ ਇਹ ਮੈਂ ਬਿਆਨ ਮਤਲਬ ਕਿ ਇਸ ਚੀਜ਼ ਨੂੰ ਤੁਸੀਂ ਰਿਕਾਰਡ ਕਰ ਲਿਓ ਵੀ ਹੁਣ ਭਾਜਪਾ ਦੇ ਵਿੱਚ ਹੀ ਰਵਾਂਗੇ। ਜਦੋਂ ਮੇਰੀ ਲਾਸਟ ਦੇ ਵਿੱਚ ਮੇਰੀ ਮਤਲਬ ਕਿ ਪ੍ਰਮਾਤਮਾ ਮੈਨੂੰ ਆਪਦੇ ਕੋਲ ਸੱਦੂਗਾ, ਜਦੋਂ ਮੇਰੀ ਮੌਤ ਹੋਊਗੀ ਤੇ ਭਾਜਪਾ ਦੇ ਝੰਡੇ ਦੇ ਵਿੱਚ ਹੀ ਮੇਰੀ ਜਿਹੜੀ ਡੈੱਡ ਬੋਡੀ ਜਾਊਗੀ। ਮੇਰਾ ਜਿਹੜਾ ਕਫਨ ਹੋਊਗਾ ਉਹ ਭਾਜਪਾ ਦਾ ਹੋਊਗਾ। ਉਦੋਂ ਪਹਿਲਾਂ ਮੈਂ ਪਾਰਟੀ ਮਤਲਬ ਕਿ ਮੇਰੀ ਮੌਤ ਦੇ ਨਾਲ ਹੀ ਮੇਰੀ ਜਾਊਗੀ। ਹੁਣ ਨਹੀਂ ਮੈਂ ਕੋਈ ਪਾਰਟੀ ਮਤਲਬ ਭਵਿੱਖ ਦੇ ਵਿੱਚ ਚੇਂਜ ਕਰਦਾ। ਜਿਹੜਾ ਬਹੁਤ ਵੱਡਾ ਤੁਸੀਂ ਫੈਸਲਾ ਲੈ ਰਹੇ ਹੋ, ਵੇਖੋ ਕਿਤੇ ਐਡਾ ਭਾਵੁਕ ਹੋ ਕੇ ਤਾਂ ਨਹੀਂ ਫੈਸਲਾ ਲੈ? ਨਹੀਂ, ਬਿਲਕੁਲ ਭਾਵੁਕ ਹੋ ਕੇ ਨਹੀਂ। ਸਾਰਾ ਕੁਝ ਸੋਚ ਲਿਆ, ਸਾਰਾ ਕੁਝ ਸਮਝ ਲਿਆ। ਜਦੋਂ ਇੱਕ ਗਰਾਊਂਡ ਲੈਵਲ ਦੇ ਕਾਰਿਆਕਰਤਾ ਨੂੰ MLA ਦੀ ਟਿਕਟ ਮਿਲ ਸਕਦੀ ਹੈ। ਦੇਖੋ ਗੌਰਵ ਕੱਕੜ ਇੱਕ ਗਰਾਊਂਡ ਲੈਵਲ ਦਾ MLA ਆਪਣਾ ਯੂਥ ਦਾ ਕਾਰਿਆਕਰਤਾ ਹੈ, 26 ਜ਼ਿਲ੍ਹਾ ਪ੍ਰਧਾਨ ਹੈ, ਪੰਜਾਬ ਪ੍ਰਧਾਨ ਹੈ, 172 ਬੰਦਿਆਂ ਨੂੰ ਟਿਕਟ ਮਿਲਣੀ। ਭਾਜਪਾ ਦੇ ਘੱਟੋ ਘੱਟ ਮੈਂ ਗੱਲ ਕਰੂੰਗਾ ਵੀ 50 ਲੱਖ ਤੋਂ ਉੱਤੇ ਕਾਰਿਆਕਰਤਾ ਪੰਜਾਬ ਦੇ ਵਿੱਚ ਹੈ ਤੇ ਉਹਦੇ 'ਚ 72 ਬੰਦੇ ਚੁਣ ਕੇ ਆਣੇ, ਉਹਦੇ 'ਚ ਇੱਕ ਗੌਰਵ ਕੱਕੜ ਨੂੰ ਟਿਕਟ ਮਿਲ ਸਕਦੀ ਹੈ। ਤੇ ਪਾਰਟੀ ਨੇ ਯਾਰ ਬੰਦੇ ਦੀ ਕਦਰ ਤਾਂ ਪਾਈ ਹੈ ਨਾ। ਇੱਥੇ ਅਸੀਂ 4.5 ਸਾਲ ਅਕਾਲੀ ਦਲ ਦੇ ਵਿੱਚ ਕੰਮ ਕਰਤਾ ਹੈ, ਆਪਦਾ ਕਾਰੋਬਾਰ ਤੱਕ ਫੇਲ ਕਰਤੇ ਤੇ ਉਸ ਬੰਦੇ ਨੇ ਪਾਰਟੀ ਦੇ ਇੰਚਾਰਜ ਨੇ ਆ ਕੇ ਸਾਨੂੰ ਮਤਲਬ ਕਿ ਫੋਨ ਲਾ ਕੇ ਇਹ ਨਹੀਂ ਪੁੱਛਿਆ ਯਾਰ ਕਾਕਾ ਤੇਰਾ ਨੁਕਸਾਨ ਹੋ ਗਿਆ, ਤੇਰਾ ਹੱਲ ਕੀ ਹੈ, ਕੀ ਕਰੀਏ। ਤੇ ਇਹੋ ਜਿਹੀ ਪਾਰਟੀ 'ਚ ਦੱਸੋ ਰਹਿ ਕੇ ਕੀ ਕਰੇ ਬੰਦਾ। ਠੀਕ, ਹੁਣ ਤੁਹਾਨੂੰ ਰਾਜਨਾਥ ਸਿੰਘ ਜੀ ਨੇ ਸ਼ਾਮਲ ਕਰ ਲਿਆ ਪਾਰਟੀ ਦੇ ਵਿੱਚ ਤੇ ਤੁਸੀਂ ਜਿਹੜੀ ਮਿਹਨਤ ਹੀ ਬਹੁਤ ਕੀਤੀ ਹੈ ਗੌਰਵ ਕੱਕੜ ਜੀ ਨਾਲ ਜਾਂ ਹੋਰ ਸੀਟਾਂ ਤੇ BJP ਦੀਆਂ ਜਿਹੜੀਆਂ ਹੈਗੀਆਂ ਕੋਟਕਪੁਰੇ ਵੀ ਨੈਚੁਰਲ ਕੀਤੀ ਹੋਊਗੀ, BJP ਦੀ ਸਪੋਰਟ ਕੀਤੀ ਹੋਊਗੀ। ਹੁਣ ਫਿਰ ਜਿਹੜੀ 10 ਮਾਰਚ ਨੂੰ ਨਤੀਜੇ ਨੇ ਉਹਦੇ ਬਾਰੇ ਕੀ ਕਹੋਗੇ? ਦੇਖੋ ਜੀ, ਸਾਨੂੰ ਪੂਰਾ ਵਿਸ਼ਵਾਸ ਹੈ, ਪੂਰੀ ਆਸ ਹੈ ਵੀ ਆਉਣ ਵਾਲੀ 10 ਮਾਰਚ ਨੂੰ ਭਾਜਪਾ ਦੀ ਸਰਕਾਰ ਬਣੂਗੀ। ਨਵਾਂ ਪੰਜਾਬ ਭਾਜਪਾ ਦੇ ਨਾਲ ਹੋਊਗਾ, ਡਬਲ ਇੰਜਨ ਦੀ ਸਰਕਾਰ ਬਣੂਗੀ। ਸੈਂਟਰ ਦੇ ਵਿੱਚ ਵੀ ਮੋਦੀ ਸਾਹਿਬ ਦੀ ਸਰਕਾਰ ਹੋਊਗੀ, ਪੰਜਾਬ ਦੇ ਵਿੱਚ ਵੀ ਮੋਦੀ ਸਾਹਿਬ ਦੀ ਸਰਕਾਰ ਹੋਊਗੀ ਤੇ ਪੰਜਾਬ ਦੀ ਜਿਹੜੀ ਤਰੱਕੀ ਰੁਕੀ ਹੋਈ ਹੈ ਮੁੜ ਤੋਂ ਬਹਾਲ ਹੋਊਗੀ। ਅਸੀਂ ਪੂਰਾ ਵਿਸ਼ਵਾਸ ਤੇ ਪੂਰੀ ਮਤਲਬ ਕਿ ਆਸ ਨਾਲ ਮੈਂ ਤੁਹਾਨੂੰ ਇਹ ਕਹਿ ਸਕਦਾ 10 ਮਾਰਚ ਨੂੰ ਭਾਜਪਾ ਦੀ ਸਰਕਾਰ ਬਣੂਗੀ। ਜਿਹੜੀ ਅਟੈਚਮੈਂਟ ਹੈ, ਫਿਰ ਅਟੈਚਮੈਂਟ ਕਿਹੜੇ ਤਰੀਕੇ ਨਾਲ ਬਣ ਜਾਊਗੀ? ਕੀ ਸ਼੍ਰੋਮਣੀ ਅਕਾਲੀ ਦਲ ਨਾਲ ਫਿਰ ਗੱਠਜੋੜ ਹੋ ਜਾਊਗਾ? ਦੇਖੋ ਜੀ, ਇਸ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਇਹ ਉੱਚ ਲੈਵਲ ਦੀਆਂ ਗੱਲਾਂ ਹਨ। ਇਹ ਤਾਂ ਪਾਰਟੀ ਦੇ ਜਿਹੜੇ ਸੀਨੀਅਰ ਲੀਡਰਸ਼ਿਪ ਹੈ ਜਾਂ ਜਿਹੜੀ ਪਾਰਟੀ ਦੇ ਰਾਸ਼ਟਰੀ ਅਧਿਆਕਸ਼ ਹੈ ਜਾਂ ਮੋਦੀ ਸਾਹਿਬ ਹੈ, ਇਹਨਾਂ ਗੱਲਾਂ ਬਾਰੇ ਜਾਂ ਪੰਜਾਬ ਦੇ ਜਿਹੜੇ ਸੂਬਾ ਪ੍ਰਧਾਨ ਹੈ ਉਹੀ ਦੱਸ ਸਕਦੇ ਆ। ਪਰ ਜਿਹੜੀ ਮੇਰੀ ਦਿਲੋਂ ਆਵਾਜ਼ ਹੈ, ਜਿਹੜੀ ਅੰਦਰੋਂ ਆਵਾਜ਼ ਹੈ, ਜਿਵੇਂ ਅਸੀਂ ਪਾਰਟੀ ਦੇ ਹੀ ਕੰਮ ਕੀਤਾ, ਜਦ ਮੈਂ ਦੇਖਿਆ ਲੋਕਾਂ ਦੇ ਵਿੱਚ ਜਾ ਕੇ ਉਤਸ਼ਾਹ ਵੇਖਿਆ, ਉੱਥੋਂ ਤਾਂ ਮੈਨੂੰ ਇਹੀ ਲੱਗਦਾ ਵੀ ਭਾਜਪਾ ਦੀ ਸਰਕਾਰ ਬਣੂਗੀ। ਮਤਲਬ ਕਿ ਉੱਥੋਂ ਲੱਗਦਾ ਭਾਜਪਾ ਦੀ ਸਰਕਾਰ ਬਣੂਗੀ। ਤੁਸੀਂ ਇੱਕ ਪ੍ਰਸਿੱਧ ਬਿਜ਼ਨਸਮੈਨ ਵੀ ਹੋ ਔਰ ਕਾਫੀ ਤੁਸੀਂ ਜਿਹੜੀਆਂ ਸਮਾਜ ਸੇਵਾ ਦੇ ਨਾਤੇ ਵੀ ਕੋਈ ਸੰਸਥਾ ਵੀ ਹੋਊਗੀ, ਥੋੜਾ ਆਪਣਾ ਬਿਊਰਾ ਦੱਸਿਆ। ਦੇਖੋ ਜੀ, ਮੈਂ ਐਂਡ ਤੇ ਆਪਾਂ ਆਵਾਂਗੇ, ਤੁਸੀਂ ਸ਼ਨੀ ਜੀ ਦੇ ਉਪਾਸਕ ਹੋ, ਸ਼ਨੀ ਦੇਵ ਜੀ ਦੇ, ਉੱਥੇ ਐਂਡ ਤੇ ਆਵਾਂਗੇ। ਪਹਿਲਾਂ ਸਾਰੀਆਂ ਆਪਦੀ ਡੈਜ਼ਿਗਨੇਸ਼ਨ ਦੱਸਿਆ। ਦੇਖੋ ਜੀ, ਜਿਹੜਾ ਇਸ ਟਾਈਮ ਮੈਂ ਮੌਜੂਦਾ ਸ਼ਨੀਦੇਵ ਸਹਾਰਾ ਲੰਗਰ ਸੇਵਾ ਸਮਿਤੀ ਦਾ ਚੇਅਰਮੈਨ ਹੈ ਕੋਟਕਪੂਰਾ ਦਾ। ਪੰਜਾਬ ਦੇ ਵਿੱਚ ਮੈਂ ਅਗਰਵਾਲ ਯੂਥ ਏਕਤਾ ਮੰਚ ਪੰਜਾਬ ਦਾ ਸੂਬਾ ਪ੍ਰਧਾਨ ਹੈ। ਅਗਰਵਾਲਾਂ ਦੇ ਜਿਹੜੇ ਬੇਟੇ ਹੈ ਯੂਥ ਏਕਤਾ ਮੰਚ ਦੇ ਜਿੰਨੇ ਵੀ ਅਗਰਵਾਲ ਸਮਾਜ ਦੇ ਭਾਈਚਾਰੇ ਦੇ ਜਿੰਨੇ ਵੀ ਯੂਥ ਹੈ ਜਿਹੜੇ ਆਪਣੇ ਉਹਨਾਂ ਦੀ ਨੁਮਾਇੰਦਗੀ ਕਰਦੇ ਆ, ਪੰਜਾਬ ਦਾ ਸੂਬਾ ਪ੍ਰਧਾਨ ਹੈ ਜਿਸ ਤੇ ਪੰਜਾਬ ਦੇ ਸੂਬਾ ਪ੍ਰਧਾਨ। ਸ਼ਨੀ ਦੇਵ ਜੀ ਦੇ ਤੁਸੀਂ ਉਪਾਸਕ ਹੋ ਪੁਰਾਣੇ। ਇਹ ਵੀ ਮੈਂ ਸੁਣਿਆ ਤੁਸੀਂ ਕੋਈ 2 ਕਿੱਲੇ ਜ਼ਮੀਨ ਲਈ ਹੋਈ ਹੈ, ਸ਼ਨੀ ਦੇਵ ਜੀ ਦਾ ਕੋਈ ਮੰਦਿਰ ਵਗੈਰਾ ਬਣਾ ਰਹੇ ਹੋ? ਬਿਲਕੁਲ ਜੀ, ਸ਼ਨੀ ਦੇਵ ਜੀ ਦੇ ਨਾਲ ਮੇਰੀ ਬਚਪਨ ਤੋਂ ਹੀ ਆਸਥਾ ਜੁੜੀ ਹੋਈ ਹੈ। ਪਹਿਲਾਂ ਅਸੀਂ ਰਾਧਾ ਕ੍ਰਿਸ਼ਨ ਮੰਦਿਰ ਦੇ ਵਿੱਚ ਸ਼ਨੀ ਦੇਵ ਜੀ ਦਾ ਮੰਦਿਰ ਬਣਵਾਇਆ ਸੀ। ਉੱਥੇ ਹਰ ਸ਼ਨੀਵਾਰ ਲੰਗਰ ਲਾਉਂਦੇ ਰਹੇ ਹਾਂ ਸ਼ਨੀ ਦੇਵ ਜੀ ਦਾ। ਉੱਥੋਂ ਹੀ ਉਸ ਲੰਗਰ ਨੂੰ ਦੇਖ ਕੇ ਹੀ ਉੱਥੇ ਜਿਹੜਾ ਮੇਰਾ ਯੂਥ ਜੁੜਿਆ, ਉੱਥੋਂ ਦੇਖਦੇ ਹੀ ਪਾਰਟੀ ਨੇ ਮੈਨੂੰ ਜ਼ਿੰਮੇਵਾਰੀਆਂ ਦਿੱਤੀਆਂ, ਭਾਜਪਾ ਦੇ ਵਿੱਚ ਮੈਂ ਸ਼ਾਮਲ ਹੋਇਆ। ਤੇ ਹੁਣ ਜਿਹੜੀ ਅਸੀਂ 2 ਏਕੜ ਜਗ੍ਹਾ ਲਿੱਤੀ ਹੈ ਮਹਾਲਕਸ਼ਮੀ ਪੈਲਸ ਦੇ ਨਾਲ ਲਿੱਤੀ ਹੈ, ਉੱਥੇ ਸ਼੍ਰੀ ਮੁਕਤਸਰ ਸਾਹਿਬ ਰੋਡ ਤੇ 2018 ਦੇ ਵਿੱਚ ਅਸੀਂ ਉੱਥੇ। ਅਸੀਂ ਮਤਲਬ ਹੋਰ ਵੀ ਜਿਹੜੇ ਨੇ ਤੁਹਾਡੇ ਨਾਲ? ਅਸੀਂ ਤੋਂ ਭਾਵ ਮਤਲਬ ਕਿ ਸਾਡੇ
ਪਰਿਵਾਰ ਨੇ ਲਿੱਤੀ ਹੈ, ਮਤਲਬ ਕਿ ਤੇ 2018 ਦੇ ਵਿੱਚ ਅਸੀਂ ਉੱਥੇ ਇੱਕ ਸ਼ਨੀਦੇਵ ਜੀ ਦਾ ਭਵਯ ਵਿਸ਼ਾਲ ਯੋਜਨ ਜਾਗਰਣ ਕਰਵਾਇਆ ਸੀ। 9 ਦਿਨ ਉੱਥੇ ਸ਼ਨੀਦੇਵ ਜੀ ਮਹਾਰਾਜ ਜੀ ਦਾ ਯੱਗ ਹੋਇਆ ਸੀ, ਜੰਗਲ ਦੇ ਵਿੱਚ ਮੰਗਲ ਕੀਤਾ ਸੀਗਾ ਤੇ 2 ਏਕੜ ਦੇ ਵਿੱਚ ਵਿਸ਼ਾਲ ਸ਼ਨੀਦੇਵ ਜੀ ਦਾ ਮੰਦਿਰ 2023 ਤੱਕ ਬਣ ਕੇ ਤਿਆਰ ਹੋ ਜਾਊਗਾ ਲੋਕਾਂ ਦੇ ਦਰਸ਼ਨ ਲਈ। ਮਤਲਬ ਕਿ 2023 ਤੱਕ ਇਹ ਮੰਦਿਰ ਬਣ ਜਾਊਗਾ। ਮੁਕੇਸ਼ ਗਰਗ ਬੇਟਾ ਦੇ ਪਰਿਵਾਰ ਵੱਲੋਂ ਇਹ ਜ਼ਮੀਨ ਦਾਨ ਕੀਤੀ ਗਈ ਹੈ। ਦੇਖੋ ਜੀ, ਜ਼ਮੀਨ ਜਿਹੜੀ ਲਿੱਤੀ ਹੈ ਅਸੀਂ ਆਫ ਦੇ ਪਰਸਨਲ ਫੰਡ ਤੋਂ ਲਿੱਤੀ ਹੈ। ਜੇ ਮੰਦਿਰ ਦੀ ਉਸਾਰੀ ਦੇ ਵਿੱਚ ਜੇ ਕੋਈ ਭਗਤ ਜਨ ਜਿਹੜਾ ਵੀ ਕੋਈ ਸਹਿਯੋਗ ਦੇਣਾ ਚਾਹੂਗਾ, ਉਹਨਾਂ ਦੇ ਸਹਿਯੋਗ ਨਾਲ ਉਸ ਮੰਦਿਰ ਨੂੰ ਉਸਾਰੀ ਕੀਤੀ ਜਾਊਗੀ। ਬਹੁਤ ਧੰਨਵਾਦ ਮੁਕੇਸ਼ ਜੀ, ਬਹੁਤ ਆਨੰਦ ਆਇਆ। ਇੱਕ ਸ਼ਬਦ ਰਹਿ ਗਿਆ, ਤੁਹਾਡੇ ਨਾਂ ਦੇ ਨਾਲ ਬੇਟਾ ਲੱਗਦਾ, ਬੇਟੇ ਨੂੰ ਥੋੜਾ ਐਕਸਪਲੇਨ ਕਰੋ, ਬੇਟਾ ਕਿਵੇਂ ਤੁਹਾਡੇ ਨਾਂ ਨਾਲ ਫਿਰ ਅਟੈਚ ਹੋਇਆ? ਬੇਟਾ ਲੱਗਣ ਦਾ ਕਾਰਨ ਇਹ ਹੈ ਵੀ ਮੈਂ ਬਹੁਤ ਛੋਟੀ ਉਮਰ ਦੇ ਵਿੱਚ ਹੀ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਪੈ ਗਿਆ ਸੀਗਾ। ਜਦੋਂ ਮਾਤਰ ਮੇਰੀ ਮੰਨ ਲਓ 12-13 ਸਾਲ ਦੀ ਉਮਰ ਹੁੰਦੀ ਸੀ ਤੇ ਮੈਂ 24-25 ਸਾਲ 30 ਸਾਲ ਦੀ ਉਮਰ ਦੇ ਵਿਅਕਤੀਆਂ ਨਾਲ ਕੰਮ ਕਰਦਾ ਸੀ। ਉੱਥੇ ਸਭ ਤੋਂ ਛੋਟਾ ਮੈਂ ਹੀ ਹੁੰਦਾ ਸੀ ਉਹਨਾਂ ਨਾਲ ਕੰਮ ਕਰਨ ਲਈ, ਤੇ ਉਹ ਮੈਨੂੰ ਪਿਆਰ ਨਾਲ ਬੇਟਾ ਕਹਿ ਕੇ ਬੁਲਾਉਂਦੇ ਸੀ। ਬੇਟਾ ਗੱਲ ਸੁਣੀ, ਬੇਟਾ ਆਹ ਕੰਮ ਕਰਦੇ, ਬੇਟਾ ਉਹ ਕੰਮ ਕਰਦੇ। ਉੱਥੋਂ ਹੀ ਉਹ ਸਾਰੇ ਜਦੋਂ ਮੈਨੂੰ ਬੇਟਾ ਬੇਟਾ ਕਹਿਣ ਲੱਗੇ ਤੇ ਇਸ ਕਰਕੇ ਜਗ ਜ਼ਹਿਰ ਹੋ ਗਿਆ ਬੇਟਾ ਨਾਲ। ਸਮਾਜ ਸੇਵਾ ਦੇ ਤੁਸੀਂ ਕੰਮ ਕੀਤੇ ਕਹਿ ਰਹੇ ਹੋ, ਕਿਹੜੇ ਕੰਮ ਕੀਤੇ ਸਮਾਜ ਸੇਵਾ ਦੇ ਵਿੱਚ? ਦੇਖੋ, ਜਿਵੇਂ ਹਰ ਸ਼ਨੀਵਾਰ ਲੰਗਰ ਲਾਉਣਾ, ਗਰੀਬ ਬਸਤੀਆਂ ਤੱਕ ਲੰਗਰ ਪਹੁੰਚਾਉਣਾ। ਕਰੋਨਾ ਕਾਲ ਦੇ ਵਿੱਚ ਜਦੋਂ ਕਿ ਜਿਹੜੇ ਗਰੀਬ ਦਿਹਾੜੀਦਾਰ ਲੋਕ ਸੀਗੇ, ਜਿਨ੍ਹਾਂ ਦੇ ਮਤਲਬ ਕਿ ਦਿਹਾੜੀ ਦੇ ਵਿੱਚ ਜਾਂਦੇ ਸੀ, ਦਿਹਾੜੀਆਂ ਬੰਦ ਹੋ ਗਈਆਂ ਸੀ, ਕੰਮਕਾਰ ਬੰਦ ਹੋ ਗਏ ਸੀ, ਉਹਨਾਂ ਨੂੰ ਸੁੱਕਾ ਰਾਸ਼ਨ ਮੁਹੱਈਆ ਕਰਾਉਣਾ, ਗਰੀਬ ਲੜਕੀਆਂ ਦੀ ਸ਼ਾਦੀ ਕਰਾਉਣਾ, ਜਿਹੜੇ ਬੱਚੇ ਪੜ੍ਹ ਲਿਖ ਨਹੀਂ ਸਕਦੇ ਉਹਨਾਂ ਲਈ ਬੱਚਿਆਂ ਦੀ ਪੜ੍ਹਾਈ ਦਾ ਖਰਚ ਕਰਨਾ, ਖੂਨਦਾਨ ਦੇਣਾ। ਜੇ ਕਿਸੇ ਵਿਅਕਤੀ ਨੂੰ ਮਤਲਬ ਖੂਨ ਦੀ ਲੋੜ ਹੈ ਤੇ ਜੇ ਕੋਈ ਮੈਨੂੰ ਫੋਨ ਆ ਜਾਏ ਉਹਨਾਂ ਨੂੰ ਖੂਨ ਦੇਣਾ। ਐਸੇ ਬਹੁਤ ਸਾਰੇ ਕੰਮ ਹਨ ਜਿਹੜੇ ਸਮਾਜ ਦੀ ਸੇਵਾ ਲਈ ਅਸੀਂ ਲੋੜ ਪੈਣ ਤੇ ਜਿਵੇਂ ਲੋਕਾਂ ਨੂੰ ਲੋੜ ਪੈਂਦੀ ਹੈ ਕਰਦੇ ਰਹਿੰਦੇ ਹਾਂ। ਬਿਲਕੁਲ। ਮੁਕੇਸ਼ ਜੀ, ਸਾਡੇ CCP ਨਿਊਜ਼ ਦੇ ਅਖੀਰ ਤੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਤੁਹਾਡਾ ਬੜਾ ਤਜਰਬਾ ਹੋਇਆ, ਸਿਸਟਮ ਸਾਰਾ ਆਪਾਂ ਗੱਲਬਾਤ ਬੜੀ ਡਿਟੇਲ ਦੇ ਵਿੱਚ ਕੀਤੀ ਹੈ, ਕੀ ਮੈਸੇਜ ਦੇਣਾ ਚਾਹੋਗੇ? ਮੈਂ CCP ਨਿਊਜ਼ ਦੇਖਦੇ ਹੋਏ ਸਾਰੇ ਸਰੋਤਿਆਂ ਨੂੰ ਇਹ ਗੱਲ ਦੱਸਣਾ ਚਾਹੂੰਗਾ, ਇੱਕ ਤਾਂ ਹਰੇਕ ਬੰਦਾ ਜਿਹੜੀ ਇਹ ਮੇਰੀ ਵੀਡੀਓ ਹੈ ਜਿਹੜੀ ਮੈਂ ਬਣਾਈ ਹੈ, ਆਪਦਾ ਪੱਖ ਰੱਖਿਆ, ਵੱਧ ਤੋਂ ਵੱਧ ਸ਼ੇਅਰ ਕਰਿਓ, ਵੱਧ ਤੋਂ ਵੱਧ ਲਾਈਕ ਕਰਿਓ, ਤਾਂ ਕਿ CCP ਚੈਨਲ ਦੇ ਜਿਹੜੇ ਦਾ ਚੈਨਲ ਹੈ ਇਹਨੂੰ ਵੀ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚਾਇਆ ਜਾਵੇ ਤੇ ਮੇਰੀ ਗੱਲ ਨੂੰ ਵੀ ਵੱਧ ਤੋਂ ਵੱਧ ਪਹੁੰਚਾਇਆ ਜਾਵੇ। ਨਾਲ ਹੀ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਵੀ ਐਸੇ ਪੋਲੀਟੀਕਲ ਲੋਕਾਂ ਦੇ ਸ਼ਿਕਾਰ ਹੋਣ ਤੋਂ ਬਚਿਓ, ਜਿਵੇਂ ਕਿ ਮੈਂ ਸ਼ਿਕਾਰ ਹੋਇਆ ਥਲੜੀ ਰਾਜਨੀਤੀ ਦਾ। ਅਟੈਕ ਲੱਗ ਗਿਆ ਵੀ ਜਿਹੜੇ ਮੇਰੇ ਰਾਜਨੀਤਿਕ ਵਿਰੋਧੀ ਸੀ ਉਹਨਾਂ ਨੇ ਮੈਨੂੰ ਅੱਗੇ ਨਹੀਂ ਆਉਣ ਦਿੱਤਾ, ਤੇ ਮੈਂ ਹੁਣ ਆਪਦੇ ਆਪ 'ਚ ਬਹੁਤ ਫਖਰ ਮਹਿਸੂਸ ਕਰਦਾ ਵੀ ਯਾਰ ਮੈਨੂੰ ਐਂ ਲੱਗਦਾ ਵੀ ਯਾਰ ਮੁਕੇਸ਼, ਵੀ ਜਿਹੜੀ ਤੂੰ ਮਿਹਨਤ ਕੀਤੀ ਸੀ ਨਾ ਇੰਨੇ ਚਿਰ 10 ਸਾਲ ਤੋਂ, ਉਹ ਤੇਰੀ ਮਤਲਬ ਕਿ ਹੁਣ ਸਫਲ ਹੋ ਗਈ ਹੈ। ਵੀ ਆਲ ਇੰਡੀਆ ਦੇ ਰਾਸ਼ਟਰੀ ਰੱਖਿਆ ਮੰਤਰੀ, ਜਿਹਨੂੰ ਆਪਾਂ ਕਹਿ ਦਈਏ ਆਲ ਇੰਡੀਆ ਦੇ ਰੱਖਿਆ ਮੰਤਰੀ ਦੀ ਰਾਹੀਂ ਤੂੰ ਜੁਆਇਨਿੰਗ ਕੀਤੀ ਹੈ। ਮੈਨੂੰ ਐਂ ਲੱਗਦਾ ਵੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਭਾਜਪਾ ਦਾ ਇੱਕ ਮੈਂ ਇਕੱਲਾ ਐਸਾ ਕਾਰਿਆਕਰਤਾ ਹਾਂ ਜਿਹੜਾ ਏਡੇ ਕੱਦਕਾਰ ਵਾਲੇ ਨੇਤਾ ਤੋਂ ਸ਼ਾਮਲ ਹੋਇਆ। ਮੈਨੂੰ ਨਹੀਂ ਲੱਗਦਾ ਵੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਹੋਰ ਕੋਈ ਭਾਜਪਾ ਦਾ ਕੋਈ ਐਸਾ ਕਾਰਿਆਕਰਤਾ ਹੋਊਗਾ ਜਿਹੜਾ ਏਡੇ ਵੱਡੇ ਕੱਦ ਵਾਲੇ ਲੀਡਰ ਤੋਂ ਸ਼ਾਮਲ ਹੋਇਆ ਹੋਊਗਾ। ਤੇ ਮੈਂ ਆਪਦੇ ਆਪ 'ਤੇ ਇੱਕ ਫਖਰ ਮਹਿਸੂਸ ਕਰਦਾ ਵੀ ਮੇਰੀ ਮਿਹਨਤ ਰੰਗ ਲਿਆਈ ਹੈ। ਤੇ ਮੈਂ ਫਿਰ ਹੱਥ ਜੋੜ ਕੇ ਵਾਰ-ਵਾਰ ਇਹੀ ਬੇਨਤੀ ਕਰੂੰਗਾ ਵੀ ਇਹਨਾਂ ਰਾਜਨੀਤਿਕ ਬੰਦਿਆਂ ਨੇ ਜਿਵੇਂ ਮੇਰਾ ਘਟਨ ਕੀਤਾ, ਮੇਰਾ ਸ਼ਿਕਾਰ ਕੀਤਾ, ਇਹਨਾਂ ਲੋਕਾਂ ਤੋਂ ਦੂਰੀ ਬਣਾਓ, ਇਹਨਾਂ ਲੋਕਾਂ ਨੂੰ ਜਾਣੋ। ਇਹ ਸਿਰਫ ਆਪਦਾ ਫਾਇਦਾ ਕਢਾਉਂਦੇ ਹਨ, ਆਪਦਾ ਕੰਮ ਕਰਾਉਂਦੇ ਹਨ। ਜਦੋਂ ਉੱਪਰ ਵਧਣ ਦੀ ਗੱਲ ਆਉਂਦੀ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਸਿਸਟਮ ਨੂੰ ਸਮਝ ਚੁੱਕੇ ਆ। ਉਦੋਂ ਇਹ ਜਿਵੇਂ ਚਾਹ ਦੇ ਵਿੱਚੋਂ ਆਪਾਂ ਮੱਖੀ ਬਾਹਰ ਕੱਢ ਕੇ ਮਾਰਦੇ ਆ, ਉਵੇਂ ਉਹ ਲੋਕਾਂ ਨੂੰ ਬਾਹਰ ਕੱਢ ਕੇ ਮਾਰਦੇ ਹਨ। ਮੇਰੇ ਨਾਲ ਤਾਂ ਹੋਇਆ ਵੀਰੋ, ਲੋਕ ਮੈਨੂੰ ਇਹ ਗੱਲ ਕਹਿ ਦਿੰਦੇ ਆ ਜਿਵੇਂ ਵੀ ਇਹਦਾ ਕੋਈ ਸਟੈਂਡ ਨਹੀਂ ਜਾਏ, ਕਿਤੇ ਕੋਈ ਪਾਰਟੀ ਬਦਲਦਾ। ਵੀਰੋ, ਕਿਸੇ ਵੀ ਬੰਦੇ ਦਾ ਕੋਈ ਮਨ ਨਹੀਂ ਕਰਦਾ ਪਾਰਟੀ ਚੇਂਜ ਕਰਨ ਦਾ ਜਾਂ ਪਾਰਟੀ ਬਦਲਣ ਦਾ। ਉਹਦੇ ਹਾਲਾਤ, ਉਹਦੀਆਂ ਮਜਬੂਰੀਆਂ ਐਸੀਆਂ ਹਾਲਾਤ ਬਦਲਦੇ ਹਨ ਵੀ ਕਿਸੇ ਪਾਰਟੀ ਤੋਂ ਦੂਜੀ ਪਾਰਟੀ 'ਤੇ ਜਾਣ ਦਾ। ਜਦੋਂ ਮੰਨ ਲਓ ਤੁਸੀਂ ਇੱਕ ਪਾਰਟੀ 'ਚ ਦਿਲੋਂ ਕੰਮ ਕਰਦੇ ਹਨ ਤੇ ਉਸ ਪਾਰਟੀ ਦਾ ਨੇਤਾ, ਮੈਨੂੰ ਵਾਰ-ਵਾਰ ਦੁੱਖ ਆਉਂਦਾ, ਵਾਰ-ਵਾਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਬੰਦੇ ਲਈ ਤੁਸੀਂ ਜਿੰਦ ਜਾਨ ਲਾਈ, ਉਹ ਬੰਦਾ ਤੁਹਾਨੂੰ ਫੋਨ ਕਰਕੇ ਤੁਹਾਡਾ ਦੁੱਖ ਵੀ ਨਹੀਂ ਪੁੱਛਦਾ, ਅਫਸੋਸ ਵੀ ਨਹੀਂ ਕਰਦਾ ਯਾਰ ਤੇਰਾ ਬਹੁਤ ਮਾੜਾ ਕੰਮ ਹੋਇਆ, ਉਲਟਾ ਤੁਹਾਡੀ ਦੋਸ਼ੀਆਂ ਦੀ ਮਦਦ ਕਰਦਾ। ਹਾਲਾਂਕਿ ਉਹ ਬਹਾ ਕੇ ਸਾਡਾ ਰਾਜੀਨਾਮਾ ਕਰਵਾ ਸਕਦਾ ਸੀ ਜੇ ਅਸੀਂ ਦੋਵੇਂ ਬੰਦੇ ਉਹਨਾਂ ਦੇ ਸੀ। ਉਹ ਮੈਂ ਵੀ ਉਹਨਾਂ ਦਾ ਬੰਦਾ ਸੀ, ਉਹ ਵੀ ਉਹਨਾਂ ਦਾ ਬੰਦਾ ਸੀ। ਬੁਲਾਉਂਦਾ ਆਪਦੇ ਟੇਬਲ ਤੇ ਸਾਡਾ ਸਮਝੌਤਾ ਕਰਾਉਂਦਾ, ਨਹੀਂ ਯਾਰ ਦੋਵੇਂ ਤੁਸੀਂ ਬੰਦੇ ਸਾਡੇ ਹੋ, ਚਲੋ ਗੁੱਸੇ ਗਿਲੇ ਦੇ ਵਿੱਚ ਜੋ ਕੰਮ ਹੋ ਗਏ ਤੁਸੀਂ ਆਪਸ 'ਚ ਜੱਫੀ ਪਾਓ। ਉਹਨੇ ਇਹ ਕੰਮ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਕਿਉਂਕਿ ਉਹਦੀ ਵੀ ਲੋੜ ਸੀ, ਮੈਨੂੰ ਵੀ ਲੋੜ ਸੀ, ਦੋਵਾਂ ਨੂੰ ਵਰਤਿਆ। ਤੇ ਇਸ ਕਰਕੇ ਭਾਈ ਇਹਨਾਂ ਲੀਡਰਾਂ ਤੋਂ ਬਚੋ ਤੇ ਆਪਦਾ ਜੇ ਰਾਜਨੀਤੀ ਦੇ ਵਿੱਚ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤੇ ਭਾਜਪਾ ਦੇ ਵਿੱਚ ਆ ਕੇ ਕੰਮ ਕਰੋ। ਇਹ ਭਾਜਪਾ ਹੀ ਇੱਕ ਐਸੀ ਪਾਰਟੀ ਹੈ ਜਿਹੜਾ ਗਰਾਊਂਡ ਲੈਵਲ ਦੇ ਕਾਰਿਆਕਰਤਾ ਨੂੰ ਉੱਤੇ ਤੱਕ ਲੈ ਕੇ ਜਾਂਦੀ ਹੈ। ਜੈ ਹਿੰਦ, ਜੈ ਭਾਰਤ। ਬਹੁਤ ਧੰਨਵਾਦ ਜੀ, ਬਹੁਤ ਥੈਂਕ ਯੂ। ਮੈਂ ਸੁਨੀਲ ਸਿੰਘ ਕਪੂਰ, CCP ਨਿਊਜ਼, ਕੋਟਕਪੂਰਾ।